ਸਵਾਗਤ ਜੀ ਆਪ ਜੀ ਦਾ ਇੱਕ ਵਾਰ ਫਿਰ ਤੋਂ ਪ੍ਰਾਈਮ ਏਸ਼ੀਆ ਟੀਵੀ ਦੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਰੋਜ਼ ਖਬਰਾਂ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਹਾਂ। ਕਹਿਣ ਵਾਲੇ ਇਹ ਕਹਿ ਦਿੰਦੇ ਵੀ ਸ਼ਾਇਦ ਅਸੀਂ ਖਬਰਾਂ ਸੁਣਾਉਂਦੇ ਹਾਂ, ਪਰ ਚਲੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਖਬਰਾਂ ਦੇ ਨਾਲ ਨਾਲ ਉਹ ਗੱਲਾਂ ਵੀ ਸੁਣਾ ਦਈਏ ਜਿਹੜੀਆਂ ਜਾਂ ਤਾਂ ਤੁਹਾਨੂੰ ਸੁਣਨੀਆਂ ਚੰਗੀਆਂ ਲੱਗਦੀਆਂ ਨੇ ਜਾਂ ਆਪਣੇ ਆਸ-ਪਾਸ ਹੁੰਦੀਆਂ ਸੀ ਜਾਂ ਹੁੰਦੀਆਂ ਨੇ। ਸੋ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਉਹ ਖਬਰਾਂ ਵੀ ਨਿਕਲ ਆਉਂਦੀਆਂ ਅਤੇ ਖਬਰਾਂ ਦੇ ਕਈ ਪੱਖ ਵੀ ਸਾਹਮਣੇ ਆ ਜਾਂਦੇ ਆ। ਤੁਸੀਂ ਪਸੰਦ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਨਾਲ ਮੇਰਾ ਵੀਰ ਪਰਮਵੀਰ ਬਾਠ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ, ਠੀਕ ਠਾਕ ਆ। ਸੰਧਾਲੀਆ ਸਾਹਿਬ, ਮੈਂ ਨਾ ਤਹਈਆ ਕਰ ਲਿਆ ਕਿ ਨਾ ਤਾਂ ਅੱਜ ਤੋਂ ਬਾਅਦ ਕਿਸੇ ਨਾਲ ਲੜਨਾ, ਨਾ ਕਿਸੇ ਨੂੰ ਲੜਨ ਦੇਣਾ। ਜਿੱਥੇ ਆਮ ਬੰਦਾ ਇੱਕ ਦੂਜੇ ਨਾਲ ਫਸਦਾ ਹੋਇਆ ਉਹਨਾਂ ਨੂੰ ਜਾ ਕੇ ਸਮਝਾਉਣਾ ਕਿ ਭਾਈ ਲੜੀਦਾ ਨਹੀਂ ਹੁੰਦਾ, ਕਿਉਂਕਿ ਮੈਨੂੰ ਇੱਕ ਸਬਕ ਮਿਲਿਆ। ਨਹੀਂ ਦੇਖੋ, ਆਹ ਜਿਹੜੀ ਗੱਲ ਹੋਈ ਵੀ ਮੈਂ ਲੜਾਈ ਮਤਲਬ ਬੇਸਿਕਲੀ ਨਹੀਂ ਛਡਾਵੇ ਬਣਨਾ, ਨਹੀਂ ਛਡਾਵੇ ਨਹੀਂ, ਪਹਿਲਾਂ ਆਪ ਲੜਨਾ ਛੱਡਣਾ। ਨਹੀਂ ਮੈਂ ਤਾਂ ਕਿਹਾ ਵੀ ਜੇ ਛਡਾਵੇ ਬਣਨਾ ਤੇ ਛਡਾਵੇ ਤੇ ਜ਼ਿਆਦੀਆਂ ਵੱਜਦੀਆਂ ਹੁੰਦੀਆਂ, ਕਿਉਂਕਿ ਉੱਧਰੋਂ ਵੱਜਣੀਆਂ ਉੱਧਰੋਂ ਵੱਜਣੀਆਂ। ਇਹ ਤਾਂ ਤਜਰਬਾ ਕੀਤਾ ਲੱਗਦਾ। ਨਹੀਂ ਇਹ ਤੇ ਦੁਨੀਆ ਕਹਿੰਦੀ ਹੈ, ਤੁਸੀਂ ਕਹਿੰਦੇ ਜਾਂ ਤਾਂ ਤੁਸੀਂ ਟਿੱਪਣੀ ਕਰਦੇ ਵੀ ਛਡਾਵੇ ਤੇ ਨਹੀਂ ਵੱਜਦੀਆਂ। ਨਹੀਂ ਪਰ ਤੁਸੀਂ ਕਿਉਂ ਨਹੀਂ ਲੜਨਾ, ਪਤਾ ਹੀ ਲੱਗੇ। ਮਤਲਬ ਮੈਂ ਉਹੀ ਹੈਰਾਨ ਆ ਵੀ ਮਤਲਬ ਇੰਨਾ ਸਡੌਲ ਸਰੀਰ ਕਮਾਇਆ ਕਦ ਲਈ ਜੇ ਲੜਨਾ ਹੀ ਨਹੀਂ ਦੇ, ਰੱਖਣੀ ਨਹੀਂ ਧੌਣ ਚ ਜਾ ਕੇ। ਦੁੱਧ ਮੱਖਣਾ ਨਾਲ ਪਲੀ ਜਵਾਨੀ ਜਿਹੜੀ ਕਰਨੀ ਕੀ ਹੈ, ਕਿਹਦੇ ਲਿਖੇ ਲਾਉਣੀ ਹੈ। ਸੰਧਾਲੀਆ ਸਾਹਿਬ, ਗੱਲ ਇੱਦਾਂ ਹੋਈ, ਮੈਂ ਸੋਚਦਾ ਸੀ ਕਿ ਅਸੀਂ ਹਰ ਇੱਕ ਚੀਜ਼ ਲੀਡਰਾਂ ਤੋਂ ਸਿੱਖਦੇ ਹਾਂ। ਕੁੱਟਮੀ ਪਜਾਮੇ ਵਾਲੇ ਕੁੜਤੇ ਪਜਾਮੇ ਉਹ ਵੀ ਲੀਡਰਾਂ ਤੋਂ, ਐਂ ਹੱਥ ਜੋੜ ਕੇ ਫੋਟੋ ਖਿਚਵਾਉਣੀਆਂ ਲੀਡਰਾਂ ਤੋਂ, ਇੱਥੋਂ ਤੱਕ ਕਿ ਅਸੀਂ ਕਿਹੜੇ ਵਿਆਹ ਦੇ ਵਿੱਚ ਕਿੱਦਾਂ ਜਾ ਕੇ ਚਾਹਣਾ ਕਿ ਦੋ ਚਾਰ ਬੰਦੇ ਮੇਰੇ ਆਲੇ ਦੁਆਲੇ ਘੁੰਮਦੇ ਹੋਣ ਲੀਡਰਾਂ ਤੋਂ। ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਕਿੱਦਾਂ ਲੋਕਾਂ ਨੂੰ ਆਪਸ ਵਿੱਚ ਪਾੜਨਾ, ਕਿਹਨੂੰ ਤੋੜਨਾ, ਧੜੇਬੰਦੀ ਕਿੱਦਾਂ ਪੈਦਾ ਕਰਨੀ ਲੀਡਰਾਂ ਤੋਂ, ਜਾਣੀ ਬਹੁਤ ਕੁਛ ਸਾਡੇ ਤੇ ਸਿੱਧਾ ਪ੍ਰਭਾਵ ਉਹਨਾਂ ਦਾ। ਹੁਣ ਦੋ ਬੰਦਿਆਂ ਦੇ ਬਿਆਨ ਇੱਦਾਂ ਦੇ ਆਏ ਆ ਜਿਹਦੇ ਕਰਕੇ ਮੈਨੂੰ ਲੱਗਦਾ ਜੇ ਉਹ ਸਾਰੇ ਹੀ ਇੱਕ ਦੂਜੇ ਨਾਲ ਰਲ ਸਕਦੇ ਆ, ਰਲ ਕੇ ਖੇਡ ਸਕਦੇ ਆ, ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਫਿਰ ਅਸੀਂ ਕਾਹਤੋਂ ਲੜਨਾ? ਅਸੀਂ ਵੀ ਰਲ ਕੇ ਖੇਡੀਏ, ਅਸੀਂ ਵੀ ਇੱਕ ਦੂਜੇ ਦੇ ਨਾਲ ਇਤਫਾਕ ਰੱਖੀਏ। ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਨੇ। ਜੇ ਆਪਾਂ ਬਹੁਤ ਦੂਰ ਨਾ ਜਾਈਏ ਤਾਂ ਸਾਲ ਕੁ ਪਹਿਲਾਂ ਤੱਕ ਸੁਖਬੀਰ ਸਿੰਘ ਬਾਦਲ ਸਾਹਿਬ, ਬੀਬੀ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਜੀ ਬਾਦਲ ਸਾਰੇ ਕਹਿੰਦੇ ਹੁੰਦੇ ਸੀ ਕਿ ਭਾਈ ਦੁਨੀਆ ਦੇ ਵਿੱਚ ਕੁਝ ਵੀ ਟੁੱਟ ਸਕਦਾ, ਚੀਨ ਦੀ ਦੀਵਾਰ ਟੁੱਟ ਸਕਦੀ, ਹਿਮਾਲਿਆ ਪਰਬਤ ਟੁੱਟ ਸਕਦਾ, ਕੁਝ ਵੀ ਟੁੱਟ ਸਕਦਾ, ਪਰ ਅਕਾਲੀ ਭਾਜਪਾ ਗੱਠਜੋੜ ਨਹੀਂ ਟੁੱਟ ਸਕਦਾ, ਕਿਉਂਕਿ ਇਹ ਗੱਠਜੋੜ ਇੰਨਾ ਵਧੀਆ ਕਿ ਇਸ ਗੱਠਜੋੜ ਨੇ ਸਮਾਜਿਕ ਏਕਤਾ ਵੀ ਕੀਤੀ ਹੈ। ਇਹ ਕਦਰਾਂ ਕੀਮਤਾਂ ਵਾਲਾ ਗੱਠਜੋੜ ਹੈ, ਇਹਦੇ ਵਿੱਚ ਕੋਈ ਲਾਲਸਾ ਨਹੀਂ ਹੈ। ਇਹ ਪੰਜਾਬੀਆਂ ਨੂੰ ਇੱਕ ਸੂਤਰ 'ਚ ਬੰਨ੍ਹ ਕੇ ਪੰਜਾਬ ਨੂੰ ਡਿਵੈਲਪਮੈਂਟ ਵਾਲੇ ਰਸਤੇ 'ਤੇ ਲਿਜਾਣ ਵਾਲੀ ਏਕਤਾ ਹੈ। ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆਇਆ, ਕਹਿੰਦੇ 2017 'ਚ ਕੈਪਟਨ ਅਮਰਿੰਦਰ ਸਿੰਘ ਐਵੇਂ ਨਹੀਂ ਮੁੱਖ ਮੰਤਰੀ ਬਣ ਗਏ, RSS ਵਾਲਿਆਂ ਨੇ ਪੂਰਾ ਜ਼ੋਰ ਲਾਇਆ ਕਾਂਗਰਸ ਨੂੰ ਜਿਤਾਉਣ 'ਚ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ 'ਚ। ਹੁਣ ਮੈਂ ਸੋਚਦਾ ਸੀ ਕਿ ਜੇ ਭਾਜਪਾ ਦਾ RSS ਦੇ ਨਾਲ ਗੂੜਾ ਸੰਬੰਧ ਹੈ, ਭਾਜਪਾ ਦਾ ਅਕਾਲੀਆਂ ਨਾਲ 2017 'ਚ ਗੱਠਜੋੜ ਹੈ, ਜੇ ਭਾਜਪਾ ਦੀ ਜਨਮਦਾਤੀ RSS ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਸਹਿਯੋਗ ਕਰ ਸਕਦੀ ਹੈ, ਤਾਂ ਅਸੀਂ ਇੰਚ 'ਚ ਥਾਂ ਦੇ ਲਈ ਢੇਰਾਂ ਦੇ ਰੂੜੀ ਦੇ ਜਿਹੜਾ ਪਤਿਖਣ ਜਿਹਾ ਹੁੰਦਾ, ਤੁਸੀਂ ਉਹਨੂੰ ਕੁਛ ਹੋਰ ਕਹਿੰਦੇ ਹੋ, ਜਿੱਥੇ ਪਾਥੀਆਂ ਪੱਥਦੇ ਨੇ, ਉਹਨਾਂ ਥਾਵਾਂ ਦੇ ਲਈ ਅਸੀਂ ਫਿਰ ਕਾਹਤੋਂ ਲੜਨਾ? ਜੇ ਲੀਡਰ ਅੰਦਰ ਖਾਤੇ ਇੰਨਾ ਘੁਲ ਮਿਲ ਸਕਦੇ, ਅਸੀਂ ਜ਼ਰੂਰ ਇੱਕ ਦੂਜੇ ਦੇ ਸਿਰ ਪਾੜਨੇ। ਨਹੀਂ, ਗੱਲ ਵਿਚਾਰਨ ਵਾਲੀ ਹੈ। ਦੇਖੋ, ਕਾਰਨ ਇਹ ਵੀ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਜੀ ਉਸੇ ਹੀ RSS ਦੀ ਜਿਹੜੀ ਮਤਲਬ ਜਮਾਤ ਆ BJP, ਉਹਦੀ ਕੇਂਦਰ ਵਿਚਲੀ ਸਰਕਾਰ ਦੇ ਵਿੱਚ 4 ਸਾਲ ਦੇ ਕਰੀਬ ਆਪਾਂ ਮੰਤਰੀ ਦਾ ਅਹੁਦਾ ਵੀ ਲੈ ਲੈਂਗੇ। ਸਬਰ ਦੇਖੋ ਤੁਸੀਂ, ਮਤਲਬ ਪਤਾ ਹੋਣ ਦੇ ਬਾਵਜੂਦ। ਆਪਣੇ ਤੇ ਇੱਥੇ ਇਹ ਹੁੰਦਾ ਨਾ ਵੀ ਫਲਾਣੇ ਨੇ ਮੇਰੇ ਨਾਲ ਇਦਾਂ ਕੀਤੀ, ਆਪਾਂ ਮੇਰੇ ਕੋਲ ਜੇ ਸਵੇਰੇ ਗੱਲ ਪਤਾ ਲੱਗੇ ਤਕਾਲਾ ਨਹੀਂ ਪੈਣ ਦਿੰਦਾ ਅਗਲਾ। ਛਤਰੋ ਛਤਰੀ ਪਰਚੋ ਪਰਚੀ, ਸ਼ਾਮ ਨੂੰ ਮੋਟਰਸਾਈਕਲ ਦੇ ਵਿਚਾਲੇ ਭਾਗੇ ਲੈ ਜਾਂਦੇ ਪੁਲਿਸ ਵਾਲੇ ਥਾਣੇ ਵੀ ਸਵੇਰੇ ਆ ਜਾਓ ਚੌਂਕੀ ਸਰਪੰਚ ਲੈ ਕੇ 9 ਵਜੇ, ਹੈ ਨਾ ਪੂਰੇ। ਮਤਲਬ ਇੱਥੇ ਫਿਰ ਵੀ ਜੇ ਮੰਨ ਲਓ ਵੀ 4 ਸਾਲ ਲੰਘ ਗਏ, ਇਹਦਾ ਮਤਲਬ ਫਿਰ ਕਿਤੇ ਨਾ ਕਿਤੇ ਤੇ ਇੱਧਰ ਵੀ ਦੇਖੋ, ਪਤਾ ਨਹੀਂ ਹੁਣ ਕਿਹੜੀ ਉਹ ਦਵਾਈ ਖਾਂਦੇ ਆ ਵੀ ਜਿਹੜੇ ਇੰਨਾ ਸਬਰ ਸੰਤੋਖ ਦਿੰਦੀ ਆ ਵੀ ਕੋਈ ਗੱਲ ਨਹੀਂ, ਟਾਈਮ ਆਉਣ ਦੇ ਫਿਰ ਦੱਸਾਂਗੇ। ਨਹੀਂ, ਮੈਨੂੰ ਇਹ ਵੀ ਲੱਗਦਾ ਕਿ ਜੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਲੈਣ ਕਿ RSS ਨੇ ਕਾਂਗਰਸ ਦੀ ਮਦਦ ਕੀਤੀ, ਕੈਪਟਨ ਸਾਹਿਬ ਦੀ, RSS ਦੇ ਨਾਲ ਭਾਜਪਾ, ਫਿਰ ਵੀ ਭਾਜਪਾ ਵਾਲੀ ਸਰਕਾਰ ਦੇ ਵਿੱਚ ਰਹਿਣਾ। ਅਸੀਂ ਐਵੇਂ ਲੜਦੇ ਰਹੀਦਾ, ਜੇ ਤੁਸੀਂ ਉਹਨੂੰ ਵਿਆਹ ਸੱਦਿਆ ਮੈਂ ਨਹੀਂ ਆਉਣਾ, ਜੇ ਉਹ ਗੱਡੀ ਬੈਠੂਗਾ ਮੈਂ ਨਹੀਂ ਬਹਿਣਾ, ਜੇ ਉਹ ਉੱਥੇ ਆਇਆ ਫਿਰ ਮੇਰੇ ਕਿਹੜੀ ਗੱਲ ਹੈ, ਜੇ ਉਹਦੀ ਪੋਸਟ ਤੇ ਫੋਟੋ ਲੈਣੀ ਹੈ ਮੇਰੇ ਵਾਲਾ ਪਹਿਲਾ ਨਾਮ ਨਾ ਢਿੱਕਿਓ। ਭਾਈ ਜੇ ਉਹ ਰਹਿ ਸਕਦੇ ਆ ਗੱਠਜੋੜ ਦੇ ਵਿੱਚ, ਸਾਨੂੰ ਪਿੰਡਾਂ ਵਾਲਿਆਂ ਨੂੰ ਕੀ ਆ? ਹੋਰ ਦੇਖੋ, ਅਰਵਿੰਦ ਕੇਜਰੀਵਾਲ ਸਾਹਿਬ ਨੇ ਤਾਂ ਐ ਨਹੀਂ ਗੇੜਾ ਘਮਾਤਾ, ਉਹ ਕਹਿੰਦੇ ਅਸੀਂ ਪਹਿਲਾਂ ਹੀ ਕਹਿੰਦੇ ਸੀ। ਇਹ ਸਾਰੇ ਇਕੱਠੇ ਹੋ ਗਏ 2017 'ਚ ਸਰਕਾਰ ਸਾਡੀ ਬਣਦੀ ਸੀ, ਕੀ ਅਕਾਲੀ, ਕੀ ਭਾਜਪਾ, ਕੀ ਕਾਂਗਰਸ, ਇਹਨਾਂ ਸਾਰਿਆਂ ਇਕੱਠੇ ਹੋ ਕੇ ਵੋਟਾਂ ਇੱਕ ਦੂਜੇ ਨੂੰ ਪਵਾਈਆਂ, ਸਿਰਫ ਇਸ ਕਰਕੇ ਕਿ ਆਮ ਆਦਮੀ ਦੀ ਸਰਕਾਰ ਨਾ ਬਣ ਜਾਵੇ, ਇਹ ਸਾਰੇ ਬੰਦੇ ਖਾਸ ਨੇ, ਇਹਨਾਂ ਦੀ ਸਰਕਾਰ ਬਣੇ। ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਆ, ਉਹ ਵੀ ਕਹਿੰਦੇ ਆ, ਹੁਣ ਤਾਂ ਸਗੋਂ ਕਈ ਬੰਦੇ
ਅਕਾਲੀ ਦਲ ਦੇ ਵੀ ਕਹਿੰਦੇ ਸੀਗੇ ਕਿ ਭਾਈ ਆਹ ਬੰਦੇ ਰਲ ਕੇ ਉਦੋਂ ਅਸੀਂ ਵੋਟਾਂ ਵਾਟਾਂ ਇੱਧਰ ਉੱਧਰ ਮਾੜੀਆਂ ਮੋਟੀਆਂ ਕਰਨੀਆਂ ਪਈਆਂ। ਭਾਈ ਇਸ ਕਰਕੇ ਆਪਾਂ ਨਹੀਂ ਹੁਣ ਲੜਨਾ, ਆਪਾਂ ਕਚਹਿਰੀਆਂ 'ਚ ਮੇਲੇ ਨਹੀਂ ਲਾਉਣੇ। ਆਪਾਂ ਤੋਂ ਗੀਤਕਾਰ ਸਾਹਿਬ ਨੂੰ ਵੀ ਕਹਿੰਦੇ ਕਿ ਹੁਣ ਤੁਸੀਂ ਕੋਈ ਹੋਰ ਗੀਤ ਲਿਖੋ ਕਿ ਭਾਈ ਸਿਆਸਤਦਾਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਕਚਹਿਰੀਆਂ ਸੁੰਨੀਆਂ ਕਰਤੀਆਂ, ਅਸੀਂ ਥਾਣਿਆਂ ਦੇ ਗੇਟ ਵੱਲ ਨੂੰ ਜਾਣਾ ਹੀ ਭੁੱਲ ਗਏ। ਉਹ ਤਾਂ ਨਕਸ਼ੇ ਦੇ ਵਿੱਚੋਂ ਅਸੀਂ ਗਲੀ ਕਰ ਦਿੱਤੀ ਜਿਹੜੀ ਥਾਣੇ ਵੱਲ ਨੂੰ ਜਾਂਦੀ ਹੈ। ਹੁਣ ਤਾਂ ਪੰਚਾਂ ਸਰਪੰਚਾਂ ਦੀ ਵੁਕਤ ਕੇਵਲ ਜਿਹੜਾ ਇਨਕਮ ਸਰਟੀਫਿਕੇਟ ਬਣਾਉਣ ਤੱਕ ਸੀਮਿਤ ਰਹਿ ਗਈ, ਉਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ। ਪੰਚਾਇਤਾਂ ਹੁੰਦੀਆਂ ਹੀ ਨਹੀਂ, ਲੋਕੀ ਸਰਪੰਚੀਆਂ ਲੜਨੋਂ ਹਟ ਗਏ। ਨਹੀਂ ਗੱਲ ਠੀਕ ਹੈ, ਮੰਨ ਲਈ ਆਪਾਂ ਸਾਰੀਆਂ ਗੱਲਾਂ ਮੰਨ ਲਈਆਂ, ਪਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ $5 ਮੇਰੇ ਖਰੇ ਹੁੰਦੇ ਫਿਰਦੇ ਆ। ਕਿਉਂਕਿ ਦੇਖੋ ਨਾ, ਮਤਲਬ ਮੈਂ ਵਿੱਚੋਂ ਜਦੋਂ ਕਿਸਾਨ ਅੰਦੋਲਨ ਦਾ ਪ੍ਰਭਾਵ, ਲੋਕਾਂ ਸਵਾਲ ਪੁੱਛੇ ਇਹ ਉਹ, ਬੜਾ ਮੇਰਾ ਦਿਲ ਜਿਹਾ ਟੁੱਟਾ। ਮੈਂ ਕਿਹਾ ਗੁਰਪ੍ਰੀਤ ਸਿੰਘ ਐਂ ਜਾਪਦਾ ਵੀ ਤੂੰ ਹਾਰ ਜਾਣਾ, ਵੀ ਮੇਰੇ ਪੰਜਾਬ ਦੇ ਵਾਸੀ ਇੱਦਾਂ ਕਿੱਦਾਂ ਕਰ ਸਕਦੇ ਯਾਰ ਵੀ ਲੀਡਰਾਂ ਦੀ ਕਿਸੇ ਚਾਲ 'ਚ ਹੀ ਨਾ ਹੋਣ। ਪਰ ਹੁਣ ਤੁਸੀਂ ਇਹ ਦੇਖੋ ਨਾ ਵੀ ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਉਦੋਂ ਜਦੋਂ ਪੂਰੀ ਇੱਕ ਪਾਸੇ ਵੇਵ ਹੋਵੇ ਵੀ ਲੈ ਵੀ ਫਲਾਨਾ ਸੋਂ ਦੀ ਸਰਕਾਰ ਬਣ ਰਹੀ ਹੈ, ਫਲਾਨਾ ਸੋਂ ਨੇ ਘੁੱਟਵੀਂ ਪਜਾਮੀ ਵੀ ਸਵਾ ਲਈ ਹੋਵੇ, ਕਈਆਂ ਨੇ ਅਚਕਨਾ ਸਵਾ ਲਈਆਂ ਸੀ, ਕੋਟ ਪੈਂਟ ਸਵਾ ਲਏ ਵੀ ਮੈਂ ਮੰਤਰੀ ਮੈਂ CM, ਉਹ ਉੱਦਾਂ ਦੇ ਉੱਦਾਂ ਹੀ ਰਹਿ ਗਏ। ਇਹਦਾ ਮਤਲਬ ਜੇ ਉਦੋਂ ਵੋਟਾਂ ਕਿਸੇ A ਨੇ B ਨੂੰ ਪਾਈਆਂ, B ਨੇ C ਨੂੰ ਪਾਈਆਂ, ABC ਇਕੱਠੇ ਸੀ, ਜੋ ਵੀ ਸੀ, ਆਫਟਰ ਆਲ ਵੋਟਾਂ ਤੇ ਲੋਕਾਂ ਨੇ ਪਾਈਆਂ ਨਾ, ਬੰਦੇ ਹੀ ਗਏ ਨਾ ਪੋਲਿੰਗ ਬੂਥ ਤੱਕ। ਤੇ ਜੇ ਉਦੋਂ ਇਹੋ ਜਿਹੇ ਮਾਹੌਲ ਚਾਲ ਦੇ ਵਿੱਚ ਵੀ ਕੋਈ ਕਿਸੇ ਨੂੰ ਕਹਿ ਕੁਹਾ ਕੇ ਕਿਸੇ ਤਰ੍ਹਾਂ ਵੋਟਾਂ ਪਵਾ ਕੇ ਕਿਸੇ ਦੀ ਸਰਕਾਰ ਬਣਾ ਸਕਦਾ, ਇਹਦਾ ਮਤਲਬ ਲੀਡਰਾਂ ਦੀ ਅਜੇ ਚੱਲਦੀ ਆ। ਨਹੀਂ ਬਹੁਤ ਚੱਲਦੀ ਆ, ਇੰਨੀ ਚੱਲਦੀ ਆ। ਮੈਂ ਹੁਣ ਨਾਂ ਨਹੀਂ ਲੈਣਾ ਪਾਰਟੀ ਦਾ, ਸਾਰਿਆਂ ਨੇ ਆਪੇ ਦੱਸ ਦੇਣਾ। ਇੱਕ ਪਾਰਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸਟੇਜ ਤੇ, ਉਹਨਾਂ ਦੀ ਆਪਣੀ ਹੀ ਪਾਰਟੀ ਦੇ ਬੰਦੇ ਆਏ ਆ, ਮੂਹਰੇ ਗੋਲ ਮੇਜ਼ ਲੱਗੇ, ਉਹ ਕੁਰਸੀਆਂ ਲੱਗੀਆਂ ਉੱਥੇ। ਫਿਰ ਇੱਕ ਭਾਈ ਸਾਹਿਬ ਖੜੇ ਹੋ ਗਏ, ਉਹਨਾਂ ਨੇ ਫਿਰ ਆਪਦੀ ਗੱਲਾਂ ਵਾਲੀ ਬੱਸ ਰੋਕੀ ਨਹੀਂ। ਉਹਨਾਂ ਨੇ ਲੀਡਰ ਸਾਹਿਬ ਦੇ ਪਿੰਡ ਦੀ ਸੜਕ ਵਾਲਾ ਕੰਮ ਵੀ ਦੱਸ ਦਿੱਤਾ, ਬਾਕੀ ਵੀ ਦੱਸ ਦਿੱਤਾ। ਜਦੋਂ ਮੈਂ ਉਹ ਸੁਣਿਆ ਮੈਨੂੰ ਲੱਗਾ ਕਿ ਭਾਅ ਤੂੰ $5 ਮੈਂ ਖਿੱਚ ਲਿਆਂਦੇ ਆ। ਜੇ ਅੱਜ ਸਾਡੇ ਲੋਕ ਲੀਡਰ ਸਾਹਿਬ, ਪਾਰਟੀ ਦੇ ਪ੍ਰਧਾਨ ਸਾਹਿਬ ਸਾਹਮਣੇ ਬੈਠੇ ਹੋਣ, ਹਿਚਕਚਾਉਣ ਹੀ ਨਾ, ਉਹਨਾਂ ਦੀ ਜ਼ਬਾਨ ਲੜਖੜਾਵੇ ਹੀ ਨਾ, ਉਹ ਬਿਲਕੁਲ ਸਾਫ਼ ਤੇ ਸਪਸ਼ਟ ਬੋਲੀ ਜਾਣ, ਫਿਰ ਤਾਂ ਪਾ $5 ਇੱਥੇ। ਜੀ ਇੱਦਾਂ ਨਹੀਂ ਹੁੰਦਾ WhatsApp। ਉਹ ਇੱਕ ਬੰਦਾ ਸੀ, ਟੇਬਲ ਕੁਰਸੀਆਂ ਦੇ ਤੇ ਕਈ ਬੰਦੇ ਬੈਠੇ, ਬਾਕੀ ਕਿਹੜਾ ਕਹਿੰਦੇ ਸੀ ਬਹਿ ਜਾ, ਸਾਰੇ ਬੰਦੇ ਹੱਸਦੇ ਕਿ ਆਹ ਗੱਲ ਖਰੀ ਕੀਤੀ ਜੇ। ਸਵਾਲ ਤੇ ਸਿਰਫ ਇਹਨਾਂ ਵੀ ਸੱਦੇ ਤੇ ਗਏ ਤੇ ਸਹੀ ਨਾ, ਉੱਥੇ ਇੱਦਾਂ ਦੇ ਸੱਦੇ ਤੇ ਜਾਣ ਦੀ ਗੱਲ ਹੁੰਦੀ। ਉਹ ਫਿਰ ਨਾ ਕੀ ਕਰੀਏ, ਫਿਰ ਤੈਨੂੰ ਪਤਾ ਫਿਰ ਉਹ ਰਿਸ਼ਤੇਦਾਰੀ ਇੱਦਾਂ ਦੀ, ਫਿਰ ਉਧਰੋਂ ਫਿਰ ਕੁੜਮਾਂ ਵੱਲੋਂ ਫੋਨ ਆ ਗਿਆ, ਉਹ ਕਹਿੰਦੇ ਫਿਰ ਹੁਣ ਫਿਰ ਆਪਣਾ ਫਿਰ ਸਰਦਾ ਨਹੀਂ ਗਾ, ਫਿਰ ਤੁਸੀਂ ਜ਼ਰੂਰ ਕਰਨਾ। ਫਿਰ ਮੈਂ ਫਿਰ ਇੱਧਰ ਫਿਰ ਕਹਿਦਾ ਫਿਰ ਪੱਪੂ ਦੀ ਬੀਬੀ ਨੂੰ, ਮੈਂ ਕਿਹਾ ਵੀ ਕੋਈ ਨਹੀਂ ਦਫਾ ਕਰ, ਹੁਣ ਤੂੰ ਸਰਪੰਚ ਨੂੰ ਮਨਾ ਕਰ ਦੇ। ਉੱਧਰੋਂ ਫਿਰ ਫੋਨ ਆ ਗਿਆ, ਹੁਣ ਫਿਰ ਆਪਾਂ ਇਹ ਕੰਮ। ਹੁਣ ਆਹ ਜਿਹੜੀ ਇੰਗੜੀ ਪੜਿੰਗੜੀ ਹੈ ਨਾ, ਇਹਦੇ 'ਚ ਮੇਰੇ ਖਿਆਲ ਨਾਲ ਇਹ ਹਿਸਾਬ ਤੱਕ ਉਹਨਾਂ ਨੇ ਸੇਂਧ ਲਾਈ ਆ ਵੀ ਤੁਸੀਂ ਇਹਦੇ 'ਚੋਂ ਨਿਕਲ ਹੀ ਨਹੀਂ ਸਕਦੇ। ਹੁਣ ਦੇਖੋ, ਜੇ ਅਜੇ ਵੀ ਤੁਹਾਨੂੰ ਲੱਗਦਾ ਕਿ ਵੀ ਮੈਂ ਇਹ ਸ਼ਰਤ ਹਾਰ ਸਕਦਾ, ਤੁਸੀਂ ਜ਼ਰੂਰ ਟਿੱਪਣੀ ਕਰੋ, ਪਰ ਮੈਨੂੰ ਕਲੀਅਰ ਕੱਟ ਹੈ WhatsApp। ਤੁਸੀਂ ਲੱਖ ਸਮਝਾ ਲਓ, ਜੋ ਮਰਜ਼ੀ ਕਰ ਲਓ, ਭਾਵੇਂ ਤੁਸੀਂ ਹੋਰ ਕੁਝ ਨਹੀਂ, ਕਿਸੇ ਕਾਲੇ ਜਾਦੂ ਵਾਲੇ ਕੋਲੋਂ ਕੋਈ ਨਾ ਕੋਈ ਸਵਾਹ ਦੀ ਚੁਟਕੀ ਕਰਾ ਕੇ ਕਿਸੇ ਦੇ ਸਿਰ 'ਚ ਪਾ ਦਿਓ ਨਾ, ਤਾਂ ਵੀ ਜਿਹੜਾ ਸਿਆਸਤਦਾਨਾਂ ਦਾ ਜਾਦੂ ਸਿਰ ਚੜ ਬੋਲਦਾ ਨਾ, ਉਹਦੇ ਤੇ ਹੋਰ ਕਿਸੇ ਦਾ ਅਸਰ ਨਹੀਂ ਹੁੰਦਾ। ਇਹ ਗੱਲ ਤੁਹਾਡੀ ਠੀਕ ਹੈ। ਇੱਕੋ ਦਿਨ 2 ਘਟਨਾਵਾਂ ਘਟਦੀਆਂ, ਇੱਕੋ ਦਿਨ 2 ਘਟਨਾਵਾਂ ਤੋਂ ਤੁਹਾਨੂੰ ਆਪੇ ਪਤਾ ਲੱਗ ਜਾਣਾ। 1 ਸਾਲ ਤੋਂ ਉੱਪਰ ਹੋ ਗਿਆ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲਦੇ ਆ। ਦਿੱਲੀ ਦੇ ਵਿੱਚ ਅਜੇ ਵੀ ਸਾਰੇ ਜਣੇ ਬੈਠੇ ਆ। ਪੰਜਾਬ 'ਚ 100, 125, 150 ਥਾਵਾਂ ਦੇ ਉੱਤੇ ਇਕੱਠ ਹੋ ਗਿਆ। 700 ਤੋਂ ਵੱਧ ਕੁਰਬਾਨੀਆਂ ਹੋ ਗਈਆਂ। 17 ਦਿਨ ਹੋ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਮੂਹਰੇ ਬੈਠੇ ਕਿ ਭਾਈ ਗੁਲਾਬੀ ਸੁੰਡੀ ਕਰਕੇ ਨੁਕਸਾਨ ਹੋ ਗਿਆ, ਮੁਆਵਜ਼ਾ ਦੇਣਾ 60,000 ਕਿਸਾਨ ਨੂੰ, 30,000 ਖੇਤ ਮਜ਼ਦੂਰ ਨੂੰ। ਇੱਥੇ ਗਿਣ ਕੇ ਰੱਖੋ। ਅਗਲੇ ਬੋਲਦੇ ਹੀ ਨਹੀਂ, ਅਗਲੇ ਆਉਂਦੇ ਹੀ ਨਹੀਂ। ਇਹਦੇ ਬਾਵਜੂਦ ਵੀ ਤੁਸੀਂ ਇਹ ਦੇਖੋ, ਐਲਾਨ ਕਰਤਾ ਜਾਂਦਾ ਕਿ ਭਾਈ ਹੁਣ ਮਿੰਨੀ ਸੈਕਟਰੀਏਟ ਬਠਿੰਡਾ, ਉੱਥੇ 4 ਗੇਟ ਘੇਰ ਕੇ ਬੈਠਾਂਗੇ, ਜੇ ਤੁਸੀਂ ਸਾਡੀ ਇੱਥੇ ਨਹੀਂ ਸੁਣਨੀ ਉੱਥੇ ਸੁਣੋਗੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਕੋਈ ਲੈਣ ਨਹੀਂ ਜਾਂਦਾ। ਕੱਲ ਸੁਣਨ ਵਾਲੀ ਆ, ਕੋਈ ਲੈਣ ਨਹੀਂ ਜਾਂਦਾ। ਜਾਣੀ ਸਾਨੂੰ ਸਾਲ ਹੋ ਗਿਆ ਕੋਲੋਂ ਪੈਸੇ ਲਾ ਕੇ, ਕੋਲੋਂ ਰੋਟੀਆਂ ਪਕਾ ਕੇ, ਦਿਹਾੜੀਆਂ ਭੰਨ ਕੇ ਖੇਤਾਂ 'ਚ ਕੰਮ ਵੀ ਕਰਨਾ, ਮੁੜਕੋ ਮੁੜਕੀ ਬਜ਼ੁਰਗ ਬੀਬੀਆਂ, ਬਾਪੂ, ਨੌਜਵਾਨ ਮੁੰਡੇ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜਵਾਨ ਬੀਬੀਆਂ ਜਿਹੜੀਆਂ, ਉਹ ਵੀ ਬੈਰੀਕੇਡ ਪਾਸੇ ਕੀਤੇ, ਸਿੱਧੇ ਮਿੰਨੀ ਸੈਕਟਰੀਏਟ ਦੇ ਮੂਹਰੇ ਹਜ਼ਾਰਾਂ ਦੀ ਗਿਣਤੀ 'ਚ। ਤੇ ਉੱਥੇ 15 ਮਿੰਟਾਂ ਬਾਅਦ ਹੀ ਲੰਗਰ ਪ੍ਰਸ਼ਾਦਾ ਸ਼ੁਰੂ ਹੋ ਗਿਆ। ਪਤਾ ਕਿੱਦਾਂ? ਇੱਥੇ ਖੇਸੀ ਬੰਦੇ ਨੇ ਬੰਨੀ, ਉਹ ਖੇਸੀ ਦੀ ਇਦਾਂ ਉੱਪਰਲੇ ਪਾਸੇ ਗੰਢ ਮਾਰ ਕੇ, ਜਿਹੜਾ ਪੁਰਾਣਾ ਸਟਾਈਲ ਹੁੰਦਾ ਸੀ, ਉਹਦੇ ਵਿੱਚੋਂ 2-2 ਫੁਲਕੇ ਕੱਢ ਕੇ ਹੱਥੇ ਰੱਖੀ ਜਾਣ, ਤੇ ਪਿੱਛੇ ਇੱਕ ਲਿਫਾਫੇ ਦੇ ਵਿੱਚ ਇੱਕ ਬੰਦੇ ਦੇ ਕੋਲੇ ਅਚਾਰ, ਤੇ ਉਹਦਾ ਹੱਥ ਇੱਥੇ ਤੱਕ ਤੇਲ ਨਾਲ ਲਿਬੜਿਆ ਆ। ਉਹ 2-2 ਫਾੜੀਆਂ ਅਚਾਰ ਦੀਆਂ। ਹਾਲਾਂਕਿ ਕਿਹਾ ਹਾਈਜੈਨਿਕਲੀ ਠੀਕ ਨਹੀਂ ਹੈ, ਉਹ ਨਹੀਂ ਠੀਕ ਹੈ, ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ, ਪਰ ਮੈਂ ਦੇਖਦਾ ਸੀ ਕਿ ਉਹ ਤੜਕੇ ਦੀਆਂ ਰੋਟੀਆਂ ਪੱਕੀਆਂ ਹੋਣੀਆਂ, ਪ੍ਰਸ਼ਾਦਾ ਪਿੰਡਾਂ ਦੇ ਵਿੱਚੋਂ। ਉਹ ਦੁਪਹਿਰੋਂ ਬਾਅਦ ਮਿਲਿਆ ਜਾ ਕੇ। ਬਹੁਤ ਸਾਰੇ ਬਜ਼ੁਰਗ ਸੀ ਉੱਥੇ, ਉਹਨਾਂ ਦੇ ਦੰਦ ਇੰਨੇ ਜੋਗੇ ਨਹੀਂ, ਉਹਨੇ ਕਈਆਂ ਦੇ ਮੂੰਹ ਦੇ ਵਿੱਚ ਦੰਦ ਸੀ ਨਹੀਂ, ਬੋਟੀ ਸੀ ਇਕੱਲੇ। ਉਹ ਅਵਸਥਾ ਉਹਨਾਂ ਦੀ, ਜਦੋਂ
ਉਹ ਘਰੇ ਚਾਹ ਦੇ ਵਿੱਚ ਡੂਬ ਕੇ ਭੀਂ ਕੇ ਰੋਟੀ ਖਾਂਦੇ ਆ, ਫਿਰ ਦਾਲ ਦਾ ਚਮਚਾ ਮੂੰਹ 'ਚ ਪਾਉਂਦੇ ਆ ਕਿ ਭਾਈ ਚੱਬ ਨਹੀਂ ਹੁੰਦੀ। ਜੇ ਸਾਡੇ ਬਜ਼ੁਰਗ ਇਸ ਅਵਸਥਾ ਦੇ ਵਿੱਚ ਵੀ ਉੱਥੇ ਬੈਠੇ ਆ, ਨੌਜਵਾਨ ਉਹਨਾਂ ਨੂੰ ਲੰਗਰ ਪਾਣੀ ਛਕਾਉਂਦੇ ਆ, ਤੇ ਇਹ 1 ਸਾਲ ਤੋਂ ਲਗਾਤਾਰ ਚੱਲ ਰਿਹਾ। ਇੱਕ ਪਾਸੇ ਤਾਂ ਉਹ ਕੰਮ, ਦੂਜੇ ਪਾਸੇ ਤੁਹਾਡਾ ਕੰਮ। ਅੱਜ ਮੈਨੂੰ ਲੱਗਦਾ ਕਿ 15 ਦਿਨ ਹੋ ਗਏ ਤੁਹਾਡੇ ਲੀਡਰਾਂ ਨੂੰ ਰੌਲਾ ਪਾਉਂਦੇ ਨੂੰ, ਉਹ BSF ਲਾਤੀ ਆ, ਉਹ BSF ਲਾਤੀ ਆ, ਉਹ 15 ਤੋਂ 50 ਕਿਲੋਮੀਟਰ ਕਰਤੀ ਆ, ਉਹ ਹੱਕਾਂ ਦੇ ਡਾਕਾ ਪੈ ਗਿਆ। ਇੱਕ ਬੰਦਾ ਸੜਕ ਤੇ ਨਹੀਂ ਆਇਆ ਉਹਨਾਂ ਦੇ ਬਿਨਾਂ ਸੱਦੇ ਦੇ। ਵੇ ਗੱਲ ਹੀ ਆ, ਜਦੋਂ ਇਦਾਂ ਦੀ ਗੱਲ ਹੁੰਦੀ ਮੈਨੂੰ ਲੱਗਦਾ ਕਿ ਗੱਲ ਤਾਂ ਭਾ ਠੀਕ ਕਰਦਾ ਪਰ $5 ਕਰ ਰਿਹਾ। ਤੇ ਚਲੋ ਇਹਦੇ ਟਾਈਮ ਆਉਣ ਤੇ ਹੈ ਨਾ, ਦੇਖੋ ਸ਼ਰਤ ਆਪਣੀ ਜ਼ਰੂਰ ਇਹ ਲੰਮੀ ਹੋ ਗਈ। ਕਈ ਵਾਰ ਸਾਨੂੰ ਪੁੱਛ ਲੈਣੇ ਜੇ ਕਿਤੇ ਇੱਧਰ ਉੱਧਰ ਪਰਿਵਾਰ ਦੇ ਜੀ ਮਿਲਦੇ, ਕਹਿੰਦੇ ਯਾਰ ਉਹ ਸ਼ਰਤ ਦਾ ਕਾਕਾ ਕੀ ਬਣਿਆ। ਦੇਖੋ ਗੱਲ ਹੈ ਵੀ ਸ਼ਰਤ ਦਾ ਬਣੂਗੀ ਉਦੋਂ ਜਦੋਂ ਇਲੈਕਸ਼ਨ ਹੋਣੀ ਆ। ਤੇ ਸ਼ਰਤ ਦੇ ਕਰ ਮੈਂ ਫਿਰ ਦੁਹਰਾ ਦਿੰਦਾ, ਸ਼ਰਤ ਸਿਰਫ ਇੰਨੀ ਆ, ਬਾਠ ਸਾਹਿਬ ਦਾ ਇਹ ਕਹਿਣਾ ਵੀ ਯਾਰ ਹੁਣ ਨਾ ਬਹੁਤ ਤਬਦੀਲੀ ਆ ਗਈ, ਅਸੀਂ ਸੱਚੇ ਸੁੱਚੇ ਆਪਣੀ ਸਮਝਦਾਨੀ ਮੁਤਾਬਕ ਲੀਡਰ ਚੁਣਨੇ ਆ, ਤੇ ਪੰਜਾਬ ਫਿਰ ਇੱਕ ਵਾਰ ਸੋਨੇ ਦਾ ਕਾਂ ਬਣਾ ਲਓ, ਚਿੜੀ ਬਣਾ ਲਓ, ਘੁੱਗੀ ਬਣਾ ਲਓ, ਗਿਟਾਰ ਬਣਾ ਲਓ, ਜੋ ਮਰਜ਼ੀ ਵੀ ਬਣਾ ਲੈਣਾ। ਮੈਂ ਇਹਨਾਂ ਨੂੰ ਇਹ ਕਹਿਣਾ ਵੀ ਭਾਈ ਸਾਹਿਬ ਸਾਡੇ ਵਾਲੇ ਲੀਡਰ ਇੰਨੇ ਚਾਤਰ, ਇੰਨੇ ਚੁਸਤ ਹੈ ਵੀ ਜਦੋਂ ਉਹਨਾਂ ਨੂੰ ਲੋੜ ਹੁੰਦੀ ਉਦੋਂ ਜਿਹਨੂੰ ਮਰਜ਼ੀ ਪਿਓ ਵੀ ਬਣਾ ਲੈਂਦੇ ਆ, ਤੇ ਜਿਹਦਾ ਮਰਜ਼ੀ ਮਤਲਬ ਪੁੱਤ ਕਹਿਣਾ ਵੀ ਆਪਣੇ ਆਪ ਨੂੰ ਮਨਾ ਕਰ ਦਿੰਦੇ ਆ। ਉਹਨਾਂ ਨੂੰ ਪਤਾ ਵੀ ਕਿਹੜੀ ਤਿਕੜਮ ਕਿੱਦਾਂ ਲੜਾਉਣੀ ਆ, ਤੇ ਕਿੱਦਾਂ ਆਪਾਂ ਲੋਕਾਂ ਦੀ ਨਹੀਂ ਆਪਣੀ ਸਰਕਾਰ ਬਣਾਉਣੀ। ਇਹ ਹੁਣ ਦੇਖੋ 2022 ਆਉਣ ਵਾਲਾ ਤੇ 2017 ਵਾਲੀ ਗੰਢ ਹੁਣ ਜਾ ਕੇ ਖੁੱਲਦੀ ਪਈ ਆ। ਪਹਿਲਾਂ ਵੀ ਇੱਕ ਲੀਡਰ ਸਾਹਿਬ ਬੋਲੇ ਸੀ, ਫਿਰ ਦੂਜੇ ਬੋਲੇ, ਹੁਣ ਇੱਕ ਹੋਰ ਪ੍ਰਧਾਨ ਜੀ ਬੋਲੇ ਵੀ ਭਾਈ ਐਦਾਂ ਬਣਾਈ ਸੀ ਸਰਕਾਰ। ਮੈਂ ਨਾ ਇਸ ਸ਼ਬਦ ਨੂੰ ਜੇ ਦੂਜੇ ਰੂਪ ਲਿਖ ਕੇ ਦੇਖਿਆ ਜਾਵੇ ਵੀ ਅਸੀਂ ਸਰਕਾਰ ਇੱਦਾਂ ਬਣਾਈ ਜਾਂ ਫਲਾਣੇ ਦੀ ਸਰਕਾਰ ਇੱਦਾਂ ਬਣੀ, ਉਹਦੇ ਨਾਲੋਂ ਚੰਗਾ ਨਹੀਂ ਵੀ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਦਾਂ ਬਣਾਇਆ, ਤੇ ਆਪਣਾ ਵੀ ਕਲੀਅਰ ਹੁੰਦਾ ਵੀ ਸ਼ਰਤ ਕਿਹਨੇ ਜਿੱਤਣੀ ਹੈ। ਅਸਲ ਦੇ ਵਿੱਚ ਉਹ ਇੱਦਾਂ ਕਹਿੰਦੇ ਨੇ, ਲੋਕ ਹੁਣ ਇੱਦਾਂ ਸੁਣਨ ਲੱਗ ਪਿਆ ਵੀ ਇਹਨਾਂ ਨੇ ਇੱਦਾਂ ਕੀਤਾ ਸੀ। ਇਸੇ ਕਰਕੇ ਪੰਜਾਬ ਦੇ ਬਹੁਤ ਇੱਕ, ਜੇ ਮੰਨ ਕੇ ਚੱਲੀਏ ਤਾਂ ਸ਼ਾਇਦ ਉਹ ਯੰਗੈਸਟ MLA ਨੇ ਪੰਜਾਬ ਦੇ ਇਸ ਵੇਲੇ। ਉਹ ਪਿਛਲੇ ਦਿਨ ਉਹਨਾਂ ਦੀ ਇੱਕ ਵੀਡੀਓ ਆਈ ਸੀ, ਨਾਲ ਉਹਨਾਂ ਦੇ ਪੁਲਿਸ ਵਾਲੇ ਆਏ, ਗੱਡੀ ਰੋਕੀ, ਕਹਿੰਦੇ ਸਤਿ ਸ੍ਰੀ ਅਕਾਲ, ਕਿਸੇ ਪਿੰਡ 'ਚੋਂ ਕਹਿੰਦੇ ਸੀ ਆਓ ਜੀ ਚਾਹ ਪਾਣੀ ਪੀਓ, MLA ਸਾਹਿਬ ਕਿੱਦਾਂ। ਉਹ ਕਹਿੰਦੇ ਤੁਹਾਨੂੰ ਮਿਲਣ ਆਏ ਸੀ, ਕਹਿੰਦੇ 4.5 ਸਾਲ ਤੇ ਤੁਸੀਂ ਆਏ ਨਹੀਂ। ਕਹਿੰਦੇ ਨਹੀਂ, ਮੈਂ ਕਈ ਵਾਰ ਸਰਪੰਚ ਸਾਹਿਬ ਦੀ ਢਾਣੀ ਤੇ ਆਇਆ। ਉਹ ਕਹਿੰਦੇ ਢਾਣੀ ਤੇ ਆਏ ਹੋਣਗੇ ਪਰ ਸਾਡੇ ਕੋਲੇ ਨਹੀਂ ਆਏ, ਇਸ ਕਰਕੇ ਜਦੋਂ ਸਾਡੇ ਕੋਲੇ ਨਹੀਂ ਆਏ ਤੇ ਉਹ ਪਰਲੇ ਪਾਸੇ ਨੂੰ ਰਸਤਾ ਜਾਂਦਾ, ਤੁਸੀਂ ਵਾਪਸ ਚਲੇ ਜਾਓ। ਫਿਰ ਵਾਪਸ ਚਲੇ ਗਏ। ਹੁਣ ਤੇ ਪਿੰਡਾਂ 'ਚ 2-4 ਬੰਦੇ ਇੱਦਾਂ ਦੇ ਕੋਈ ਵੇਖ ਲਾਂਗੇ ਉਹਨਾਂ ਨੂੰ, ਐਵੇਂ ਦਿਲ ਨਹੀਂ ਛੱਡੀਦਾ ਹੁੰਦਾ, ਕੋਈ ਗੱਲ ਨਹੀਂ ਕਰਦੇ ਇਹਨਾਂ ਦਾ ਵੀ ਪਤਾ। ਅੱਛਾ ਆਪਾਂ ਚਲੋ ਹੁਣ ਖਬਰਾਂ ਵਾਲੇ ਪਾਸੇ ਆ ਜਾਈਏ, ਆਪਾਂ ਆਪਣੇ $5 ਪਿੱਛੇ ਹੋਰ ਚੱਕਰ ਪਾ ਕੇ ਬਹਿ ਗਏ। ਨਹੀਂ ਆਜੋ ਮਹਾਰਾਜ ਆਜੋ। ਹੁਣ BSF ਦੀ ਗੱਲ ਜਦੋਂ ਜੇ ਤੁਸੀਂ ਛੇੜੀ ਸੀ ਤੇ ਸਰਬ ਪਾਰਟੀ ਮੀਟਿੰਗ ਚਰਨਜੀਤ ਚੰਨੀ ਸਾਹਿਬ ਨੇ ਸੱਦੀ, ਮੁੱਖ ਮੰਤਰੀ ਪੰਜਾਬ ਨੇ ਅਗਲੇ। ਹੁਣ ਚੰਨੀ ਸਾਹਿਬ ਦੀ ਮੀਟਿੰਗ ਦੇ ਵਿੱਚ ਮੇਰੇ ਖਿਆਲ ਨਾਲ BSF ਦੇ ਉੱਪਰ ਕੀ ਗੱਲ ਹੋਈ ਕੀ ਨਹੀਂ ਹੋਈ ਉਹਦੇ ਵੱਲ ਬਹੁਤਾ ਧਿਆਨ ਨਹੀਂ ਗਿਆ। ਗੱਲ ਇਸ ਗੱਲ ਵੱਲ ਬਾਹਲਾ ਧਿਆਨ ਗਿਆ ਵੀ ਜਮਾ ਨਾਲ ਦੀ ਕੁਰਸੀ ਪ੍ਰਧਾਨ ਜੀ ਸਿੱਧੂ ਸਾਹਿਬ ਨੇ ਦਿੱਤੀ, ਤੇ ਮਾਈਕ ਵੀ ਖੁੱਲ੍ਹਾ ਜਿਹਾ ਕਰਕੇ ਸਿੱਧੂ ਸਾਹਿਬ ਨੇ ਦਿੱਤਾ ਵੀ ਤੁਸੀਂ ਇੱਕ ਨਾ ਦਿਲ ਦੀ ਭੜਾਸ ਕੱਢ ਲਓ ਅੱਜ ਸਾਰੀ। ਫਿਰ ਉਹ ਤੋਂ ਬਾਅਦ ਸਿੱਧੂ ਸਾਹਿਬ ਨੇ ਜਿਹੜੇ ਅੰਕੜੇ ਦਿੱਤੇ, ਖਾਸ ਕਰਕੇ ਪੱਛਮੀ ਬੰਗਾਲ ਨਾਲ ਸੰਬੰਧਿਤ ਵੀ ਜਿੱਥੇ BSF ਕੋਲ ਅਧਿਕਾਰ ਹੈਗੇ ਆ ਤੇ ਉਹਨੇ ਹੁਣ ਤੱਕ ਕੀ ਕੁਛ ਕੀਤਾ, ਤੇ ਜਮਾ ਕਹਿੰਦੇ ਇਨ ਬਿਨ ਇਹਨਾਂ ਨੇ ਪੰਜਾਬ 'ਚ ਕਰਨਾ, ਇਸ ਕਰਕੇ ਅੱਧਾ ਪੰਜਾਬ ਐ ਲੀਕ ਨਾ ਕੱਟ ਕੇ ਤੇ ਰਾਸ਼ਟਰਪਤੀ ਰਾਜ ਲਾ ਕੇ ਬੈਠੇ ਆ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਸਰਬ ਪਾਰਟੀ ਮੀਟਿੰਗ ਜਦੋਂ ਸੱਦੀ ਤੇ ਉਹਦੇ ਵਿੱਚ BJP ਨਹੀਂ ਆਈ। BJP ਵੱਲੋਂ ਮਨੋਰੰਜਨ ਕਾਲੀਆ ਸਾਹਿਬ ਦਾ ਇੱਕ ਬਿਆਨ ਆਇਆ, ਕਿਉਂਕਿ ਸੱਦੀ ਸੀ ਕਿ BSF ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਿਉਂ ਕੀਤਾ। ਕਾਲੀਆ ਸਾਹਿਬ ਕਹਿੰਦੇ ਇੱਕ ਸਰਬ ਪਾਰਟੀ ਮੀਟਿੰਗ ਐ ਕਰੋ, ਨਸ਼ਿਆਂ ਦੇ ਮੁੱਦੇ ਤੇ ਮੜ ਜੇ ਸੱਦਿਓ, ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਉਹਦੇ ਵਿੱਚ ਬੋਲਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਪੰਜਾਬ ਦੇ ਵਿੱਚ ਕਿਹਨਾਂ ਕਰਕੇ ਵਧਿਆ। ਸਰਕਾਰ 'ਚ ਰਹੇ ਨੇ, ਮੰਤਰੀ ਵੀ ਹੁੰਦੇ, ਹੋ ਸਕਦਾ ਦੱਸਣ। ਮੈਂ ਕਹਿੰਦਾ ਸੱਦ ਲੈਣੀ ਚਾਹੀਦੀ, ਕੋਈ ਵੱਡੀ ਗੱਲ ਨਹੀਂ। ਉਹ ਇਸ ਮੀਟਿੰਗ 'ਚ ਆ ਜਾਂਦੇ, ਅਗਲੇ ਉਹ ਦੂਜੀ ਮੀਟਿੰਗ ਸੱਦ ਲੈਂਦੇ ਤਾਂ ਗੱਲ ਹੋ ਜਾਂਦੀ। ਚਲੋ ਉਹ ਪਰੇ ਹੋ ਗਏ। ਅਕਾਲੀ ਦਲ ਵੀ ਆਇਆ, ਆਮ ਆਦਮੀ ਪਾਰਟੀ, ਕਾਂਗਰਸ ਵਾਲੇ, ਬੈਂਸ ਭਰਾ, ਢੀਂਡਸਾ ਸਾਹਿਬ, ਸਾਰੇ ਬੰਦੇ ਆਏ। ਉੱਥੇ ਆਏ ਤੇ ਬਾਅਦ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਚੰਨੀ ਸਾਹਿਬ ਨੇ ਦੱਸਿਆ, ਉਹ ਕਹਿੰਦੇ 2 ਮਤੇ ਪਾਸ ਕੀਤੇ ਆ। ਇੱਕ ਕੀਤਾ ਕਿ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਅਸੀਂ ਉਹ ਮੰਨਦੇ ਨਹੀਂ, ਦੂਸਰਾ ਖੇਤੀਬਾੜੀ ਵਾਲੇ ਕਾਨੂੰਨਾਂ ਨੂੰ ਅਸੀਂ ਮੰਨਦੇ ਨਹੀਂ, ਇਹਨਾਂ ਦਾ ਵਿਰੋਧ ਕਰਾਂਗੇ, ਇਹਨਾਂ ਨੂੰ ਰੱਦ ਕਰਾਂਗੇ। ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਅਸੀਂ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ, ਮਿਲਣ ਦਾ ਸਮਾਂ ਨਹੀਂ ਉਹਨਾਂ ਨੇ ਦਿੱਤਾ, ਤੇ ਜੇ ਨਹੀਂ ਦਿੰਦੇ ਅਸੀਂ ਵਿਧਾਨ ਸਭਾ ਦਾ ਸੈਸ਼ਨ ਸੱਦਾਂਗੇ। ਸਰਬਸੰਮਤੀ ਨਾਲ ਸਾਰਾ ਕੁਝ ਹੋਇਆ। ਨਾਲ ਹੀ ਫਿਰ ਸਿੱਧੂ ਸਾਹਿਬ ਨਾਲ ਦੀ ਕੁਰਸੀ ਤੇ ਬੈਠੇ ਸੀ। ਬੜਾ ਚੰਗਾ ਲੱਗਿਆ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦੇਖ ਕੇ ਕਿ ਮੁੱਖ ਮੰਤਰੀ ਸਾਹਿਬ ਤੇ ਪ੍ਰਧਾਨ ਸਾਹਿਬ ਇਕੱਠੇ ਬੈਠੇ ਆ। ਉਹ ਕਹਿੰਦੇ ਬੜਾ ਸੰਜੀਦਗੀ ਨਾਲ, ਡੂੰਘਾਈ ਨਾਲ ਦੇਖਣ ਵਾਲਾ। ਫਿਰ ਉਹਨਾਂ ਨੇ ਕਹਿਤਾ ਜੀ ਦੇਖੋ ਪੱਛਮੀ ਬੰਗਾਲ 'ਚ BSF ਦੇ ਉੱਤੇ ਇੰਨੇ ਪਰਚੇ ਆ ਹੋਏ, ਇੰਨੇ ਆ ਹੋਏ, ਉਹਨਾਂ ਨੇ ਪੁੱਛਿਆ ਨਹੀਂ, ਗਿੱਛਿਆ ਨਹੀਂ, ਬੰਦੇ ਮਾਰਤੇ, ਕਈ ਕੁਛ ਕਿਹਾ। ਉਹ ਕੁਛ ਪੰਜਾਬ 'ਚ ਹੋਣਾ। ਤੇ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਗੱਲ ਇੱਥੇ ਆਖੀ, ਉਹ ਕਹਿੰਦੇ ਇਹ ਠੰਡੇ ਪੈਣ ਵਾਲਾ ਕੰਮ ਨਹੀਂ ਹੈਗਾ, ਇਹ ਚੁੱਪ ਰਹਿਣ ਵਾਲਾ ਕੰਮ ਨਹੀਂ ਹੈਗਾ, ਇੱਥੇ ਤਕੜੇ ਹੋ ਕੇ ਲੜਾਈ ਲੜਨੀ ਪਊਗੀ। ਸਾਨੂੰ ਦਿੱਲੀ ਵੀ ਜਾਣਾ ਪੈਂਦਾ, ਜਿੱਥੇ ਮਰਜ਼ੀ ਧਰਨਾ ਦੇਣਾ ਪੈਂਦਾ, ਆਪਾਂ ਨੂੰ ਦੇਣਾ ਚਾਹੀਦਾ, ਤੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਜਾਓ।
ਮੈਂ ਵੈਸੇ ਪਹਿਲੀ ਵਾਰ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਸਰ ਕਹਿ ਕੇ ਗੱਲ ਕਰਦੇ ਸੀ, ਚੰਨੀ ਸਾਹਿਬ ਨੂੰ ਨਹੀਂ, ਸਾਰਿਆਂ ਨੂੰ। ਹੁਣ ਇਹ ਠਰਮਾ ਕਿਵੇਂ ਆ ਗਿਆ? ਤੇ ਦੂਸਰੀ ਗੱਲ ਨਾਲ ਦੀ ਨਾਲ ਇਹ ਮੈਨੂੰ ਲੱਗਦਾ ਇੱਕ ਬੰਦੇ ਤੋਂ ਆਇਆ ਹੈਗਾ। ਕਿੱਧਰੋਂ? ਪਿਛਲੇ ਪ੍ਰਧਾਨ ਜੀ ਵੀ ਸਰ ਬਹੁਤ ਕਹਿੰਦੇ ਹੁੰਦੇ। ਹੋ ਸਕਦਾ ਵੀ ਕਿਤੇ ਉੱਧਰ ਹੀ ਫੋਨ ਤੇ ਗੱਲ ਹੋ ਗਈ ਹੋਵੇ ਵੀ ਦੇਖੋ ਗੱਲ ਆ ਪ੍ਰਧਾਨ ਜੀ ਇੱਦਾਂ ਨਾ ਕਰੋ, ਜਦੋਂ ਪ੍ਰਧਾਨ ਜੀ ਬਣ ਜਾਈਏ ਫਿਰ ਪ੍ਰਧਾਨ ਜੀ ਦੇ ਵਿੱਚ ਥੋੜ੍ਹੀ ਜਿਹੀ ਇੱਦਾਂ ਕਰਨਾ ਚਾਹੀਦਾ, ਹਲੀਮੀ ਚਾਹੀਦੀ ਹੈ, ਹਲੀਮੀ ਹੈ ਨਾ। ਹੁਣ ਪਿਛਲੇ ਪ੍ਰਧਾਨ ਜੀ ਦਾ ਨਾਂ ਤੁਹਾਨੂੰ ਪਤਾ, ਐਵੇਂ ਲੈਣ ਦੀ ਲੋੜ ਨਹੀਂ। ਅੱਛਾ, ਅੱਗੇ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਮੈਂ ਕਲੀਅਰ ਕਰਤਾ ਕਿ 15 ਤਰੀਕ ਦੇ ਕਾਨੂੰਨ ਲਾਗੂ ਹੋਇਆ, 25 ਤਰੀਕ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ, 10 ਦਿਨ ਤੁਸੀਂ ਕਰਦੇ ਕੀ ਰਹਿ? ਚਿੱਠੀ ਲਿਖੀ ਹੈ। ਹਾਂ, ਚਿੱਠੀ ਲਿਖੀ ਤਾਂ ਰੰਧਾਵਾ ਸਾਹਿਬ ਨੇ, ਲੈ ਕਮਾਲ ਕਰਦਾ, ਢਾਹ ਕੇ ਲਿਖੀ ਆ। ਉਹ ਕਹਿੰਦੇ ਚਿੱਠੀ ਲਿਖੀ ਹੈ। ਮੈਂ ਪੁੱਛਿਆ ਗ੍ਰਹਿ ਮੰਤਰੀ ਸਾਹਿਬ ਨੂੰ, ਮੈਂ ਕਿਹਾ ਜੀ ਕੀਤਾ ਕੀ? ਕਹਿੰਦੇ ਚਿੱਠੀ ਲਿਖੀ ਹੈ। ਉਹ ਕਹਿੰਦੇ ਰੰਧਾਵਾ ਸਾਹਿਬ ਕਦੋਂ ਲਿਖੀ? 21 ਨੂੰ। ਸਦਕੇ ਕਹਿੰਦੇ ਹੈ 15 ਦਾ ਐਲਾਨ ਹੋਇਆ ਤੇ 21 ਨੂੰ ਤੁਸੀਂ ਚਿੱਠੀ ਲਿਖਣੇ, 16 ਨੂੰ ਨਹੀਂ ਲਿਖੀ, ਨਾ 17 ਨਾ 18 ਨਾ 19 ਨਾ 20। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਭਗਵੰਤ ਮਾਨ ਹੋਰਾਂ ਨੇ ਕਈ ਕੁਝ ਕਿਹਾ। ਉਹ ਕਹਿੰਦੇ ਚੰਨੀ ਸਾਹਿਬ ਪਤਾ ਨਹੀਂ ਫਿਰ ਤੁਹਾਡੇ ਤੋਂ ਉੱਥੇ ਕਹਿ ਹੋ ਗਿਆ ਹੋਣਾ ਕਰਦੇ ਹੋ, ਜਾਂ ਫਿਰ ਤੁਹਾਡੇ ਤੋਂ ਕਹਾ ਲਿਆ ਹੋਣਾ, ਗੱਲ ਕੀ ਹੋਈ ਦੱਸ ਦਿਓ। ਉਹਨਾਂ ਨੇ ਕੈਪਟਨ ਸਾਹਿਬ ਦੇ 4.5 ਸਾਲ ਵੀ ਉਹਦੇ ਉਹਨਾਂ ਨੇ ਚੰਨੀ ਸਾਹਿਬ ਦੀ ਸਰਕਾਰ ਵੀ ਘੇਰ ਲਈ। ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਇਹ ਕਹਿ ਦਿੱਤਾ ਕਿ ਭਾਈ ਇਹ ਪੰਜਾਬ ਨੂੰ ਵੇਚਣ ਲੱਗੇ ਹੋ, ਅਸੀਂ ਵਿਕਣ ਨਹੀਂ ਦੇਣਾ, ਪੰਜਾਬੀਓ ਤੁਸੀਂ ਇਕੱਠੇ ਹੋ ਜਾਓ। ਜਾਨੀ ਸਰਬ ਪਾਰਟੀ ਮੀਟਿੰਗ ਚੰਨੀ ਸਾਹਿਬ ਤਾਂ ਕਹਿੰਦੇ ਕਿ ਸਾਰਾ ਕੁਝ ਸਰਬਸੰਮਤੀ ਨਾਲ ਹੋਇਆ, ਪਰ ਜੋ ਕੁਝ ਬਾਅਦ ਵਿੱਚ ਭਗਵੰਤ ਮਾਨ ਹੋਰਾਂ ਨੇ ਕਹਿ ਦਿੱਤਾ ਉਹਦੇ ਤੋਂ ਪੂਰਾ ਨਹੀਂ ਲੱਗਦਾ ਕਿ ਭਾਈ ਸਰਬਸੰਮਤੀ ਨਾਲ ਹੋਇਆ। ਉਹਨਾਂ ਨੇ ਤੇ ਇੱਥੋਂ ਤੱਕ ਵੀ ਕਹਿਤਾ, ਕਹਿੰਦੇ ਮੈਂ ਫਿਰ ਉੱਥੇ ਚੰਦੂਮਾਰਾ ਸਾਹਿਬ ਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਸੀਗੇ, ਉਹਨਾਂ ਨਾਲ ਹੋਈ ਗੱਲ। ਉਹਨੇ ਕਿਹਾ ਭਾਈ 2012 ਦੇ ਵਿੱਚ ਜਦੋਂ ਚਿਦੰਬਰਮ ਸਾਹਿਬ ਨੇ ਇਦਾਂ ਦਾ ਮਸਲਾ ਲਿਆਂਦਾ ਸੀ, ਤੁਹਾਡੀ ਪਾਰਟੀ ਨੂੰ ਕਹਿੰਦੇ 5 ਵਾਰੀ ਰਿਮਾਈਂਡਰ ਗਏ, ਪਰ ਕੋਈ ਵਿਰੋਧ ਬਰਾਤਾ ਕੀਤਾ ਨਹੀਂ। ਨਹੀਂ, ਉਹਨਾਂ ਨੇ ਸਟੇਟ ਦਾ ਨਾਮ ਹੀ ਲਿਆ। ਉਹ ਕਹਿੰਦੇ ਵੀ ਕੱਲਾ ਸਿੱਕਮ ਸੀ ਜਿਨ੍ਹਾਂ ਨੇ ਕਿਹਾ ਵੀ ਇਦਾਂ ਨਾ ਕਰਿਓ ਜੀ। ਤੁਹਾਨੂੰ ਚਿੱਠੀ ਆਉਂਦੀ, ਤੁਸੀਂ ਅੱਗੋਂ ਕੁਝ ਵੀ ਨਹੀਂ ਦੱਸਿਆ। ਹੁਣ ਗੱਲ ਇਹ ਆ ਵੀ ਵੈਸੇ ਇੱਕ ਗੱਲ ਹੈਗੀ, ਮੈਨੂੰ ਲੱਗਦਾ ਭਗਵੰਤ ਮਾਨ ਹੁਣੇ ਜਿਹੜੇ ਇੰਨੇ ਦਿਨਾਂ ਦੇ ਚੁੱਪ ਰਹੇ ਤੇ ਅਖੀਰ ਜਦੋਂ ਤਿਆਰੀ ਜੀ ਕਰਕੇ ਆਏ, ਉਹਦੇ ਚ ਵੈਸੇ ਇੱਕ ਗੱਲ ਹੈਗੀ ਵੀ ਉਹ ਬੰਦੇ ਨੂੰ ਜ਼ਿਆਦਾ ਉਹ ਦੂਜਾ ਗੁੱਸਾ ਵੀ ਸੀਗਾ ਵੀ 17 ਤੇ ਤੁਸੀਂ ਰਲ ਮਿਲ ਕੇ ਸਾਨੂੰ ਇਦਾਂ ਕੀਤਾ ਤੇ ਅੱਜ ਤੁਸੀਂ ਕਹਿੰਦੇ ਸਰਬ ਪਾਰਟੀ ਮੀਟਿੰਗ ਇਹ ਤੁਹਾਡੇ ਨਾਲ ਰਲ ਜੀ, ਅਸੀਂ ਵੀ ਨਹੀਂ ਰਲਦੇ। ਗੱਲ ਠੀਕ ਆ ਵੀ 12 ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋਇਆ ਉਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ। ਉਹ ਕਰਨਾ ਚਾਹੁੰਦੇ ਸੀ, ਤੁਸੀਂ ਵਿਰੋਧ ਨਹੀਂ ਕੀਤਾ। ਹੁਣ ਜੇ ਬੀਜੇਪੀ ਦੀ ਸਰਕਾਰ ਆ ਤੇ ਹੁਣ ਕਾਂਗਰਸ ਕਹਿੰਦੀ ਅਸੀਂ ਵਿਰੋਧ ਕਰਨਾ, ਕਾਹਦਾ ਵੀ ਵਿਰੋਧ, ਜਿਆਦਾ ਤੁਸੀਂ ਪਹਿਲਾਂ ਕਰਦੇ ਜੀ। ਇੱਥੇ ਪਹਿਲੀ ਵਾਰ ਮੈਂ ਇੱਕ ਗੱਲ ਦੇਖੀ, ਭਗਵੰਤ ਮਾਨ ਨੇ ਕਿਹਾ ਕਾਂਗਰਸੀ ਉਹ ਮੇਰਾ ਸਾਥ ਦਿਓ, ਉਹ ਬੰਦੇ ਨੂੰ ਸਾਥ ਮੰਗਿਆ। ਜਾਨੀ ਕੱਲ ਨੂੰ ਕੋਈ ਇਦਾਂ ਦਾ ਟਾਈਟਲ ਦੇ ਕੇ ਖਬਰ ਨਾ, ਭਗਵੰਤ ਮਾਨ ਨੇ ਮੰਗਿਆ ਕਾਂਗਰਸ ਦਾ ਸਾਥ, ਪਰ ਉਹ ਕਹਿੰਦਾ ਮੈਂ ਅੱਜ ਤੁਹਾਨੂੰ ਕਹਿ ਦਿੰਦਾ, ਦੱਖਣ ਭਾਰਤ ਦੇ ਸੂਬਿਆਂ ਵਾਲੇ ਸਾਰੇ ਐਮਪੀ ਇਕੱਠੇ ਹੋ ਜਾਂਦੇ ਆਪਣੇ ਸੂਬੇ ਦੀ ਡਿਮਾਂਡ ਲਈ, ਪਾਰਟੀ ਭਾਵੇਂ ਕੋਈ ਵੀ ਹੋਵੇ, ਤੁਸੀਂ ਇਕੱਠੇ ਨਹੀਂ ਹੁੰਦੇ, ਤੁਸੀਂ ਬਾਈਕਾਟ ਕਰ ਜਾਂਦੇ। ਉਹਨੇ ਤਰੀਕਾ ਦੱਸਿਆ, ਉਹ ਕਹਿੰਦੇ ਜੇ ਇਹਨੂੰ ਰੋਕਣਾ ਹੈ ਤਾਂ ਰਾਜ ਸਭਾ 'ਚ ਕਾਂਗਰਸ ਦੇ ਕੋਲੇ ਐਮਪੀ ਬਹੁਤ ਨੇ, ਸਾਡੀ ਪਾਰਟੀ ਕੋ ਵੀ ਹੈਗੇ ਆ, ਤ੍ਰਿਣਮੂਲ ਕਾਂਗਰਸ ਵਾਲੇ ਵੀ ਨਾਲ ਰਲ ਜਾਣਗੇ। ਉਹ ਤ੍ਰਿਣਮੂਲ ਕਾਂਗਰਸ ਵਾਲਿਆਂ ਨੂੰ ਪਤਾ ਹੈ ਕਿ ਭਾਈ ਸਾਡੇ ਲਈ ਵੀ ਘਾਤਕ ਹੈ, ਇਸ ਕਰਕੇ ਤੁਸੀਂ ਉਸ ਦਿਨ ਬਾਈਕਾਟ ਨਾ ਕਰ ਜਿਓ, ਤੁਸੀਂ ਉਸ ਦਿਨ ਛੁੱਟੀ ਤੇ ਨਾ ਰਿਓ, ਤੁਸੀਂ ਪਹਿਲਾਂ ਅੱਧੇ ਕੁ ਬੰਦੇ ਆਉਣੇ ਹੁੰਦੇ, ਅੱਧੇ ਕੁ ਨਹੀਂ। ਜਦੋਂ ਲੋਕ ਸਭਾ 'ਚ ਵੀ ਮੁੱਦਾ ਚੁੱਕਿਆ ਤੇ ਨਾਲ ਖੜੇ ਹੋ, ਇਹ ਨਾ ਦੇਖਿਓ ਕਿ ਭਾਈ ਭਗਵੰਤ ਮਾਨ ਨੇ ਮੁੱਦਾ ਚੁੱਕਿਆ ਕਾਂਗਰਸੀ ਉਹ ਮੇਰਾ ਸਾਥ ਦਿਓ। ਹੁਣ ਉਹੀ ਗੱਲ ਕੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ, ਕਿਉਂਕਿ ਢੀਂਡਸਾ ਸਾਹਿਬ ਦੀ ਅੱਡ ਪਾਰਟੀ ਹੈ, ਉਹ ਰਾਜ ਸਭਾ ਦੇ ਮੈਂਬਰ ਨੇ, ਅਕਾਲੀਆਂ ਕੋ ਲੋਕ ਸਭਾ ਰਾਜ ਸਭਾ 'ਚ ਦੋਨੇ ਹੀ ਹੈਗੇ, ਕਾਂਗਰਸੀਆਂ ਕੋ ਵੀ ਹੈਗੇ ਆ। ਇਧਰਲੇ ਪਾਸੇ ਬੈਂਸ ਭਰਾਵਾਂ ਦੇ ਕੋਲੇ 2 ਐਮਐਲਏ ਹੈਗੇ ਆ, ਆਮ ਆਦਮੀ ਪਾਰਟੀ ਕੋ ਭਗਵੰਤ ਮਾਨ ਤੇ 3 ਰਾਜ ਸਭਾ ਦੇ ਮੈਂਬਰ ਬਾਹਰੋਂ ਹੈਗੇ ਆ। ਹੁਣ ਜੇ ਤਾਂ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਲਈ ਕੰਮ ਕਰਦੇ ਕਿ ਭਾਈ ਅਸੀਂ ਬੀਐਸਐਫ ਵਾਲਾ ਕੰਮ ਜਿਹੜਾ ਹੋਣ ਨਹੀਂ ਦੇਣਾ, ਫੇਰ ਤਾਂ ਕਿਤੇ ਨਾ ਕਿਤੇ ਉਹ ਦਰਜ ਹੋਊਗਾ। ਹਾਂ, ਜੇ ਲਖੀਮਪੁਰ ਖੀਰੀ ਵਾਂਗੂ ਅਕਾਲੀਆਂ ਨੇ ਅੱਡ ਜਾਣਾ ਹੈ, ਆਪ ਨੇ ਅੱਡ ਜਾਣਾ ਹੈ, ਬੈਂਸ ਭਰਾਵਾਂ ਨੇ ਅੱਡ ਜਾਣਾ ਹੈ, ਕਾਂਗਰਸੀਆਂ ਨੇ ਅੱਡ ਜਾਣਾ, ਤੇ ਕਾਂਗਰਸੀਆਂ ਦੇ ਵਿੱਚ ਵੀ ਪਤਾ ਨਹੀਂ ਕਿਹਨੇ ਅੱਡ ਜਾਣਾ, ਫਿਰ ਤਾਂ ਭਾਈ ਕੰਮ ਹੋਇਆ। ਲਓ ਵੈਸੇ ਮੈਨੂੰ ਸਮਝ ਨਹੀਂ ਆਈ ਵੀ ਮਾਨ ਸਾਹਿਬ ਇਹਨਾਂ ਭੋਲੀ ਜੀ ਗੱਲ ਕਰ ਦਿੰਦੇ ਆ। ਉਹ ਉਦਾਹਰਨ ਦਿੰਦੇ ਦੱਖਣ ਭਾਰਤ ਦੀ। ਹੁਣ ਮੈਨੂੰ ਇਹ ਪਤਾ ਦੱਖਣ ਭਾਰਤ ਦੀਆਂ ਭਾਸ਼ਾਵਾਂ ਦੇ ਵਿੱਚ ਫੁੱਫੜ ਨੂੰ ਕੀ ਕਹਿੰਦੇ ਆ, ਉਧਰ ਵੀ ਤੇ ਪ੍ਰਾਣੀ ਇਹ ਹੁੰਦਾ ਹੀ ਹੋਊਗਾ ਜਿਹੜਾ ਆਪਣੇ ਪੰਜਾਬ 'ਚ ਪਾਇਆ ਜਾਂਦਾ। ਹੁਣ ਮੁਸ਼ਕਿਲ ਇਹ ਹੈ ਵੀ ਹੁਣ ਬਰਾਤ ਦੀ ਗੱਲ ਹੋਵੇ ਨਾ, ਤੇ ਸਭ ਤੋਂ ਪਹਿਲਾ ਕਾਰਡ ਜਿਹੜਾ ਉਹਨੇ ਫੁੱਫੜ ਨੂੰ ਸੁਨੇਹਾ ਦਿਆ, ਉਹ ਯਾਰ ਮੁੜ ਕੇ ਐਵੇਂ ਰੁੱਸ ਜਾਂਦਾ ਹੁੰਦਾ। ਫੁੱਫੜ ਨੂੰ ਪੁੱਛ ਕੇ ਫੰਕਸ਼ਨ ਰੱਖਣਾ, ਫੁੱਫੜ ਨੂੰ ਪੁੱਛ ਕੇ ਤਰੀਕ ਤੈਅ ਕਰਨੀ, ਉਹ ਤੋਂ ਬਾਅਦ ਉਹ ਵੀ ਤੇ ਤਰੀਕਾ ਦੇ ਪਰਿਵਾਰ ਦਾ ਇਹ ਹੁੰਦਾ ਨਾ, ਫੁੱਫੜ ਨਾ ਰੁੱਸ ਜੇ, ਫੁੱਫੜ ਵਿਆਹ 'ਚ ਸਾਥ ਦੇਵੇ। ਡਿਮਾਂਡ ਤੇ ਮਾਨ ਸਾਹਿਬ ਦੀ ਵੀ ਕੁੱਲ ਮਿਲਾ ਕੇ ਇਦਾਂ ਜਿਹੀ ਆ ਨਾ ਵੀ ਯਾਰ ਸਾਥ ਦਿਓ। ਹੁਣ ਮੁਸ਼ਕਿਲ ਇਹ ਆ ਵੀ ਇੱਥੇ ਕੋਈ ਸਗਾ ਫੁੱਫੜ ਹੈ ਨਹੀਂ ਕਿਸੇ ਦਾ ਜੀ। ਇੱਥੇ ਹਰੇਕ ਨੂੰ ਇਹ ਹੁੰਦਾ ਵੀ ਜਿੰਨੇ ਸੋਮੋ ਦੀ ਅਗਲੀ ਕੁਰਸੀ ਤੇ ਬਹਿਣਾ ਉਹ ਫੁੱਫੜਿਆ। ਹੁਣ ਜੇ ਮਾਨ ਸਾਹਿਬ ਇਹ ਕਹਿਣ ਵੀ ਮੈਂ ਫਿਰ ਅਗਲੀ ਚੇਅਰ ਤੇ ਬਹਿ ਗਿਆ ਅਗਲੀ ਕੁਰਸੀ ਤੇ ਫਿਰ ਤੁਸੀਂ ਸੋਮੋ ਫਿਰ ਮਗਰ ਬਹਿ ਜਿਓ, ਅਗਲਾ ਬੰਦਾ ਫਿਰ ਨਾਲ ਹੀ ਥੋੜਾ ਪੱਗ ਜੀ ਖਿੱਚ ਕੇ ਕੰਨ ਤੇ ਫੋਨ ਲਾ ਕੇ ਪਰਾਂ ਚੱਲੇ ਆ, ਕਹਿੰਦੇ ਇੱਥੇ ਕਿਉਂ ਚਲੇ ਗਏ? ਹਾਂ, ਉਹ ਫੁੱਫੜ ਵਾਲੀ ਕੁਰਸੀ ਤੇ ਉਹ ਬਹਿ ਗਿਆ ਤੇ ਅਸੀਂ ਹੁਣ ਇੱਥੇ ਥੋੜਾ ਬਵਾਂਗੇ, ਆਹ ਮਗਰਲੀ ਸੋਮੋ 'ਚ ਅਸੀਂ ਵੀ ਨਵੀਂ ਫੁੱਫੜ ਵਾਲੀ ਕੁਰਸੀ ਤੇ ਬਵਾਂਗੇ। ਨਹੀਂ ਤਾਂ ਏਦਾਂ ਬਾਜਵਾ ਹੁੰਦਾ, ਬਲਵੀਰ ਕੋਲੇ ਲਿਆ ਜਾਬੀ ਆ ਕੇ ਝੋਲਾ ਆਪਣਾ ਚਲੀਏ ਫਿਰ ਬਹੁਤ ਆ।
ਇਹ ਨਾ ਇਹੋ ਕੋਈ ਕਰਨਾ ਸੱਦ ਕੇ ਸਿਰ 'ਚ ਖੇ ਪਾਉਣੇ ਵੀ ਅਸੀਂ ਇਹੋ ਜਿਹੇ ਵਿਆਹ ਖਣੋ ਵੈਸੇ ਇਦਾਂ ਕਿਹੜਾ ਨਵਾਂ ਕੰਮ ਆ ਇਹਨਾਂ ਦਾ, ਕਿਹੜਾ ਪਹਿਲੀ ਵਾਰੀ ਕੀਤਾ। ਜਿੰਨੀ ਕੁ ਅਕਲ ਆ ਉਨਾ ਕੁ ਕੰਮ ਕਰਨਾ ਹੀ, ਥਾਂ ਸਿਰ ਰੱਖਦੇ ਨਹੀਂ ਗੇ। ਹੁਣ ਚੱਕਰ ਇਹ ਆ ਵੀ ਇਹ ਤੇ ਗੱਲ ਕਲੀਅਰ ਹੈ ਵੀ ਮਾਨ ਸਾਹਿਬ ਨੇ ਇੱਥੇ ਚੱਲ ਕਹਿਣੀ ਸੀ ਕਹਿਤੀ, ਉੱਥੇ ਕਿਸੇ ਨੇ ਰਲ ਅਜੇ ਤੱਕ ਮੇਰਾ ਖਿਆਲ ਸਾਲ ਹੋ ਗਏ ਉੱਥੇ ਦਿੱਲੀ ਕਿਸਾਨ ਬੈਠੇ ਸੀ ਜੀ, ਉਸ ਮੁੱਦੇ ਤੇ ਨਹੀਂ ਇਕੱਠੇ ਹੋਏ ਜਿਹੜਾ ਘਰ ਘਰ ਦਾ ਮੁੱਦਾ ਹੈ, ਜੇ ਤੇ ਲੋਕ ਵੀ ਸੜਕਾਂ ਤੇ ਤੁਰੇ ਫਿਰਦੇ ਆ, ਤੇ ਆਹ ਮੁੱਦਾ ਜਿਹੜਾ ਜਿਹਦੇ ਨਾਲ ਲੋਕਾਂ ਨੂੰ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ, ਉਸ ਮੁੱਦੇ ਤੇ ਲੀਡਰ ਇਕੱਠੇ ਹੋਣ ਮੈਨੂੰ ਸ਼ੱਕ ਆ ਭਾਈ। ਨਹੀਂ ਸ਼ੱਕ ਮੈਨੂੰ ਵੀ ਹੈਗੀ ਆ, ਕਿਉਂਕਿ ਤੁਹਾਡੇ ਲੀਡਰ ਨੇ ਸ਼ੱਕ ਤਾਂ ਸਾਨੂੰ ਤਾਂ ਹੋਣੀ ਹੈ, ਜੇ ਤੁਹਾਨੂੰ ਵੀ ਸ਼ੱਕ ਆ ਫਿਰ ਸੱਚੀ ਸ਼ੱਕ ਲੱਗਦੀ ਹੈ। ਸੰਧਾਰੀਆ ਸਾਹਿਬ ਮੈਂ ਸੋਚਦਾ ਸੀ ਕਿ ਕਿੱਥੇ ਨੂੰ ਜਾਊਗਾ। ਇੱਕ ਸਾਡੇ ਕੋਲੇ ਪੰਜਾਬ ਦੇ ਪਾਣੀਆਂ ਦਾ ਮੁੱਦਾ, ਜੇ ਸਾਡੇ ਹੱਕ ਤੇ ਡਾਕਾ ਮਾਰਿਆ ਅਗਲੇ ਮਾਰ ਲਿਆ, ਤੁਸੀਂ ਹਰ ਵਾਰੀ ਕਹਿੰਦੇ ਹੋ ਪਰ ਵਾਪਸ ਥੋੜੀ ਹੋਇਆ। ਆ ਜੀ ਹੁਣ ਟੈਕਸ ਵਾਲੇ ਮੁੱਦੇ ਤੇ ਕੇਂਦਰ ਸਾਡਾ ਹਿੱਸਾ ਨਹੀਂ ਦਿੰਦਾ, ਅਗਲੇ ਨਹੀਂ ਦਿੰਦੇ। ਤੁਸੀਂ ਕਹਿੰਦੇ ਹੋ ਨਾ, ਤੁਸੀਂ ਨੇਪਰੇ ਨਹੀਂ ਝਾੜਦੇ। ਆ ਪੰਜਾਬੀ ਬੋਲਦੇ ਇਲਾਕੇ ਲੈ ਗਏ ਬਈ, ਤੁਸੀਂ ਹਰ ਵਾਰੀ ਕਹਿੰਦੇ ਹੋ ਸਿਰ ਮੱਥੇ ਤੁਹਾਡਾ ਕਹਿਣਾ, ਪਰ ਤੁਸੀਂ ਵਾਪਸ ਤਾਂ ਨਹੀਂ ਲਿਆਂਦੇ। ਆ ਦੇਖੋ ਜੀ ਖੇਤੀ ਕਾਨੂੰਨਾਂ ਦਾ ਹੀ ਸਿਆਸਤਦਾਨ ਵਿਰੋਧ ਕਰਦੇ ਆ, ਕਰੀ ਜਾਓ ਭਾਈ, ਅਗਲੇ ਨੇ ਵਾਪਸ ਤਾਂ ਨਹੀਂ ਦਿੱਤੇ, ਕਿਉਂਕਿ ਤੁਸੀਂ ਦਿਖਾਉਣ ਨੂੰ ਵਿਰੋਧ ਕਰਦੇ ਹੋ। ਉਹਦੇ ਤੋਂ ਬਾਅਦ ਤੁਹਾਨੂੰ ਯਾਦ ਆਉਣਾ ਆ ਚੰਡੀਗੜ੍ਹ ਸਾਡਾ ਜੀ ਪੰਜਾਬ ਦੇ ਪਿੰਡਾਂ ਨੂੰ ਯਾਰ ਗਿਆ ਲੈ ਕੇ ਰਹਿਣਾ ਕਹਿ ਕੇ ਘਰੇ ਬਹਿ ਜਾਂਦੇ ਆ, ਅਗਲੇ ਕਹਿੰਦੇ ਲੈ ਲਿਓ ਜਿੱਥੋਂ ਲੈਣਾ। ਚੰਡੀਗੜ੍ਹ ਪੰਜਾਬ ਦਾ ਛੱਡ ਕੇ ਕਿਸੇ ਦਾ ਵੀ ਨਹੀਂ ਰਹਿਣ ਦਿੱਤਾ ਉਹਨਾਂ ਨੇ। ਹੁਣ ਤੁਸੀਂ ਦੇਖੋ ਕਿ ਕਿਤੇ ਇਹ ਨਾ ਹੋਵੇ ਕਿ ਆਹ ਮੁੱਦਾ ਵੀ ਜਿੱਦਾਂ ਪੁਰਾਣਾ ਇਹੀ ਨਹੀਂ ਦਿੰਦੇ, ਇਹ ਗਲਤ ਹੈ, ਹੱਕ ਤੇ ਡਾਕਾ ਕਹਿ ਕੇ ਜਦੋਂ ਘਰ ਨੂੰ ਆ ਜਾਣਾ, ਜੇ ਇਹਦੇ ਵਿੱਚ ਵੀ ਆ ਗਏ ਫਿਰ ਤਾਂ ਹੀ ਲੱਗਦਾ ਕਿ ਕਿਸਾਨ ਜਦੋਂ ਕਹਿੰਦੇ ਯਾਰ ਤੁਸੀਂ ਘਰੇ ਰਹੋ, ਸਾਨੂੰ ਆਪਣੀ ਲੜਾਈ ਆਪ ਲੜ ਲੈਣ ਦਿਓ, ਫਿਰ ਠੀਕ ਹੀ ਕਹਿੰਦੇ ਹੋਣੇ ਆ। ਗੱਲ ਤੇ ਇਦਾਂ ਦੀ ਜਾਪਦੀ ਹੈ, ਪਰ ਚਲੋ ਕੁੱਲ ਮਿਲਾ ਕੇ ਇੱਕ ਗੱਲ ਤੇ ਪੱਕੀ ਹੋ ਗਈ ਨਾ ਵੀ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਆਪਣੀ ਕੇਂਦਰ ਵਾਲੀ ਪਾਰਟੀ ਦੇ ਨਾਲ ਖੜੀ ਹੈ। ਉਹਨਾਂ ਨੇ ਵੀ ਕੁੱਲ ਮਿਲਾ ਕੇ ਉਹਨਾਂ ਦੇ ਇੱਕ ਜਨਰਲ ਸਕੱਤਰ ਸਾਹਿਬ ਉਹਨਾਂ ਨੇ ਵੀ ਗੱਲ ਕਲੀਅਰ ਕੀਤੀ। ਉਹ ਕਹਿੰਦੇ ਵੀ ਇਦਾਂ ਦੀ ਗੱਲ ਕੋਈ ਨਹੀਂ ਗੀ, ਰਾਸ਼ਟਰਵਾਦ ਦਾ ਮੁੱਦਾ ਹੈ, ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈ, ਉਹਦੇ ਤੇ ਸਰਬ ਪਾਰਟੀ ਮੀਟਿੰਗਾਂ ਸੱਦ ਕੇ ਸਿਆਸਤ ਕਰਦੇ ਆ, ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ। ਪਰ ਚਲੋ ਹੋ ਸਕਦਾ ਉਹਨਾਂ ਦੀ ਕੋਈ ਵੱਖਰੀ ਕੰਨ 'ਚ ਫੂਕ ਮਾਰੀ ਹੋਵੇ, ਪਰ ਜੋ ਕੁਝ ਵੀ ਇਸ ਵਕਤ ਚੱਲ ਰਿਹਾ ਹੈ ਇਹ ਸਾਰੇ ਕੁਝ ਦੇ ਵਿੱਚ ਇੱਕ ਗੱਲ ਤੇ ਕਲੀਅਰ ਹੈ ਵੀ ਹਰੇਕ ਬੰਦਾ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਤੇ ਲੱਭ ਕਿਸ ਨੂੰ ਰਹੀ ਨਹੀਂ। ਨਹੀਂ ਲੱਭ ਨਹੀਂ, ਕਿਉਂਕਿ ਜ਼ਮੀਨ ਪੈਰਾਂ ਥੱਲੇ ਹੈ ਹੀ ਨਹੀਂ, ਹਵਾ 'ਚ ਹੀ ਉੜੇ ਫਿਰਦੇ ਆ। ਹੁਣ ਸੰਧਾਲੀਆ ਸਭ ਤੁਸੀਂ ਦੇਖੋ ਫੋਟੋਆਂ ਲੱਭੀਆਂ ਉਧਰ ਕੈਪਟਨ ਸਾਹਿਬ ਨੇ ਪੁਰਾਣੀਆਂ, ਉਹਨਾਂ ਦਾ ਤਾਂ ਦੇਖੋ ਵੀ ਕਮਾਲ ਕੈਸੀਆਂ ਫੋਟੋਆਂ ਹੈ। ਕਿਸ ਵੇਲੇ ਆਉਂਦੇ ਨਾ ਵੀ ਯਾਰ ਉਹ ਜਿੱਦਾਂ ਆਪਾਂ ਫਿਰ ਵਿਆਹ ਦੀ ਉਦਾਹਰਨ ਦੇ ਲਓ, ਵਿਆਹ ਵਾਲੀ ਮੇਰੇ ਖਿਆਲ ਪੁਰਾਣੀਆਂ ਵਿਆਹ ਦੀਆਂ ਫੋਟੋਆਂ ਮੈਨੂੰ ਨਹੀਂ ਲੱਗਦਾ 2 ਸਾਲ ਬਾਅਦ ਕੋਈ ਵੇਂਦਾ ਹੋਵੇ ਉਹਨਾਂ ਨੂੰ। ਪਰ ਦੇਖੋ ਜੇ ਫੋਟੋ ਵਾਕਿਆ ਕਿਤੇ ਫੋਟੋ ਟਿਕਾਣੇ ਵਾਲੀ ਹੋਵੇ ਤੇ ਕਿੱਥੇ ਜਾ ਕੇ ਕੰਮ ਦਿੰਦੀ। ਨਹੀਂ ਪਹਿਲਾਂ 20 ਸਾਲ ਪਹਿਲਾਂ ਤੱਕ ਫੋਟੋ ਖਿੱਚਦੇ ਹੁੰਦੇ ਵਿਆਹ 'ਚ, 25-30 ਸਾਲ ਪਹਿਲਾਂ ਤੱਕ ਵੀ ਲੋੜ ਨਹੀਂ ਸੀ ਪੈਂਦੀ। ਫਿਰ ਜਦੋਂ ਲੋਕ ਬਾਹਰ ਆਉਣ ਲੱਗੇ ਉਦੋਂ ਕਹਿੰਦੇ ਯਾਰ ਉਹ ਰਜਿਸਟਰਡ ਕਰਾਉਣੀ ਪੈਣੀ, ਫੋਟੋ ਲੱਭੋ, ਫੋਟੋ ਇਦਾਂ ਹੀ ਲੋੜ ਪੈ ਜਾਂਦੀ ਕਿ ਉਹ ਮੰਨਦੇ ਨਹੀਂ ਵੀ ਇਹ ਤੁਹਾਡਾ ਵਿਆਹ ਹੋਇਆ। ਉਹ ਮੰਨਦੇ ਨਹੀਂ ਹੈ। ਫਿਰ ਉਹਨਾਂ ਨੂੰ ਦਿਖਾਇਆ ਜਾ ਕੇ ਦੇਖੋ ਫੁੱਫੜ ਵੀ ਖੜਾ ਮਹਿੰਗਾ ਸੂ ਪਿੱਛੇ ਹੈ, ਇਧਰਲੇ ਪਾਸੇ ਮਾਸੜ ਵੀ ਖੜਾ ਤਾਰਾ ਚੰਦ। ਹੁਣ ਸਾਰੀ ਪ੍ਰਕਿਰਿਆ ਦੇ ਵਿੱਚ ਪਹਿਲੀ ਗੱਲ ਕਿ ਜਦੋਂ ਇੱਕ ਦੂਜੇ ਤੇ ਬਹੁਤ ਦੋਸ਼ ਲੱਗ ਗਿਆ, ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਬੋਲੇ, ਨਾਂ ਨਹੀਂ ਲਿਆ, ਕਹਿੰਦੇ ਮੁੱਦਿਆਂ ਤੇ ਲਿਆਵਾਂਗਾ ਵਾਪਸ ਪੰਜਾਬ ਦੀ ਸਿਆਸਤ, ਤੁਸੀਂ ਨਿੱਜੀ ਤੌਰ ਤੇ ਜੋ ਕੁਝ ਕਰਦੇ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ, ਮੁੱਦੇ ਹੋਣੇ ਚਾਹੀਦੇ। ਬੀਬੀ ਸਿੱਧੂ ਕਹਿੰਦੇ ਸੀ ਕਿ ਭਾਈ ਮੈਂ ਆਪਣਾ ਬੰਦਾ ਉਧਰਲੇ ਪਾਸੇ ਜਾਣ ਨਹੀਂ ਦਿੱਤਾ, ਮੈਂ ਨਹੀਂ ਰੂਸਾ ਆਲਮ ਦੇ ਕੋਲੇ ਜਾਣ ਦਿੱਤਾ। ਇਸੇ ਕਰਕੇ ਕੈਪਟਨ ਸਾਹਿਬ ਸਾਡੇ ਨਾਲ ਗੁੱਸੇ ਸੀ। ਵੈਸੇ ਮੈਂ ਇਸ ਗੱਲੋਂ ਹੈਰਾਨ ਸੀ ਕਿ ਆਮ ਤੌਰ ਤੇ ਉੱਤੇ ਹੁੰਦਾ ਕਿ ਕੋਈ ਬੰਦਾ ਨੇੜੇ ਆ ਤਾਂ ਗੁੱਸੇ ਹੁੰਦੇ ਨਹੀਂ ਵੈਸੇ ਗੱਲ ਆ ਵੀ ਇਹ ਜਾਂਦੇ ਆਉਂਦੇ ਤਾਂ ਕਰਕੇ ਗੁੱਸੇ ਹੋ ਗਏ ਨਾ, ਵੀ ਉਹ ਤਾਂ ਜਾਂਦੇ ਨਹੀਂ, ਉਹ ਖੁਸ਼ ਹੋਣਾ ਚਾਹੀਦਾ। ਚਲੋ ਕੋਈ ਗੱਲ ਨਹੀਂ। ਹੁਣ ਬੀਬੀ ਸਿੱਧੂ ਕੁਛ ਹੋਰ ਕਹਿੰਦੇ, ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਨਹੀਂ ਭਾਈ ਇਦਾਂ ਨਹੀਂ, ਅਸੀਂ ਤਾਂ ਪੰਜਾਬ ਦੇ ਮੁੱਦਿਆਂ ਤੇ ਘੜੀਸ ਕੇ ਲਿਆਉਣਾ ਮਸਲਾ। ਉਧਰੋਂ ਕਹਿੰਦੇ ਜੀ ਬੀਬੀ ਰੂਸਾ ਆਲਮ ਨੂੰ ਕਿਸੇ ਪੱਤਰਕਾਰ ਨੇ ਫੋਨ ਲਾ ਲਿਆ, ਉਹ ਕਹਿੰਦੇ ਇੱਕ ਔਰਤ ਦੇ ਨਾਂ ਦੇ ਉੱਤੇ ਸਿਆਸਤ ਕਰੀ ਜਾਂਦੇ। ਬਾਕੀ ਇਸੇ ਕਰਕੇ ਮੈਂ ਕਹਿੰਦੀ ਹੁੰਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਪਰਪੱਕ ਸਿਆਸਤਦਾਨ ਕੋਈ ਨਹੀਂ, ਬਹੁਤ ਵਧੀਆ ਸਿਆਸਤਦਾਨ ਨੇ ਤੇ ਉਹ ਆਪਣੀ ਗੱਲ ਦੇ ਉੱਤੇ ਕਾਇਮ ਰਹਿੰਦੇ ਤੇ ਮਜ਼ਬੂਤੀ ਨਾਲ ਰੱਖਦੇ ਆ। ਤੇ ਕੈਪਟਨ ਸਾਹਿਬ ਨੇ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਫੋਟੋਆਂ ਤੇ ਸਿਆਸਤ ਕਰਦੇ ਆ, ਫਿਰ ਉਹਨਾਂ ਨੇ ਕਿੰਨੀਆਂ ਫੋਟੋ ਜਾਰੀ ਕੀਤੀਆਂ। ਉਹਨਾਂ ਨੇ ਫਿਰ ਬੀਬੀ ਰੂਸਾ ਆਲਮ ਦੀ ਫੋਟੋ ਜਿਹੜੀ ਦਲੀਪ ਕੁਮਾਰ ਦੇ ਨਾਲ, ਜਸ਼ਵੰਤ ਸਿਨਹਾ ਦੇ ਨਾਲ, ਮੁਲਾਇਮ ਸਿੰਘ ਯਾਦਵ ਦੇ ਨਾਲ, ਅਮਰ ਸਿੰਘ ਹੋਰਾਂ ਦੇ ਨਾਲ, ਬੀਬੀ ਰਜ਼ੀਆ ਸੁਲਤਾਨਾ ਦੇ ਨਾਲ, ਬੀਬੀ ਸੋਨੀਆ ਗਾਂਧੀ ਹੋਰਾਂ ਦੇ ਨਾਲ, ਸ਼ਤਰੂਘਨ ਸਿਨਹਾ ਹੋਰਾਂ ਦੇ ਨਾਲ, ਭਾਰਤੀ ਫੌਜ ਦੇ ਕਈ ਵੱਡੇ ਸਾਬਕਾ ਹੋ ਚੁੱਕੇ ਹੁਣ ਉਹਨਾਂ ਅਧਿਕਾਰੀਆਂ ਦੇ ਨਾਲ। ਜਾਣੀ ਕਿ ਮੈਨੂੰ ਨਹੀਂ ਲੱਗਦਾ ਕੋਈ ਆਸਾ ਪਾਸਾ ਉਹਨਾਂ ਨੇ ਛੱਡਿਆ। ਕਹਿੰਦੇ ਆਹ ਦੇਖੋ ਜੀ, ਜੇ ਤਰਾਜ ਆ ਤਾਂ ਸਾਰੇ ਦੇ ਸਾਰੇ ਬੰਦੇ ISI ਨਾਲ ਜੁੜੇ ਹੋ। ਥੋੜੀਆਂ ਨੇ ਜੇ ਕਹਿੰਦੇ ਉਹ ਕਿੱਥੇ, ਉਹ ਮੇਰੇ ਖਿਆਲ ਜਨਰਲ ਅਰੋੜਾ ਹੋਰਾਂ ਦੇ ਨਾਲ ਵੀ ਫੋਟੋ ਹੈ ਨਾ। ਹੁਣ ਕੁੱਲ ਮਿਲਾ ਕੇ ਜਿੱਦਾਂ ਉਹਨਾਂ ਨੇ ਫੋਟੋਆਂ ਕੱਢੀਆਂ ਉਤੋਂ ਤੇ ਇਹ ਗੱਲ ਲੱਗਦੀ ਵੀ ਉਹਨਾਂ ਨੇ ਵਜੇ ਥੋੜੇ ਜਿਹੇ ਪੰਨੇ ਹੀ ਵੇਖੇ। ਉਹ ਕਹਿੰਦੇ ਵਜੇ ਲੇਟੈਸਟ ਵੀਡੀਓਜ਼ ਦੇ ਉੱਪਰ ਨਹੀਂ ਆਣਾ ਆਪਾਂ, ਪੁਰਾਣੀਆਂ ਫੋਟੋਆਂ ਦੇ ਹਿਸਾਬ ਨਾਲ ਫਲੈਸ਼ਬੈਕ ਚੱਲ ਪਈ ਨਾ ਫਿਲਮ। ਹਾਂ ਜੇ ਪਿੱਛੋਂ ਸ਼ੁਰੂ ਹੋਈ ਹੈ ਫਿਲਮ ਤੇ ਤੁਸੀਂ ਦੱਸੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਕਿਸੇ ਨੂੰ ਤਰਾਜ ਏ, ਇੱਕ ਹੁੰਦਾ ਐਤਰਾਜ਼, ਇੱਕ ਹੁੰਦਾ ਤਰਾਜ, ਦੂਰ ਕਰ ਦਿੰਦੇ ਆ। ਜੇ ਕਿਸੇ ਨੂੰ ਅਜੇ ਵੀ ਤਰਾਜ ਆ ਤੇ ਫਿਰ ਦੂਰ ਕਰ ਦਿੰਦੇ ਸਾਡੇ ਕੋਲ ਢੰਗ ਤਰੀਕੇ ਸਾਰੇ। ਆਪਾਂ 2 ਦਿਨ ਪਹਿਲਾਂ ਗੱਲ ਕੀਤੀ ਸੀ ਭਾਈ, ਲੀਡਰ ਸਵੇਰੇ ਉੱਠ ਕੇ ਪਹਿਲਾਂ
ਸੋਸ਼ਲ ਮੀਡੀਆ ਖਾਸ ਤੌਰ ਤੇ ਕੈਪਟਨ ਸਾਹਿਬ ਦਾ ਟਵੀਟ ਚੈੱਕ ਕਰਦੇ, ਯਾਰ ਮੇਰੀ ਫੋਟੋ ਤਾਂ ਨਹੀਂ ਪਾਤੀ, ਬੜਾ ਔਖਾ ਹੋ ਜਾਂਦਾ ਫਿਰ। ਚਲੋ ਕੁੱਲ ਮਿਲਾ ਕੇ ਇਹ ਗੱਲ ਤਾਂ ਹੈਗੀ ਆ ਵੀ ਆ ਜਿਹੜੀ ਸਿਆਸਤ ਜਿੱਥੇ ਜਾ ਕੇ ਅੱਪੜ ਗਈ, ਇਹ ਸਾਰੇ ਕੁਝ ਦੇ ਵਿੱਚ ਹਰੇਕ ਬੰਦੇ ਨੂੰ ਇਹ ਲੱਗਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਆਪਣਾ ਕੋਈ ਨਾ ਕੋਈ ਅੱਟੀ ਸੱਟੀ ਲਾ ਲਾਂ ਜੀ। ਪਰ ਮੈਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਗੱਲੋਂ ਵੀ ਨੰਬਰ ਖੱਟ ਰਿਹਾ ਨਾ। ਹੁਣ ਪ੍ਰਧਾਨ ਜੀ ਗਏ ਗੁਰਦਾਸਪੁਰ, ਉਹ ਕਹਿੰਦੇ ਐਵੇਂ ਵੇਖ ਲਓ ਕੰਧਾਂ 'ਚ ਵੱਜਦੇ ਫਿਰਦੇ ਆ, ਇਹਨਾਂ ਕੋਲ ਕੁਝ ਨਹੀਂ ਹੈਗਾ ਕਹਿੰਦੇ ਕਰਨ ਨੂੰ, ਆਹ ਵੀ ਲੁੱਟ ਲਓ ਆਹ ਵੀ ਲੁੱਟ ਲਓ, ਕਹਿੰਦੇ ਬੰਦੇ 5-4 ਨਿਗਾਹ 'ਚ ਹੈਗੇ ਮੇਰੇ। ਉਹ ਇੱਕ ਗੱਲ ਵਧੀਆ ਉਹਨਾਂ ਦਾ ਡਾਇਲੋਗ, ਮੈਂ ਪਿਛਲੇ ਮੇਰੇ ਖਿਆਲ 15-20 ਰੈਲੀਆਂ ਤੋਂ ਸੁਣਦਾ ਆ ਰਿਹਾ, ਜਿਹੜੇ ਹਲਕੇ ਜਾਂਦੇ ਨਾ ਇਹਨਾਂ ਨੇ ਲੁੱਟਣ ਦੇ ਟੱਕ ਚਾੜਿਆ ਤੇ ਨੰਬਰ 1 ਦੇ ਤੁਹਾਡਾ ਹੀ ਐਮਐਲਏ, ਉਹ ਜਿੱਥੇ ਜਾਂਦੇ ਉੱਥੇ ਨਵੀਂ ਡਰੀ ਲਾ ਲੈਂਦੇ, ਨਵੀਂ ਡਰੀ ਲਾ ਵੀ ਨੰਬਰ 1 ਤੇ ਤੁਹਾਡੇ ਵਾਲਾ, ਤੇ ਇਹ ਸਭ ਤੋਂ ਪਹਿਲਾਂ ਮੈਂ ਅੰਦਰ ਕਰਨਾ। ਇਹਨੂੰ ਪਤਾ ਨਹੀਂ ਲੱਗਦਾ ਵੀ 2-3 ਮਹੀਨਿਆਂ ਨੂੰ ਤੇਰਾ ਬਣਨਾ ਕੀ ਆ। ਨਹੀਂ, ਸੁਖਬੀਰ ਸਿੰਘ ਬਾਦਲ ਹੋਣਾ ਦਾ ਇੱਕ ਹੋਰ ਵੀ ਕਹਾ, ਆ 3 ਮਹੀਨੇ ਕੱਢ ਲਓ ਔਖੇ ਸੌਖੇ, ਬਸ ਆ ਦਿਨ 90 ਆ, ਸਰਕਾਰ ਆਪਣੀ ਬਣ ਜਾਣੀ ਹੈ। ਫਿਰ ਬਾਅਦ ਚ ਤੁਸੀਂ ਦੇਖਿਓ ਜਿਹੜੀਆਂ ਧੱਕੇ ਧੋਖੇ ਨਾਲ ਜ਼ਮੀਨਾਂ ਇਹਨਾਂ ਨੇ ਦਬੀਆਂ ਸਭ ਵਾਪਸ ਕਰਾ ਦੇਵਾਂਗੇ। ਹੁਣ ਤੁਸੀਂ ਗੁਰਦਾਸਪੁਰ ਦਾ ਜ਼ਿਕਰ ਕੀਤਾ, ਉਹ ਤੋਂ ਪਹਿਲਾਂ ਆਏ ਸੀ ਮੋਹਾਲੀ, ਉੱਥੇ ਉਹ ਸਿੱਧੇ ਹੋ ਕੇ ਸਾਬਕਾ ਸਿਹਤ ਮੰਤਰੀ ਮੌਜੂਦਾ ਐਮਐਲਏ ਕਾਂਗਰਸੀ ਲੀਡਰ ਬਲਵੀਰ ਸਿੰਘ ਸਿੱਧੂ ਨਾਲ ਪੈ ਕਹਿੰਦੇ ਆ ਦੇਖੋ ਕਰੋੜਾਂ ਦੀ ਜ਼ਮੀਨ ਸਿਰਫ ਲੱਖਾਂ ਰੁਪਈਏ ਦੇ ਉੱਤੇ ਆਪਣੇ ਨਾਂ ਕਰਾ ਗਏ, ਉੱਥੇ ਆਪਣਾ ਕੰਮ ਖੋਲ੍ਹ ਲਿਆ। ਕਹਿੰਦੇ ਇਹਨਾਂ ਨੇ ਬਹੁਤ ਧੱਕਾ ਕੀਤਾ। ਮੈਂ ਮੋਹਾਲੀ ਦੇ ਲੋਕੋ ਤੁਹਾਨੂੰ ਇੱਕ ਗੱਲ ਕਹਿਣਾ, ਸਰਕਾਰ ਸਾਡੀ ਬਣ ਜਾਣੀ ਹੈ, ਮਹੀਨੇ 3 ਔਖੇ ਸੌਖੇ ਕੱਟੋ, ਸਾਰੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਇਹਨਾਂ ਨੇ 2 ਨੰਬਰ ਦੇ ਵਿੱਚ ਆਪਣੇ ਕੰਮਾਂ ਕਰਨ ਲਈ ਵਰਤੀਆਂ ਸਾਰੀਆਂ ਵਾਪਸ ਹੋਣਗੀਆਂ। ਤੁਸੀਂ ਇਹ ਵੀ ਦੇਖਿਓ ਕਿ ਚੱਕ ਕੇ ਸਾਰੇ ਭ੍ਰਿਸ਼ਟ ਕਾਂਗਰਸੀ ਅੰਦਰ ਕਰਨੇ ਆ, ਡੈਰੀ 'ਚ ਨਾਂ ਲਿਖ ਲੈ, ਆਉਂਦੇ ਹੀ ਪਹਿਲੇ ਦਿਨ ਪਹਿਲਾ ਫੈਸਲਾ ਜਾਂਚ ਕਰਾਵਾਂਗੇ, ਕਮਿਸ਼ਨ ਬਿਠਾਵਾਂਗੇ, ਤੁਰੰਤ ਕੁਝ ਦਿਨਾਂ ਦੇ ਵਿੱਚ ਹੀ ਚੱਕ ਕੇ ਅਸੀਂ ਬੰਦੇ ਅੰਦਰ ਕਰ ਦੇਣੇ। ਮੋਹਰੋਂ ਬਲਵੀਰ ਸਿੰਘ ਸਿੱਧੂ ਸਾਹਿਬ ਨੇ ਇੱਕ ਜਵਾਬ ਦਿੱਤਾ, ਉਹ ਕਹਿੰਦੇ ਮੈਂ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਤੁਹਾਡੀ ਵੀ ਸਰਕਾਰ ਸੀ ਸਾਡੀ ਵੀ, ਜਿੰਨੀਆਂ ਕਿ ਤੁਸੀਂ ਬਣਾਈਆਂ ਜ਼ਮੀਨਾਂ ਇੱਧਰ ਦੇ ਦਿਓ, ਮੈਂ ਆਪਣੇ ਵਾਲੀਆਂ ਤੁਹਾਨੂੰ ਦੇ ਦਿੰਦਾ, ਆਪਾਂ ਵਟਾਂਦਰਾ ਹੀ ਕਰ ਲੈਂਦੇ ਆ। ਮੈਂ ਵੀ ਇਸ ਗੱਲ ਤੇ ਆਉਣ ਲੱਗਾ ਸੀ ਕਿ ਉਹਨਾਂ ਨੇ ਕਿਹਾ ਵੀ ਜਿੰਨੇ ਭ੍ਰਿਸ਼ਟ ਕਾਂਗਰਸੀ ਨੇ, ਸਾਰੇ ਭ੍ਰਿਸ਼ਟ ਨਹੀਂ ਹੈਗੇ, ਜਿੰਨੇ ਭ੍ਰਿਸ਼ਟ ਨੇ, ਮਤਲਬ ਜਿੰਨੇ ਭ੍ਰਿਸ਼ਟ ਲੋਕ ਨੇ ਉਹਨਾਂ ਦੀ ਗੱਲ ਨਹੀਂ ਕਾਂਗਰਸੀ। ਵੈਸੇ ਜੇ ਜ਼ਮੀਨਾਂ ਦਾ ਰੌਲਾ ਤੇ ਮੈਂ ਨਾ ਸਿੱਧੂ ਸਾਹਿਬ ਜਾਂ ਮਤਲਬ ਦੂਸਰੇ ਬਾਦਲ ਸਾਹਿਬ ਲੜ ਕਿਉਂ ਰਹੇ ਆ, ਸਿੱਧੂ ਸਾਹਿਬ ਦੀ ਆਪਣੀ ਪਾਰਟੀ ਦੇ ਪ੍ਰਧਾਨ ਸਿੱਧੂ ਸਾਹਿਬ ਦੀ ਮੇਰੇ ਖਿਆਲ ਨਾਲ 2018 ਦੀ ਇੱਕ ਫਾਈਲ ਪਈ ਆ, ਉੱਥੇ ਕਿਸੇ ਨਾ ਕਿਸੇ ਦਫ਼ਤਰ ਦੀ ਘੱਟੇ ਨਾ ਭਰੀ ਕਿਸੇ ਅਲਮਾਰੀ ਦੇ ਵਿੱਚ, ਜੇ ਚੂਹੇ ਨੇ ਨਾ ਖਾਧੀ ਹੋਵੇ, ਹਾਂ ਜੇ ਚੂਹੇ ਨੇ ਨਾ ਖਾਧੀ, ਉਹਦੇ ਵਿੱਚ ਇੱਕ ਡਿਟੇਲ ਦਿੱਤੀ ਆ ਜਿਹਦੇ ਵਿੱਚ ਸਾਰੀਆਂ ਜ਼ਮੀਨਾਂ ਦਾ ਬਿਊਰਾ ਤੇ ਨਾਲ ਦੇ ਨਾਲ ਕੀਮਤ ਤੇ ਮੇਰੇ ਖਿਆਲ ਨਾਲ 4-4.5 ਸਾਲਾਂ 'ਚ ਕੁਛ ਨਾ ਕੁਛ ਹੋਰ ਵੱਧ ਗਈ ਹੋਣੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਸਾਰੀਆਂ ਜ਼ਮੀਨਾਂ ਦਾ ਕੋਈ ਨਾ ਕੋਈ ਹੱਲ ਕਰ ਲਓ, ਅੱਜ ਹੀ ਪੰਜਾਬ ਦਾ ਕਰਜ਼ਾ ਲੈ ਜੂ। ਹੈ ਨਾ ਵੀ ਚਲੋ ਜੇ ਇਹ ਵਾਧਾ ਘਾਟਾ ਕਰਨਾ ਹੀ ਹੈ ਤੇ ਪ੍ਰਧਾਨ ਜੀ ਉਹ ਫਾਈਲ ਹੀ ਕਢਾ ਲੈਣ ਵੀ ਯਾਰ ਵਾਹਵਾ ਸਿੱਧੂ ਨੇ ਜੇ ਕੰਮ ਕੀਤਾ ਤੇ ਆਪਣੇ ਕੰਮ ਆ ਜੂਗੀ। ਨਹੀਂ, ਬਹੁਤ ਜ਼ਰੂਰੀ ਹੈ, ਸਗੋਂ ਦੋਨਾਂ ਧਿਰਾਂ ਦੇ, ਜੇ ਇਸ ਸਰਕਾਰ ਵਾਲਿਆਂ ਨੇ ਕੰਮ ਲੈਣੀ ਇਹ ਲੈ ਲੈਣ, ਅਗਲਿਆਂ ਨੇ ਕੰਮ ਲੈਣੇ ਤਾਂ ਉਹ ਲੈ ਲੈਣ। ਘੱਟੋ ਘੱਟ ਪੇਪਰ ਵਰਕ ਹੋਇਆ ਪਿਆ, ਹੁਣ ਤਾਂ ਘੁੱਗੀ ਮਾਰਨੀ ਹੈ। ਸਿੱਧੂ ਸਾਹਿਬ ਤਾਂ ਇੱਕ ਵਾਰੀ ਇਹ ਵੀ ਕਹਿੰਦੇ ਰਹੇ ਕਿ ਜੋ ਸਾਰੀਆਂ ਜ਼ਮੀਨਾਂ ਛਡਾ ਲਈਏ ਤਾਂ ਪੰਜਾਬ ਦਾ ਕਰਜ਼ਾ ਲੈ ਜੂ। ਉਹੀ ਤਾਂ ਕਹਿਣਾ ਵੀ ਕਰਜ਼ਾ ਲਾ ਲੈਣਾ, ਵਧੀਆ ਗੱਲ ਹੈ। ਪਰ ਚਲੋ, ਪਰ ਇੱਕ ਗੱਲ ਹੈਗੀ, ਸੁਖਬੀਰ ਬਾਦਲ ਸਾਹਿਬ ਕਹਿੰਦੇ ਵੀ ਇਹਨਾਂ ਕੋਲੇ ਮੁੱਖ ਮੰਤਰੀ ਹੈ ਨਹੀਂ ਕਿਸੇ ਕੋਲ, ਉਹ ਆਪਣੇ ਕੋਲ ਹੀ ਆ। ਵਾਹ ਜੀ ਵਾਹ, ਇਹ ਵੇ ਵਧੀਆ ਗੱਲ ਹੁੰਦੀ ਹੈ। ਮਤਲਬ ਤੁਸੀਂ ਦੇਖੋ, ਮਤਲਬ ਬੱਸ ਅੱਡੇ ਵਾਲੀ ਉਦਾਹਰਨ ਦੇ ਲਈਏ ਵੀ ਜਿੱਦਾਂ ਹੁਣ ਮੰਨ ਲਓ ਇਹ ਬੱਸਾਂ ਖੜੀਆਂ ਵਿੱਚ ਡਰਾਈਵਰ ਕਿਸੇ 'ਚ ਨਹੀਂ ਦੀਦਾ, ਇੱਕੋ ਹੀ ਬੱਸ ਹੋਵੇ ਜਿਹਦੇ 'ਚ ਡਰਾਈਵਰ ਬੈਠਾ ਤੇ ਉਹ 5 ਮਿੰਟ ਠਰਨ ਕਰਾਈ ਜਾਵੇ, ਉਹ ਸਵਾਰੀਆਂ ਨੂੰ ਲੱਗਦਾ ਵੀ ਇਹ ਤੁਰ ਪੈਣੀ ਜੇ, ਬਾਕੀਆਂ ਦਾ ਪਤਾ ਨਹੀਂ। ਮੈਨੂੰ ਇਤਰਾਜ਼ ਹੈ। ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਗੁਰਦਾਸਪੁਰ ਗਏ, ਇਕੱਠ ਕੀਤਾ, ਉੱਥੇ ਕਿਹਾ ਕਿ ਬਾਕੀ ਕਿਸੇ ਕੋਈ ਮੁੱਖ ਮੰਤਰੀ ਹੈ ਨਹੀਂ। ਕਿਉਂ ਇਦਾਂ ਗੱਲਾਂ ਕਰਦੇ ਹੋ ਸੁਖਬੀਰ ਸਿੰਘ ਬਾਦਲ ਜੀ? ਤੁਸੀਂ ਬਣਾਓ ਕਦੇ ਭਵਾਸੂਏ ਮੁੰਡੇ ਨੂੰ ਮੁੱਖ ਮੰਤਰੀ, ਵੈਸੇ ਗੱਲ ਕਰਦੇ ਆ ਤੁਸੀਂ, ਉਹ ਨੇੜੇ ਹੀ ਨੇ ਗੁਰਦਾਸਪੁਰ ਦੇ। ਉਹਦੇ ਤੋਂ ਇਲਾਵਾ ਇਸੇ ਹੀ ਮਹੱਜੇ 'ਚ 5-7 ਕਾਂਗਰਸੀਆਂ ਨੇ ਅਜੇ ਇੱਕ ਹਫ਼ਤਾ ਪਹਿਲਾਂ ਤਾਂ ਕਿਹਾ ਸੀ ਕਿ ਚੰਨੀ ਸਾਹਿਬ ਵੀ ਅਗਲੇ 5 ਸਾਲਾਂ ਲਈ ਮੁੱਖ ਮੰਤਰੀ ਹੋਣਗੇ। ਮੈਂ ਹੋਰ ਦੱਸਦਾ, ਅਗਲਾ ਮੁੱਖ ਮੰਤਰੀ ਤਾਂ ਬਣਨਾ ਹੀ ਬੀਜੇਪੀ ਦਾ। ਹੋਰ ਅੱਗੇ ਚੱਲੀਏ, ਆਮ ਆਦਮੀ ਪਾਰਟੀ ਨੇ ਐਲਾਨ ਹੀ ਨਹੀਂ ਕੀਤਾ, ਵਧੀਆ ਬੰਦਾ, ਕਿਰਦਾਰ ਵਾਲਾ ਬੰਦਾ ਮੁੱਖ ਮੰਤਰੀ ਉਹਨਾਂ ਨੇ ਹੋਣਾ। ਬਾਕੀ ਮੈਂ ਕਿਹਾ 2 ਮੱਝ ਵਾਲੀਆਂ ਧਾਰਨਾ ਤਾਂ ਸਟੀਕ ਹੀ ਨਹੀਂ, ਮੈਂ ਪਤਾ ਕਿਉਂ ਆਨਾ, ਉਹ ਆਪਣੀ ਥਾਂ ਤੇ ਠੀਕ ਹੈ। ਉਹ ਕਹਿੰਦੇ ਵੀ ਦੇਖੋ ਉਹਨਾਂ ਕੋਲੇ ਜਿਹੜੀਆਂ ਤਾਕਤਾਂ ਨਾ ਉਹ ਆਉਣੀਆਂ ਦਿੱਲੀਓਂ, ਕਿ ਉਧਰੋਂ ਕੋਈ ਸਾਈਨ ਕਰੂਗਾ ਫਿਰ ਜਾ ਕੇ ਗੱਲ ਬਣਨੀ, ਇਧਰੋਂ ਤੇ ਸਾਈਨ ਆਪ ਹੀ ਕਰਨਾ ਸੀ। ਹੁਣ ਤੇ ਬਾਪੂ ਜੀ ਨੂੰ ਵੀ ਪੁੱਛਣ ਦੀ ਲੋੜ ਨਹੀਂ ਹੈਗੀ ਨਾ, ਬਾਪੂ ਜੀ ਨੇ ਮੈਂ ਆਪ ਹੀ ਆਖਿਆ ਵੀ ਨਹੀਂ ਕਾਕਾ ਹੁਣ ਤੁਸੀਂ ਆਪ ਹੀ ਕਰ ਕੁਰ ਲਓ, ਮੈਂ ਤੇ ਠੀਕ ਆ ਜਿੱਦਾਂ ਵੀ ਮੈਂ ਸੈੱਟ ਆ, ਪਾਲਾ ਜਿਹਾ ਹੈਗਾ ਬਾਹਰ, ਜੇ ਕੋਈ ਰੈਲੀ ਰੂਲੀ ਕਿਸੇ ਤੇ ਲੋੜ ਪਈ ਤੇ ਮੈਨੂੰ ਸੱਦ ਲਿਓ, ਨਹੀਂ ਤੇ ਤੁਸੀਂ ਹੁਣ ਤਗੜੇ ਹੋ ਕੇ ਨਾ ਖਿੱਚ ਦੋ ਕੰਮ ਨੂੰ, ਬਸ ਹੁਣ ਆਪੇ ਕਰੀਦੇ ਹੁੰਦੇ ਕੰਮ, ਹੌਲੀ ਹੌਲੀ ਸਾਂਭੀਦਾ ਹੁੰਦਾ, ਅੱਗੇ ਏਡੀ ਗੱਲ ਆਪੇ ਹਿਸਾਬ ਆ ਜਾਣਾ। ਹੁਣ ਮੈਨੂੰ ਲੱਗਦਾ ਵੀ ਉਸ ਹਿਸਾਬ ਨਾਲ ਤੇ ਸੁਖਬੀਰ ਬਾਦਲ ਸਾਹਿਬ ਠੀਕ ਹੀ ਕਹਿੰਦੇ ਆ, ਫਿਰ ਜਦੋਂ ਆਪ ਹੀ ਮੈਂ ਸਾਈਨ ਕਰਨੇ ਆ ਤੇ ਫਿਰ ਆਪ ਹੀ ਮੈਂ ਮੁੱਖ ਮੰਤਰੀ, ਇਹ 'ਚ ਕਿਹੜੀ ਗੱਲ ਹੈ? ਨਹੀਂ, ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਮ ਠੀਕ ਹੀ ਹੈ। ਬਾਕੀ ਨਹੀਂ, ਪਰ ਇੱਕ ਗੱਲ ਹੈਗੀ, ਇਹ ਉਹ ਹਰ ਸਟੇਜ ਤੇ ਕਹਿੰਦੇ ਆ
ਮੈਂ ਵੈਸੇ ਸੋਚਦਾ ਹੈ ਵੀ ਅੱਜ ਕੱਲ੍ਹ ਉਹਨਾਂ ਨੇ ਉਹ ਲੋਗੋ ਵੀ ਬਣਾ ਲਿਆ ਗੱਲ ਪੰਜਾਬ ਦੀ ਜੀ, ਤੇ ਉਹ ਇਸ ਵਕਤ ਆਪਣੀ ਜਿਹੜੀ ਚੋਣ ਕੈਂਪੇਨ ਉਹਨੂੰ ਵੀ ਇਦਾਂ ਪ੍ਰੋਜੈਕਟ ਕਰ ਰਹੇ ਵੀ ਖੇਤਰੀ ਪਾਰਟੀਆਂ ਫੈਸਲੇ ਅਸੀਂ ਕਰਨੇ, ਅਸੀਂ ਕਿਹਨੂੰ ਪੁੱਛਣ ਨਹੀਂ ਜਾਣਾ, ਸਾਨੂੰ ਲੋੜ ਨਹੀਂ, ਫਲਾਣੇ ਨੂੰ ਚਿੱਠੀ ਲਿਖੀ, ਉਹ ਢੀਂਗੜਾ ਹਾਈ ਕਮਾਨ ਕੋ ਗਿਆ ਸੀ, ਪਹਿਲਾਂ ਕੱਲ ਗਏ ਸੀ 2 ਬੰਦੇ ਮਗਰ ਕੋਈ ਹੋਰ ਸਕੂਟਰ ਲੈ ਕੇ ਚਲ ਗਈ, ਇਦਾਂ ਨਹੀਂ। ਉਹ ਕਹਿੰਦੇ ਵੀ ਸਾਨੂੰ ਪਤਾ ਪੰਜਾਬ ਆ, ਸਾਡਾ ਕੰਮ ਆ, ਅਸੀਂ ਭਾਵੇਂ ਚੰਡੀਗੜ੍ਹ ਬਹਿ ਕੇ ਫੈਸਲਾ ਕਰ ਲਈਏ, ਭਾਵੇਂ ਪਿੰਡ ਬਾਦਲ ਬਹਿ ਕੇ ਕਰ ਲਈਏ, ਕੰਮ ਨਾਲ ਹੋ ਜਾਣਾ। ਮੈਨੂੰ ਲੱਗਦਾ ਵੀ ਜੇ ਇਹ ਸੁਨੇਹਾ ਦੇਣ 'ਚੋਂ ਕਾਮਯਾਬ ਹੋ ਗਏ, ਇਹ ਨਾ ਹੋਏ ਆਉਂਦੇ 1.5-2 ਮਹੀਨਿਆਂ ਨੂੰ ਇਹ ਹਾਈ ਕਮਾਨ ਤੇ ਪੰਜਾਬ ਦੀ ਪਾਰਟੀ ਇਸੇ ਤੇ ਰੌਲਾ ਪੈ ਜਾਏ ਕਿਤੇ। ਨਹੀਂ ਹੋ ਸਕਦਾ ਕਿਤੇ ਨਾ ਕਿਤੇ ਸਮੱਸਿਆ ਖੜੀ ਹੋਣੀ ਹੈ। ਬਹੁਤ ਸਾਰੇ ਲੋਕ ਕਹਿਣਗੇ ਕਿ ਤੁਸੀਂ ਅਕਾਲੀ ਦਲ ਨੂੰ ਇਦਾਂ ਕਿਉਂ ਦੱਸਦੇ ਆ ਕਿ ਸਟਰੋਂਗ, ਅਸੀਂ ਬਿਲਕੁਲ ਨਹੀਂ ਕਹਿੰਦੇ। ਪਰ ਨਹੀਂ, ਮੈਂ ਸਟਰੋਂਗ ਨਹੀਂ ਕਹਿੰਦਾ, ਮੈਂ ਉਹਦਾ ਲੌਜੀਕ ਦੱਸਦਾ। ਹਾਂ, ਲੌਜੀਕ ਉਹਨਾਂ ਦਾ ਤੁਸੀਂ ਦੇਖੋ, ਜੇ ਉਹ ਲੁਧਿਆਣੇ ਜਾਂਦੇ, ਅੰਮ੍ਰਿਤਸਰ ਜਾਂਦੇ, ਅਬੋਹਰ ਜਾਂਦੇ, ਉਹਦੇ ਤੋਂ ਬਾਅਦ ਗੁਰਦਾਸਪੁਰ ਆਉਂਦੇ, ਬਾਕੀ ਤਾਂ ਕੋਈ ਕਿਤੇ ਜਾਂਦਾ ਹੀ ਨਹੀਂ। ਬਾਕੀ ਤਾਂ ਜੇ ਆਪਸ ਦੇ ਵਿੱਚ ਪਾਟੇ ਹੀ ਪਏ ਨਾ। ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਘਰੇ ਚਲੇ ਜਾਣਾ। ਸਿੱਧੂ ਸਾਹਿਬ ਤੇ ਚੰਨੀ ਸਾਹਿਬ ਨੇ ਮੁੜ ਕੇ ਬਹਿਣਾ ਹੀ ਨਹੀਂ। ਹਾਲਾਂਕਿ ਹਰੀਸ਼ ਚੌਧਰੀ ਸਾਹਿਬ ਨੂੰ ਡਿਊਟੀ ਦਿੱਤੀ ਹੈ, ਉਹ ਵੱਖਰੀ ਗੱਲ ਹੈ। ਪਰ ਜੇ ਕੋਈ ਪਾਰਟੀ, ਮੈਂ ਨਹੀਂ ਕਹਿੰਦਾ ਜਾਂ ਤੁਸੀਂ ਨਹੀਂ ਕਹਿੰਦੇ ਕਿ ਪੰਜਾਬ ਦੇ ਭਲੇ ਲਈ, ਪਰ ਮੁੱਖ ਮੰਤਰੀ ਦੀ ਦੌੜ ਦੇ ਲਈ ਹੁਣ ਅਗਲੇ ਐਕਸਪੈਰੀਮੈਂਟ ਤਾਂ ਕਰਦੇ ਆ ਨਾ। ਤੁਸੀਂ ਦੇਖੋ ਬਟਾਲੇ ਵਾਲਾ ਐਮਐਲਏ ਫਤਿਹਗੜ੍ਹ ਚੂੜੀਆਂ, ਸੋਚਿਆ ਹੀ ਹੋਊਗਾ ਨਾ ਕਿ ਕਿੱਥੇ ਘਾਟਾ ਤੇ ਕਿੱਥੇ ਵਾਧਾ। ਜਿਹੜਾ ਪਰਿਵਾਰ ਫਤਿਹਗੜ੍ਹ ਚੂੜੀਆਂ ਤੋਂ ਇਲੈਕਸ਼ਨ ਲੜਦਾ ਸੀ, ਚੱਲ ਡੇਰਾ ਬਾਬਾ ਨਾਨਕ, ਉਧਰਲੇ ਪਾਸੇ ਬਸਪਾ ਨੂੰ ਜਿਹੜੀਆਂ ਸੀਟਾਂ ਦੀਆਂ 2 ਦੇ ਦਿਓ ਯਾਰ, ਸਾਨੂੰ ਉਧਰਲੇ ਪਾਸੇ ਬੰਦੇ ਆਏ ਆ ਭਾਜਪਾ ਦੇ ਵਿੱਚੋਂ, ਅਸੀਂ ਉਹਨਾਂ ਨੂੰ ਐਡਜਸਟ ਕਰਨਾ। ਤੁਹਾਡਾ ਕੀ ਆ, ਆਪਣੇ ਸ਼ਾਮ 84 ਤੋਂ ਕਹਿ ਦਿੰਦੇ ਆ ਬੀਬੀ ਮਹਿੰਦਰ ਕੌਰ ਜੋਸ਼ਰ, ਤੁਸੀਂ ਇਹ 5 ਸਾਲ ਛੁੱਟੀ ਕਰ ਲਓ, ਆਪਾਂ ਤੁਹਾਨੂੰ ਸ਼ਾਮ 84 ਵਾਲੀ ਸੀਟ ਦੇ ਦਿੰਦੇ ਆ। ਤੁਸੀਂ ਹੋਰ ਦੇਖੋ ਨਾ ਕਿ ਜੋਸ਼ੀ ਸਾਹਿਬ ਦੇ ਹਲਕੇ 'ਚ ਕਿੰਨੀ ਵਾਰੀ ਆਏ ਆ। ਉਹਨਾਂ ਨੇ ਦੇਖ ਲਿਆ ਕਿ ਭਾਈ ਭਾਜਪਾ ਗਈ ਹੈ, ਸ਼ਹਿਰਾਂ 'ਚ ਕਮਜ਼ੋਰੀ ਹੋ ਸਕਦੀ ਹੈ, ਇੱਕ ਤਾਂ ਬੰਦੇ ਪੱਟ ਲਿਓ, ਦੂਜਾ 2-2 ਦਿਨ ਉੱਥੇ ਲਾਓ। ਹੋਰ ਦੇਖੋ, ਇਹ ਗੱਲ ਸਹੀ ਹੈ। ਹੁਣ ਦੇਖੋ ਨਾ, ਇੱਕ ਤੇ ਹੋ ਗਿਆ ਵੀ ਜਿਹਨਾਂ ਨਾਲ ਸਮਝੌਤਾ ਕੀਤਾ, ਗੱਠਜੋੜ ਕੀਤਾ, ਉਹਨਾਂ ਦਾ ਵੀ ਐਸਾ ਕੱਚਾ ਕੰਮ ਰੱਖਿਆ ਵੀ ਉਹ ਜਿੱਦਾਂ ਆਮ ਤੌਰ ਤੇ ਵੱਟ ਦਾ ਰੌਲਾ ਹੁੰਦਾ ਨਾ, ਉਹ ਸਵੇਰੇ ਇੱਧਰ ਪਾਏ, ਨਹੀਂ ਭਾਂਸਿਆ ਇਹ 2 ਫੁੱਟ ਇੱਧਰ ਪਾਉਣੀ, ਕਹਿੰਦੇ ਇੱਧਰ ਪਾ ਲਓ। ਉਹ ਜਸਵੀਰ ਸਿੰਘ ਗੜੀ ਹੁਣੀ ਇਤਰਾਜ਼ ਹੀ ਕੋਈ ਨਹੀਂ ਕਰਦੇ, ਕਹਿੰਦੇ ਕੋਈ ਗੱਲ ਨਹੀਂ ਪ੍ਰਧਾਨ ਜੀ ਇੱਧਰ ਪਾ ਲੈਣੇ, ਇਹ 'ਚ ਕਿਹੜੀ ਗੱਲ, ਨਹੀਂ ਇੱਧਰ ਨਹੀਂ, ਫਿਰ 2 ਫੁੱਟ ਇੱਧਰ ਪਾਓ, ਇੱਧਰ ਪਾ ਲੈਣੇ ਜੀ। ਇਹ ਦੂਜੀ ਗੱਲ, ਹੁਣ ਜੋਸ਼ੀ ਸਾਹਿਬ ਲਾ ਲਓ ਬੀਜੇਪੀ 'ਚੋਂ, ਮੈਨੂੰ ਲੱਗਦਾ ਵੀ ਆਉਣ ਵਾਲੇ 2 ਮਹੀਨਿਆਂ ਤੱਕ 1-2 ਬੰਦੇ ਹੋਰ ਪੁੱਟ ਲੈਣੇ ਉਹਨਾਂ ਨੇ। ਹੁਣ ਜੇ ਆਪਾਂ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ, ਉਹ ਬੰਦਾ ਕਾਂਗਰਸ 'ਚੋਂ ਲਿਆ ਕੇ ਫਿੱਟ ਕਰਤਾ, ਦੂਸਰੇ ਪਾਸੇ ਬੀਜੇਪੀ 'ਚੋਂ ਲਿਆ ਕੇ ਫਿੱਟ ਕਰਤਾ। ਹੁਣ ਮੇਰੇ ਖਿਆਲ ਨਾਲ ਇਹ ਤੋਂ ਵੱਧ ਅਥਾਰਟੀ ਕੀ ਸ਼ੋਅ ਕਰਨਗੇ ਉਹ ਵੀ ਭਾਈ ਸਾਹਿਬ, ਬਗਾਨੀ ਪਾਰਟੀ 'ਚੋਂ ਬੰਦਾ ਲਿਆ ਕੇ ਕੈਂਡੀਡੇਟ ਬਣਾਉਣਾ, ਉਹ ਵੀ ਰਾਤੋਂ ਰਾਤ। ਤੇ ਖੁਦ ਵਰਕਰਾਂ ਨੇ ਕੀ ਕਿਹਾ, ਉਹ ਵੀ ਸਟੇਜ ਤੋਂ ਪ੍ਰਧਾਨ ਜੀ ਆ ਵੀ ਦੱਸ ਦਿੰਦੇ ਵੀ ਬਹੁਤ ਉਹਨਾਂ ਦੇ ਹੱਕ 'ਚ ਹਵਾ ਸੀਗੀ, ਜਿੱਤਣਾ ਹੀ ਹੈ। ਹੋਰ ਦੇਖੋ ਤੁਸੀਂ, ਜਗਬੀਰ ਬਰਾੜ ਹੋਰੀ ਲਾਏ ਆ, ਸਰਜੀਤ ਸਿੰਘ ਮੱਕੜ ਹੋਰਾਂ ਬਥੇਰਾ ਵਿਰੋਧ ਕੀਤਾ। ਉਧਰਲੇ ਪਾਸੇ ਜਲੰਧਰ ਸੈਂਟਰਲ ਤੋਂ ਵੀ ਤਾਂ ਜਿਹੜੇ ਬੰਦੇ ਨੂੰ ਟਿਕਟ ਦੇਣੀ ਸੀ ਅਗਲਿਆਂ ਨੇ ਦੇਤੀ ਕਿ ਭਾਈ ਆ ਦੇਖੋ ਆਮ ਆਦਮੀ ਪਾਰਟੀ ਦੇ ਪਿਛਲੇ ਕੈਂਡੀਡੇਟ ਸੀ, ਪਰ ਐਤਕੀ ਅਸੀਂ ਦੇਾਂਗੇ। ਉਹਨਾਂ ਨੇ ਨਹੀਂ, ਉੱਥੇ ਜਿਹੜੇ ਕਮਲਜੀਤ ਸਿੰਘ ਭਾਟੀਆ ਹੋਰਾਂ ਦੀ ਬੰਨੀ। ਹੋਰ ਕਿੱਡੇ ਵੱਡੇ ਲੀਡਰ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਕਹਿੰਦੇ, ਉਹ ਕਿੰਨੇ ਦਿਨ ਕਹਿੰਦੇ ਰਹੇ ਨਹੀਂ, ਉਥੋਂ ਫਿਰ ਗੁਰਪ੍ਰੀਤ ਮਲੂਕਾ ਜੀ ਚੋਣ ਲੜਨਗੇ, ਉੱਥੋਂ ਫਿਰ ਮੈਂ ਲੜਾਂਗਾ। ਅਗਲਿਆਂ ਨੇ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਜੇ ਭੇਜਣਾ ਸੀ ਤਾਂ ਭੇਜ ਹੀ ਦਿੱਤਾ ਨਾ। ਉਹਨਾਂ ਨੇ ਕੋਈ ਅੱਗਾ ਪਿੱਛਾ ਥੋੜੀ ਦੇਖਿਆ ਕਿ ਕਿੱਧਰਲੇ ਪਾਸੇ, ਯਾਨੀ ਜਿੱਥੇ ਜਿਹਨੂੰ ਜਿੱਦਾਂ ਚਾਹੁੰਦੇ ਆ ਤੁਰੰਤ ਇੰਪਲੀਮੈਂਟ ਕਰ ਦਿੰਦੇ ਆ। ਇਹ ਬਹੁਤ ਵਧੀਆ। ਐਂਡ ਮੈਂ ਬੇਨਤੀ ਕਰਾਂ ਉਹਨਾਂ ਦੀ ਟੀਮ ਨੂੰ ਵੀ ਇੰਨਾ ਪੋਰਸ਼ਨ ਕੱਟ ਕੇ ਪਾ ਲਿਓ ਯਾਰ, ਇਹ ਤੁਹਾਡੇ ਕੰਮ ਆ ਜਾਣਾ। ਆਹ ਯਾਰ ਇੰਨਾ ਕੀ ਪੋਰਸ਼ਨ ਕੱਟ ਕੇ ਬੰਦੇ ਆ ਵੀ ਚਲੋ ਕਿਸੇ ਵੇਲੇ ਹੁੰਦਾ ਯਾਰ, ਇਹਨਾਂ ਵੀ ਕੁਝ ਬੋਲਿਆ ਹੀ। ਹਾਂ, ਬਾਕੀ ਇਹ ਵੀ ਗੱਲ ਹੈਗੀ ਆ, ਅਜੇ ਤੱਕ ਕੋਈ ਵੀ ਸਿਆਸੀ ਧਿਰ, ਭਾਵੇਂ ਉਹ ਅਕਾਲੀ ਦਲ ਵਾਂਗੂ ਲੋਕਾਂ 'ਚ ਜਾ ਰਹੀ ਹੈ, ਭਾਵੇਂ ਉਹ ਘਰੇ ਬੈਠੇ ਆ, ਇੱਕ ਵੀ ਪਾਰਟੀ ਅੱਜ ਦੀ ਤਰੀਕ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਨਹੀਂ ਦੱਸ ਸਕੇ ਕਿ ਖੇਤੀਬਾੜੀ ਦਾ ਹੱਲ ਕੀ ਹੈ, ਥੱਲੇ ਪਾਣੀ ਜਾਂਦਾ ਉਹਦਾ ਹੱਲ ਕੀ ਹੈ, ਮੂਟਰ ਰੱਖਣੇ ਆ ਜੇ ਤਾਂ ਭਾਈ ਤਨਖਾਹਾਂ ਕਿੱਥੋਂ ਦੇਣੀਆਂ। ਇਦਾਂ ਕਹੀ ਜਾਂਦੇ ਕਿ ਸਾਨੂੰ ਪਤਾ ਹੈ ਖਜ਼ਾਨੇ 'ਚ ਪੈਸੇ ਕਿੱਦਾਂ ਲਿਆਉਣੇ ਆ, ਭਾਈ ਜੇ ਤੁਹਾਨੂੰ ਪਤਾ ਤਾਂ ਫਿਰ ਕਰਜ਼ਾ ਹੀ ਲਾ ਦਿਓ। ਨਹੀਂ ਇਦਾਂ ਕਿਦਾਂ, ਪਹਿਲਾਂ ਸਾਨੂੰ ਸਰਕਾਰ ਤੇ ਬਣਾ ਲੈਂਦੇ, ਫਿਰ ਲਾ ਦਿਆਂਗੇ, ਫਿਰ ਮੁੜ ਕੇ ਤੁਸੀਂ ਡੈਰੀ ਕੱਢ ਲੈਣੀ ਆ। ਪਰ ਚਲੋ ਕੁੱਲ ਮਿਲਾ ਕੇ ਇਹ ਤਾਂ ਹੈਗੀ ਹੈ ਗੱਲਬਾਤ ਵੀ ਭਾਈ ਸਾਹਿਬ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਹਰੇਕ ਬੰਦਾ ਹਰੇਕ ਤਰ੍ਹਾਂ ਦਾ ਟੈਕਟ ਵਰਤਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਦਾਲ ਗਲ 'ਚ। ਪਰ ਹੁਣ ਦਾਲ ਗਲਦੀ ਆ ਨਹੀਂ ਗਲਦੀ ਇਹ ਦੱਸਣਾ ਟਾਈਮ ਨਹੀਂ ਜੀ। ਤੇ ਆਪਾਂ ਹੁਣ ਕਿੱਧਰ ਨੂੰ ਜਾਣਾ? ਆਪਾਂ ਜਾਣਾ ਸਿੱਧੇ ਜਾਣਾ ਰਾਮ ਰਹੀਮ ਕੋਲ। ਨਹੀਂ ਮੈਂ ਨਹੀਂ ਜਾਣਾ, ਤੁਸੀਂ ਇਕੱਲੇ ਹੀ ਜਾਓ। ਨਹੀਂ ਤੁਸੀਂ ਇੱਕ ਦਿਨ ਦਾ ਬੜਾ, ਮੈਨੂੰ ਆਦਤ ਨਹੀਂ ਹੈਗੀ ਇਹੋ ਜੀ, ਮੈਂ ਨਹੀਂ ਜਾਂਦਾ। ਨਹੀਂ ਤੁਹਾਨੂੰ ਆਦਤ ਨਹੀਂ ਹੈਗੀ। ਹੁਣ ਦੇਖੋ ਬਹੁਤ ਸਾਰੇ ਲੋਕ ਆ ਬਾਅਦ ਚ ਡੇਰਾ ਕਈ ਬੰਦੇ ਛੱਡ ਗਏ ਸੀ ਬਾਅਦ ਚ। ਪਤਾ ਕੀ ਚੱਕਰ ਹੈ, ਆਪਾਂ ਉਹਦੇ ਕੋਲ ਨਾ ਜਾਈਏ, ਉਹਨੂੰ ਤੇ ਅੱਗੇ ਫਰੀਦਕੋਟ ਸੱਦਣ ਨੂੰ ਫਿਰਦੇ ਆ ਪੰਜਾਬ ਵਾਲੇ ਪਾਸੇ। ਹਾਂ, ਹੁਣ ਸੰਤਾਲੀਆ ਸਾਹਿਬ ਤੁਹਾਨੂੰ ਯਾਦ ਹੋਣਾ, ਅੱਜ ਕਈ ਲੋਕ ਬਹੁਤ ਜੋਸ਼ 'ਚ ਨੇ, ਉਤਸ਼ਾਹ 'ਚ ਨੇ ਕਿ ਹੁਣ ਆਈ ਗੱਲ ਕਿ ਕੋਈ ਵੇਲਾ ਸੀ 6-7 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ, ਪੋਸਟਰ ਲੱਗੇ, ਬੇਅਦਬੀ ਹੋਈ, ਨਾ ਡੇਰੇ ਦਾ ਵੱਜਦਾ ਹੈ। ਇਧਰਲੇ ਪਾਸੇ ਨਵੀਂ SIT ਜਿਹੜੀ ਹੈ ਉਹਨਾਂ ਨੇ ਕਹਿ ਦਿੱਤਾ ਭਾਈ ਦੇਖੋ ਗੱਲ ਕੀ ਹੈ, ਅਦਾਲਤ ਦੇ ਵਿੱਚ ਬੇਨਤੀ ਕੀਤੀ ਕਿ ਭਾਈ ਨਾ ਜੁੜਦਾ, ਪੁੱਛਗਿੱਛ ਕਰਨੀ ਹੈ, ਸਾਨੂੰ ਪ੍ਰੋਡਕਸ਼ਨ ਵਾਰੰਟ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਬੰਦਾ ਜੇਲ੍ਹ 'ਚ ਹੈ, ਅਸੀਂ ਉਹਦੇ ਤੋਂ ਇੱਕ ਹੋਰ ਕੇਸ 'ਚ ਪੁੱਛਗਿੱਛ ਕਰਨੀ ਹੈ।
ਜੱਜ ਸਾਹਿਬ ਨੇ ਅੱਧੇ ਘੰਟੇ ਬਾਅਦ ਪ੍ਰੋਡਕਸ਼ਨ ਵਾਰੰਟ ਦੇ ਦਿੱਤਾ ਕਿ ਭਾਈ ਲੈ ਕੇ ਆਓ, ਐਸੇ ਮਹੀਨੇ ਉਹਨੂੰ ਇਸ ਦਿਨ ਇੱਥੇ ਪੇਸ਼ ਕਰਨਾ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਵਾਰੀ ਪਹਿਲਾਂ ਵੀ ਉਦੋਂ ਕੁੰਵਰ ਵਿਜੇ ਪ੍ਰਤਾਪ ਹੋਰੀ ਕਰਦੇ ਹੁੰਦੇ ਸੀ ਜਾਂਚ ਪੜਤਾਲ, ਉਦੋਂ ਵੀ ਇੱਕ ਵਾਰੀ ਚਰਚਾ ਚੱਲੀ ਸੀ ਕਿ ਭਾਈ ਹੁਣ ਉਹਦੇ ਤੋਂ ਪੁੱਛਗਿੱਛ ਹੋਣੀ ਹੈ। ਉਹਦੇ ਤੋਂ ਪੁੱਛਗਿੱਛ ਤਾਂ ਹੋਣੀ ਸੀ, ਪਰ ਕਿਉਂਕਿ ਉਹ ਜੇਲ੍ਹ ਦੇ ਵਿੱਚ ਹੈ ਤੇ ਕਿਸੇ ਹੋਰ ਸੂਬੇ ਦੀ ਜੇਲ੍ਹ ਦੇ ਵਿੱਚ ਹੈ, ਉੱਥੋਂ ਦੀ ਸਰਕਾਰ ਤੋਂ, ਉੱਥੋਂ ਦੇ ਡੀਸੀ ਸਾਹਿਬ ਤੋਂ ਜਾਂ ਜੇਲ੍ਹ ਦੇ ਸੁਪਰਡੈਂਟ ਸਾਹਿਬ ਤੋਂ ਆਗਿਆ ਲੈਣੀ ਪੈਣੀ ਹੈ। ਅੱਜ ਤੱਕ ਪੁੱਛਗਿੱਛ ਨਹੀਂ ਹੋ ਸਕੀ। ਹੁਣ ਕਿਉਂ ਨਹੀਂ ਪੁੱਛਗਿੱਛ ਹੁੰਦੀ? ਚਲੋ ਤੁਸੀਂ ਨਹੀਂ ਦੇਣਾ, ਅਰਜ਼ੀ ਦਿੱਤੀ ਜਾ ਸਕਦੀ ਹੈ ਕਿ ਭਾਈ ਜੇਲ੍ਹ ਦੇ ਵਿੱਚ ਹੀ ਤੁਹਾਨੂੰ ਜਿੰਨੇ ਚਿਰ ਤੁਸੀਂ ਪੁੱਛਗਿੱਛ ਕਰਨੀ ਹੈ ਤੁਹਾਨੂੰ ਆਗਿਆ ਦਿੰਨੇ ਆ। ਰੌਲਾ ਇਹ ਨਹੀਂ ਹੈ ਕਿ ਉਹਨੂੰ ਕਿੱਥੇ ਲਿਆਂਦਾ ਜਾਂਦਾ ਹੈ, ਘੱਟੋ ਘੱਟ ਉਹਦੇ ਤੋਂ ਸਾਹਮਣੇ ਬਿਠਾ ਕੇ ਪੁੱਛਗਿੱਛ ਸ਼ੁਰੂ ਹੋਵੇ। ਜੇ ਪੁੱਛਗਿੱਛ ਸ਼ੁਰੂ ਹੋ ਜੂ ਤਾਂ ਸ਼ਾਇਦ ਕੁਛ ਨਾ ਕੁਛ ਉਗਲਦੇ ਵੀ ਪਤਾ ਲੱਗ ਜਾਵੇ ਗਾਣੀ ਕਿੱਧਰੋਂ ਕਿੱਧਰ ਨੂੰ ਚੱਲੀ ਸੀ। ਨਹੀਂ, ਪਰ ਵੈਸੇ ਕੁੱਲ ਮਿਲਾ ਕੇ ਇਹਦੇ ਚ ਆਸ ਮੈਨੂੰ ਘੱਟ ਆ, ਕਿਉਂਕਿ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿੰਨੀਆਂ ਪੇਸ਼ੀਆਂ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੁੰਦੀਆਂ, ਬੰਦੇ ਨੂੰ ਬਾਹਰ ਘੱਟ ਕੱਢਦੇ ਆ। ਉਹ ਕਈ ਵਾਰ ਉਹਨੇ ਬਹਾਨੇ ਬਣਾਏ ਵੀ ਮੈਨੂੰ ਇੱਧਰ ਲੈ ਜਾਓ ਜੀ, ਉੱਧਰ ਲੈ ਜਾਓ, ਕਹਿੰਦੇ ਨਹੀਂ ਭਾਈ ਸਾਹਿਬ ਇਹ ਜਾ ਨਹੀਂ ਸਕਦਾ। ਹੁਣ ਦੇਖੋ, ਜੇ ਪ੍ਰੋਡਕਸ਼ਨ ਵਾਰੰਟ ਦੀ ਗੱਲ ਹੋਈ ਆ ਤਾਂ ਇਹ ਤੇ ਉਹ ਮੇਰਾ ਖਿਆਲ ਵਕੀਲਾਂ ਨੇ ਨਾਲੋਂ ਨਾਲ ਹੀ ਚਾਰਾਜੋਈ ਸ਼ੁਰੂ ਕਰਤੀ ਹੋਣੀ ਆ ਵੀ ਆਪਾਂ ਇਸ ਕੇਸ ਨੂੰ ਗਾਂ ਦੀ ਗਾਂ ਅੱਗੇ ਕਿੱਧਰ ਪਾਉਣਾ। ਤੇ ਜੇ ਸਾਰੇ ਕੁਝ ਦੇ ਉੱਪਰ ਕੋਈ ਸਟੇਜ 2 ਬਣਨ ਵਾਲੀ ਗੱਲ ਬਣਦੀ ਆ ਤੇ ਉਸ ਤੋਂ ਬਾਅਦ ਫਿਰ 1.5-2 ਮਹੀਨੇ ਲੰਘ ਜਾਣੇ, ਉਹਨੇ ਜਿਹਨੂੰ ਚੋਣ ਜਾਬਤਾ ਲੱਗ ਜਾਣਾ, ਰੌਲਾ ਤੇ ਉੱਥੇ ਦਾ ਉੱਥੇ ਰਹਿ ਜਾਣਾ। ਸੰਧਾਲੀਆ ਸਾਹਿਬ ਇੱਕ ਗੱਲ ਕਲੀਅਰ ਹੋ ਜੂ, ਕਿਉਂਕਿ ਜੇ ਹੁਣ ਦੇਸ਼ ਦੀ ਇੱਕ ਕੋਰਟ ਨੇ ਕਹਿ ਦਿੱਤਾ ਕਿ ਉਹ ਬੰਦੇ ਦਾ ਪ੍ਰੋਡਕਸ਼ਨ ਵਾਰੰਟ ਚਾਹੀਦਾ, ਹੁਣ ਮੈਨੂੰ ਲੱਗਦਾ ਕਿ ਵਿਰੋਧੀ ਧਿਰ ਦੇ ਵਕੀਲਾਂ ਦਾ ਮਸਲਾ ਨਹੀਂ ਰਹਿ ਗਿਆ, ਹੁਣ ਤਾਂ ਸਰਕਾਰੀ ਅਧਿਕਾਰੀਆਂ ਦਾ ਹੈ, ਜਿਹਦੇ ਕੋਲੇ ਉਹ ਇੱਕ ਕਾਗਜ਼ ਲੈ ਕੇ ਜਾਣਗੇ, ਅਦਾਲਤ ਦਾ ਕਾਗਜ਼, ਕਿ ਭਾਈ ਆ ਦੇਖੋ ਬੰਦਾ ਤੁਹਾਡੀ ਜੇਲ੍ਹ 'ਚ ਬੰਦਾ, ਇੰਨੇ ਨੰਬਰ ਕੈਦੀ ਹੈ, ਉਹਨੂੰ ਕਈ ਕੇਸਾਂ 'ਚ ਸਜ਼ਾ ਹੋ ਚੁੱਕੀ ਹੈ ਤੇ ਇੱਕ ਹੋਰ ਕੇਸ ਉਹਦੇ ਤੇ ਹੈਗਾ, ਇਸ ਕਰਕੇ ਅਦਾਲਤ ਨੇ ਕਿਹਾ ਕਿ ਪੁੱਛਗਿੱਛ ਕਰਨੀ ਹੈ। ਹਾਂ, ਉਹੀ ਤੇ ਮੈਂ ਬੇਨਤੀ ਕਰ ਰਿਹਾ, ਉਸ ਅਦਾਲਤ ਤੋਂ ਵੀ ਵੱਡੀ ਅਦਾਲਤ ਹੈ ਨਾ ਇੱਕ, ਉਸ ਅਦਾਲਤ ਦਾ ਵਕੀਲ ਸਾਹਿਬ ਨੇ ਨਾਲ ਹੀ ਫਰਲਾ ਕੱਢ ਕੇ ਦੇ ਦੇਣਾ ਵੀ ਉਹ ਵੱਡੀ ਅਦਾਲਤ ਵਾਲੇ ਜੱਜ ਸਾਹਿਬ ਕਹਿੰਦੇ ਆ ਵੀ ਇਹਨੂੰ ਤੁਸੀਂ ਕਿਤੇ ਖੜ ਨਹੀਂ ਸਕਦੇ। ਹਾਂ, ਉਹ ਮੈਂ ਉਹੀ ਕਹਿੰਦਾ ਕਿ ਜਾਂ ਤਾਂ ਉਹ ਲਿਖ ਕੇ ਦੇ ਦੇਣ ਕਿ ਭਾਈ ਖੜ ਨਹੀਂ ਸਕਦੇ, ਜੇ ਪੁੱਛਗਿੱਛ ਕਰਨੀ ਹੈ ਇੱਥੇ ਕਰ ਲਓ। ਹਾਂ, ਦੋਵਾਂ 'ਚ ਕੁਛ ਤਾਂ ਹੋਊਗਾ, ਪਰ ਜੇ ਉਹ ਇਦਾਂ ਕਰ, ਪਿਛਲੇ ਤੇ ਇਹ ਵੀ ਨਹੀਂ ਕਿਹਾ, ਪਿਛਲੇ ਤਾਂ ਬਰੰਗ ਲਿਫਾਫਿਆਂ ਨੂੰ ਉਦਾਂ ਹੀ ਮੋੜ ਤੇ ਕਹਿੰਦੇ ਟਿਕਟ ਨਹੀਂ ਲੱਗੀ, ਉੱਪਰ ਐਡਰੈਸ ਪੂਰਾ ਨਹੀਂ, ਜ਼ਿਲ੍ਹੇ ਦਾ ਨਾਂ ਨਹੀਂ ਲਿਖਿਆ, ਪਿੰਨ ਕੋਡ ਬਕਾਇਦਾ ਚਾਹੀਦਾ ਸੀ। ਹੁਣ ਐਤਕੀ ਕੀ ਕਹਿੰਦੇ ਆ, ਨਾਲੇ ਉਹ ਤੋਂ ਪਤਾ ਲੱਗ ਜੂ ਮਨਸ਼ਾ ਕੀ ਹੈ। ਨਹੀਂ, ਕਿਉਂਕਿ ਜੇਲ੍ਹ ਅਧਿਕਾਰੀਆਂ ਦੀਆਂ ਆਪਣੀਆਂ ਤਾਕਤਾਂ ਹੁੰਦੀਆਂ ਨੇ ਜੀ, ਇਸ ਕਰਕੇ ਉਹ ਵਰਤ ਲੈਂਦੇ ਆ। ਅੱਛਾ, ਇਹਦੇ 'ਚ ਆਪਾਂ ਇਹ ਕਲੀਅਰ ਕਰਦੇ, ਸ਼ਾਇਦ ਆਪਾਂ ਨਹੀਂ ਦੱਸਿਆ ਕਿ ਜਿਹੜਾ ਬੁਰਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਇਆ ਸੀ, ਉਸ FIR ਦੇ ਵਿੱਚ ਉਹ ਨਾਂ ਆਇਆ, ਕਹਿੰਦੇ ਵੀ ਉਹਨਾਂ ਨੇ ਲਿਆ ਸੀ ਵੀ ਉੱਥੋਂ ਕਿਤੋਂ ਸਾਜ਼ਿਸ਼ ਹੋਈ ਹੈ, ਤਾਂ ਕਰਕੇ ਪੁੱਛਗਿੱਛ ਕਰਨੀ ਹੈ ਵੀ ਉਹ ਲਿੰਕ ਜੁੜਦਾ ਨਹੀਂ ਜੁੜਦਾ। ਉਸ ਤੋਂ ਬਾਅਦ ਵਾਲੀਆਂ ਘਟਨਾਵਾਂ ਦੇ ਵਿੱਚ ਕਈ ਤਰ੍ਹਾਂ ਦੀ ਗੱਲਬਾਤ ਹੋ ਸਕਦਾ ਵੀ ਉਹ ਵੀ ਨਾਲ ਜੋੜ ਲੈਣ। ਬਿਲਕੁਲ ਸੰਧਾਲੀਆ ਸਾਹਿਬ, ਹੁਣ ਦੋ ਗੱਲਾਂ ਜਿਹੜੀਆਂ ਆਪਾਂ ਕਾਲੀ ਕਰ ਲਈਏ ਛੇਤੀ, ਇੱਕ ਤਾਂ ਮੀਂਹ ਪਿਆ, ਖਰਾਬਾ ਹੋਇਆ, ਦੂਸਰਾ ਕ੍ਰਿਕਟ। ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਟੱਚ ਜ਼ਰੂਰ ਕਰਨਾ, ਛੋਹਣਾ ਜ਼ਰੂਰ ਹੈ, ਕਿਉਂਕਿ ਆਮ ਬੰਦੇ ਨਾਲ ਜੁੜਦੀਆਂ ਤੇ ਜਿੱਧਰੋਂ ਤੁਸੀਂ ਕਹੋ ਆਪਾਂ ਹੋ ਜਾਂਦੇ ਆ। ਦੇਖੋ, ਪਹਿਲਾਂ ਤੇ ਆਪਾਂ ਨੂੰ ਫਸਲਵਾੜੀ ਦੀ ਗੱਲ ਹੀ ਕਰਨੀ ਚਾਹੀਦੀ, ਕਿਉਂਕਿ ਕ੍ਰਿਕਟ ਤੇ ਜਿਨ੍ਹਾਂ ਦੇ ਘਰ ਭਰਦਾ ਉਹਨਾਂ ਲੋਕਾਂ ਨੂੰ ਫਰਕ ਕੋਈ ਨਹੀਂ ਪੈਂਦਾ। ਮੀਂਹ ਨਾ ਉਹਨਾਂ ਨੇ ਤਾਂ ਕਹਿਣਾ ਮੌਸਮ ਵਾਓ ਬਹੁਤ ਅੱਛਾ ਥਾ, पिच ना गीली हो जाए और कोई बात नहीं, बाकी तो ठीक है, पिच पर बॉल डाल देंगे वो कोई है ना ਤਰਪਾਲ ਜੀ। ਪਰ ਜਿਹੜਾ ਗੜੇਮਾਰੀ ਨੇ ਤੇ ਮੀਂਹ ਨੇ ਖਰਾਬਾ ਕੀਤਾ ਨਾ, ਇਹਨੇ ਵਾਕਈ ਡੰਡ ਲਾਈ, ਕਿਉਂਕਿ ਪੱਕਿਆ ਝੋਨਾ ਜਮਾ ਜਦੋਂ ਜ਼ਮੀਨ ਤੇ ਵਿਛ ਗਿਆ ਤੇ ਉੱਤੋਂ ਦੀ ਪਾਣੀ ਲੰਘ ਗਿਆ। ਤੇ ਮੈਂ ਇਹ ਸੋਚਦਾ ਸੀ ਵੀ ਜਿਹੜੇ ਆ ਪਿਛਲੇ ਦਿਨ ਹੀ ਉਹਨਾਂ ਨੇ ਪਲਾਸ ਨਾਲ ਘੁੱਟੇ ਆ ਰੂਲ ਵੀ ਕਾਲਾ ਨਹੀਂ ਹੋਣਾ ਚਾਹੀਦਾ, ਦਾਣਾ ਬਦਰੰਗ ਨਹੀਂ ਹੋਣਾ ਚਾਹੀਦਾ, ਇੰਨੀ ਨਮੀ ਹੋਣੀ ਚਾਹੀਦੀ, ਇੰਨਾ ਆਹ ਨਹੀਂ ਹੋਣਾ ਚਾਹੀਦਾ, ਉਹ ਤੇ ਕਦੀ ਵੀ ਨਹੀਂ ਉੱਤੇ ਪੂਰਾ ਚੜ੍ਹਨਾ। ਫਿਰ ਸੰਨੀ ਹੁੰਦੀ, ਸੰਨੀ ਛਣੀ ਜੀ ਜਿਹੜੀ, ਉਹ ਹੁਣ ਜਿਹੜੇ ਪਲਾਸ ਨਾਲ ਰੂਲ ਘੁੱਟੇ ਸੀ ਉਹ ਥੋੜਾ ਜਿਹਾ ਖੋਲ ਦੇਣਾ। ਭੋਰਾ ਤਾਂ ਚਾਹੀਦੇ ਆ ਨਾ ਵਿੱਚ, ਉੱਪਰੋਂ ਛੋਟੀ ਥੋੜੀ ਦੇ ਨਾਲ ਹੌਲੀ ਹੌਲੀ ਮਾਰਨੀ ਹੈ ਕਿ ਚੀਜ਼ ਭੱਜੇ ਬਿਨਾ। ਕਈ ਵਾਰੀ ਆਪਾਂ ਜਦੋਂ ਮੇਖ ਕੱਢਦੇ ਆ ਤੇ ਇੰਨੀ ਜ਼ੋਰ ਦੀ ਨਹੀਂ ਮਾਰਨੀ ਚਾਹੀਦੀ ਕਿ ਮੇਖ ਵਿੰਗੀ ਹੋ ਜਾਏ, ਜੋ ਉੱਪਰਲੇ ਪਾਸੇ ਜਿਹੜੀ ਟੋਪੀ ਜੀ ਹੁੰਦੀ ਹੈ ਉਹੀ ਭੁਰ ਜਾਏ, ਕਿਉਂਕਿ ਮੁੜ ਕੇ ਵੀ ਆਪਾਂ ਕੁਛ ਨਾ ਕੁਛ ਦੇਖਣਾ ਹੁੰਦਾ। ਹੁਣ ਜ਼ਰੂਰੀ ਹੈ, ਪਰ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਵਾਰੀ ਫੇਰ ਦਿੱਲੀ ਵਾਲੇ ਮੀਡੀਆ ਨੂੰ ਸੱਦਾ ਦੇਣਾ ਹੀ ਕਿ ਭਾਈ ਜਿਹੜੇ ਕਿਸਾਨ ਉੱਥੇ ਬੈਠੇ ਲੱਗਦੇ ਆ ਕਿ ਪਤਾ ਨਹੀਂ ਕਿਉਂ ਆਏ ਆ, ਇਹਨਾਂ ਨੂੰ ਤਾਂ ਪੈਸੇ ਬੜੇ ਬਚਦੇ ਨੇ, ਹੁਣ ਕੁਛ ਨਹੀਂ ਕਰਨਾ, ਸਿੱਧੇ ਖੇਤਾਂ ਦੇ ਵਿੱਚ ਜਾਣਾ। ਜਿਨ੍ਹਾਂ ਖੇਤਾਂ ਦੀਆਂ ਤੁਸੀਂ ਫਿਲਮਾਂ ਦੇਖੀਆਂ ਹੁੰਦੀਆਂ, ਲਹਿਲਹਾਤੀ ਫਸਲੇ, ਮਹਿਕ ਆਤੀ ਹੈ, ਖੁਸ਼ਬੂ ਐਸੀ ਆਤੀ ਹੈ, ਉਹ ਫਸਲਾਂ ਹੁਣ ਥੱਲੇ ਪਈਆਂ ਨੇ। ਉਹਨਾਂ ਫਸਲਾਂ ਦੇ ਵਿੱਚ ਦਾਣੇ ਨੇ, ਦਾਣੇ ਬਦਰੰਗ ਹੋ ਰਹੇ ਆ, ਕੰਬਾਈਨ ਦੇ ਨਾਲ ਹੁਣ ਵੱਢੀ ਨਹੀਂ ਜਾਣੀ, ਕਿਉਂਕਿ ਉਹ ਜਿਹੜੀਆਂ ਮਸ਼ਹੂਰੀਆਂ ਜੀਆਂ ਲੋਕਾਂ ਨੂੰ ਦਿਖਾ ਦੇਣ, ਉਹ ਕਿੰਨੀ ਕੰਬਾਈਨ ਜੀ ਮਸ਼ੀਨੀਕਰਨ ਆ ਗਿਆ, ਕੰਬਾਈਨ ਦੇ ਨਾਲ ਵੱਢ ਕੇ ਉਸੇ ਵੇਲੇ ਮੰਡੀ ਲੈ ਜਾਓ, ਨਾਲ ਹੀ ਵਿਕ ਜਾਂਦੀ, ਹੁਣ ਨਾਲ ਹੀ ਫਿਰ ਮੰਡੀ ਜਾਣਾ। ਪਹਿਲਾਂ ਤਾਂ ਖੇਤ ਦੇਖਣੇ ਆ, ਫਿਰ ਮੰਡੀ ਦੇ ਵਿੱਚ ਦੇਖਣਾ, ਨਾਲੇ ਉੱਥੇ ਜਾਣਾ, ਬਾਬੂ ਜੀ ਕਬ ਸੇ ਬੈਠੇ यहाँ पे, बाबू जी कितने दिन हो गए, खाना कहाँ से आता है, पैसा मिला नहीं, बिकता नहीं है, अधिकारी नहीं आता है तो क्या कहता है, ਕੱਲੀ ਕੱਲੀ ਗੱਲ ਮਾੜੀ ਜੀ ਪੁੱਛਣੀ ਹੈ ਇੱਕ ਵਾਰੀ। ਨਾਲੇ ਮੰਡੀਆਂ ਦੇ ਆਸ-ਪਾਸ ਜਿੱਥੇ ਪਾਣੀ ਖੜਾ ਤੇ ਉੱਥੋਂ ਜਿਹੜਾ ਮੁਸ਼ਕ ਆਉਂਦਾ, ਕਿਉਂਕਿ ਆਲੇ ਦੁਆਲੇ ਮਾੜਾ ਮੋਟਾ ਝੋਨਾ ਹੋਰ ਇੱਧਰ ਉੱਧਰ ਫੱਕ ਫੁੱਕ ਉਹਦੇ ਵਿੱਚ ਜਾ ਕੇ ਜਦੋਂ ਗਲਣ ਲੱਗ ਪੈਂਦੀ ਹੈ ਨਾ, ਉਹ ਫਿਰ ਮਹਿਕਦਾ ਮੁਸ਼ਕ ਦਾ ਹੋਰ ਹੀ ਤਰ੍ਹਾਂ ਦਾ ਇੱਕ ਆਪਣਾ ਅਸਰ ਜਿਹਾ ਹੁੰਦਾ ਆ, ਅਜੀਬ ਜਿਹਾ, ਗੂੜਾ ਜਿਹਾ। ਹੁਣ ਉਹ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਲੱਗੂਗਾ। ਪਰ ਸੰਧਾਲੀਆ ਸਾਹਿਬ, ਇਸ ਮੀਂਹ ਦੇ ਕਰਕੇ ਹੁਣ
ਮੈਂ ਇਹ ਸੋਚ ਰਿਹਾ ਸੀ ਕਿ ਅਜੇ ਤੱਕ ਕੀ ਉਹ ਸਿਸਟਮ ਹੀ ਡਿਵੈਲਪ ਨਹੀਂ ਹੋ ਸਕਿਆ। ਇੱਕ ਵਾਰੀ ਫਿਰ ਬਿਆਨ ਲੱਗਣ ਲੱਗ ਪਏ, ਮੁਆਵਜ਼ਾ ਚਾਹੀਦਾ ਜੀ। ਫਿਰ ਦੇਖਿਓ ਤੁਸੀਂ, ਸੜਕਾਂ ਰੋਕੀਆਂ ਜਾਣੀਆਂ, ਫਿਰ ਧਰਨੇ ਪ੍ਰਦਰਸ਼ਨ ਹੋਣੇ ਆ, ਫਿਰ ਮੰਗ ਪੱਤਰ ਹੋਣੇ ਆ, ਫਿਰ ਵੱਡੇ ਢਿੱਡਾਂ ਵਾਲੇ ਚਿੱਟੇ ਕੁੜਤੇ ਪਜਾਮੇ ਪਾ ਕੇ ਉੱਥੇ ਆਉਣਾ। ਜਾਇਜ਼ਾ ਲੈਂਦੇ ਹੋਏ ਖਰਾਬਾ ਤਾਂ ਹੋਇਆ ਹੀ। ਪਟਵਾਰੀ ਸਾਹਿਬ ਕਰੋ ਫਿਰ ਮਾੜਾ ਜਿਹਾ ਕੰਮ। ਜਾਣੀ 1947 ਤੋਂ ਲੈ ਕੇ 2021 ਤੱਕ ਜਿਹੜੀ ਚੀਜ਼ ਕਿਸਾਨ ਨੂੰ ਪਤਾ ਲੱਗਦੀ ਹੈ, ਪਿੰਡ ਦੇ ਖੇਤ ਮਜ਼ਦੂਰ ਨੂੰ ਪਤਾ ਲੱਗਦੀ ਹੈ ਕਿ ਭਾਈ ਨੁਕਸਾਨ ਹੋ ਗਿਆ, ਮੀਂਹ ਪਿਆ, ਗੜੇ ਪਏ, ਇਹ ਹੁਣ ਇਹਨੂੰ ਵੱਢਣ ਲੱਗਿਆਂ ਵੀ ਵੱਧ ਪੈਸੇ ਲੱਗਣੇ ਆ, ਇਹਦੇ ਵਿੱਚੋਂ ਝਾੜ ਵੀ ਘੱਟ ਨਿਕਲਣਾ, ਦਾਣਾ ਬਦਰੰਗ ਵੀ ਹੋਣਾ, ਇਹਦੇ ਵਿੱਚ ਨਮੀ ਵੀ ਵਧਣੀ ਹੈ, ਦਾਣੇ ਘਿਰ ਵੀ ਗਏ ਹੋਣੇ ਆ। ਜਿਹੜੀ ਚੀਜ਼ ਆਮ ਬੰਦੇ ਨੂੰ ਪਤਾ ਹੈ, ਤਾਂ ਜਿਹੜੇ 80-90% ਪੰਜਾਬ ਦੇ MLA ਤੇ MP ਇਹ ਕਹਿੰਦੇ ਕਾਗਜ਼ਾਂ ਦੇ ਵਿੱਚ ਕਿ ਅਸੀਂ ਖੇਤੀਬਾੜੀ ਵੀ ਕਰਦੇ ਆ, ਉਹਨਾਂ ਨੂੰ ਨਹੀਂ ਪਤਾ ਕਿਸਾਨ ਨੂੰ ਮੁਆਵਜ਼ਾ ਮੰਗਣਾ ਕਿਉਂ ਪਵੇ, ਖਰਾਬੇ ਦੇ ਪੈਸੇ ਉਹਨੂੰ ਮੰਗਣੇ ਕਿਉਂ ਪੈਣ। ਅਜੇ ਅਸੀਂ ਗੁਲਾਬੀ ਸੁੰਡੀ ਦੇ ਝਟਕੇ ਦੇ ਵਿੱਚੋਂ ਨਿਕਲੇ ਨਹੀਂ ਸੀ, ਅਜੇ ਗੰਨੇ ਦੇ ਪੈਸੇ ਸਾਨੂੰ ਸਾਰੇ ਮਿਲੇ ਨਹੀਂ ਸੀ। ਰਹਿੰਦੀ ਖੁੰਦੀ ਕਸਰ ਕੁਦਰਤ ਨੇ ਪੂਰੀ ਕਰਤੀ ਹੈ। ਬਸ ਆਹੀ ਤੇ ਰੌਲਾ ਨਾ, ਉਹ ਜਿਹੜੀ ਖੇਤੀ ਕਰਮਾਂ ਸੇਤੀ ਵਾਲੀ ਗੱਲ ਹੈ ਤੇ ਕਰਮਾਂ ਦਾ ਹੀ ਸੌਦਾ ਨਾ। ਪਰ ਮੈਂ ਨਾ ਫਿਰ ਵੀ ਤਕੜੇ ਆ ਜ਼ਿਮੀਂਦਾਰ ਭਰਾ, ਉਹਨਾਂ ਨੂੰ ਸਾਰਾ ਕੁਝ ਕਰਕੇ ਵੇਖ ਕੇ ਹੋਣ ਦੇ ਫਿਰ ਵੀ ਕਹਿੰਦੇ ਚਲੋ ਰੱਬ ਦਾ ਜੋ ਸ਼ੁਕਰ ਕਰੀਏ ਭਾਈ ਸਾਹਿਬ, ਮਾੜੇ ਮੋੜ ਜੋ ਵੀ ਹੈਗਾ ਠੀਕ ਹੈ ਨਾ। ਉਦੋਂ ਬਾਅਦ ਤੁਸੀਂ ਦੇਖਿਓ ਵੀ ਇਹ ਦਿਨ ਫਿਰ ਚੰਗੇ ਲੱਗ ਜਾਣੇ, ਉਦੋਂ ਜ਼ਮੀਨ ਵੱਤਰ ਆ ਜਾਣੀ ਆ, ਫਿਰ ਆਖਣਾ ਵੀ ਚੱਲ ਕੋਈ ਨਹੀਂ 4 ਦਾਣੇ ਕੇਰੀਏ, ਗਾਂ ਕਣਕ ਹੀ ਹੋ ਜੂਗੀ ਸਹੀ। ਮੇਰੇ ਖਿਆਲ ਨਾਲ ਇਹ ਜਿਹੜਾ ਕਿਤੇ ਨਾ ਕਿਤੇ ਉਹਦਾ ਸੁਭਾਅ ਹੈ ਨਾ ਕਿਸਾਨ ਦਾ, ਸ਼ਾਇਦ ਉਹਦਾ ਕਰਕੇ ਹੁਣ ਤੱਕ ਚੱਲੀ ਜਾਂਦਾ। ਜੇ ਕਿਤੇ ਉਹ ਜਮ੍ਹਾਂ ਘਟਾਓ ਪਹਿਲੀਆਂ, ਜਿੱਦਾਂ ਆਮ ਤੌਰ ਤੇ ਕਾਰਪੋਰੇਟ ਘਰਾਣੇ ਜਾਂ ਕੰਪਨੀਆਂ ਕਰਦੇ ਵੀ बैलेंस शीट में दिखाएं कि पिछली बार क्या हुआ था, ਹੁਣ ਉਹਦੇ ਕਹਿੰਦੇ ਜਿੰਦਰੇ ਮਾਰ ਜਾਣੇ ਉਹਨਾਂ ਨੇ ਦੁਕਾਨਾਂ ਨੂੰ। ਨਹੀਂ ਹੁਣ ਤਾਂ ਕੰਮ ਹੋ ਜਾਣਾ ਸੀ। ਮੈਨੂੰ ਇੱਕ ਇੱਥੇ ਸੰਧਾਲੀਆ ਸਾਹਿਬ ਹੋਰ ਵੀ ਇੱਕ ਫੈਕਟਰ ਲੱਗਦਾ ਜਿਹਦੀ ਗੱਲ ਥੋੜੀ ਜਿਹੀ ਘੱਟ ਹੁੰਦੀ ਹੈ। ਉਹ ਪੱਖ ਹੈਗਾ ਕਿ ਆਮ ਤੌਰ ਤੇ ਸਾਡੀ ਸਾਰੀ ਪਹੁੰਚ, ਕਿਉਂਕਿ ਸਭ ਤੋਂ ਵੱਧ ਖੇਤ ਮਜ਼ਦੂਰ ਤੇ ਕਿਸਾਨ ਪਿਸਦਾ ਹੈ। ਜਿਹੜਾ ਉੱਥੇ ਝੋਨਾ ਵਿਕ ਗਿਆ ਅਸੀਂ ਉਹਦੀ ਫਿਕਰ ਘੱਟ ਕਰਦੇ ਹਾਂ ਕਿ ਉਹ ਤਾਂ ਵਿਕ ਗਿਆ ਭਾਈ, ਸਾਨੂੰ ਪੈਸੇ ਮਿਲ ਗਏ, ਠੀਕ ਹੈ। ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਅੱਜ ਸਰਕਾਰ ਨੂੰ, ਅੱਜ ਅਫਸਰਸ਼ਾਹੀ ਨੂੰ ਸਵਾਲ ਕਰਨਾ ਹੋਵੇ ਤਾਂ ਸਭ ਤੋਂ ਵੱਡਾ ਸਵਾਲ ਉੱਥੇ ਹੁੰਦਾ ਹੈ। ਖਰੀਦ ਪ੍ਰਕਿਰਿਆ, ਅਨਾਜ ਸੰਭਾਲ ਦੀ ਪ੍ਰਕਿਰਿਆ, FCI ਬਣਾਈ ਸੀ ਫੂਡ ਜਿਹੜੀ ਹੈ, ਆਪਾਂ ਸਾਰਿਆਂ ਨੂੰ ਪਤਾ ਹੈ, ਕਾਰਪੋਰੇਸ਼ਨ ਆਫ ਇੰਡੀਆ, ਜਿਹੜੀ 66 ਤੋਂ ਲੈ ਕੇ ਹੁਣ ਤੱਕ ਉਹ ਕਾਰਪੋਰੇਸ਼ਨ ਤਾਂ ਮੈਨੂੰ ਲੱਗਦਾ ਰਹੀ ਨਹੀਂ, ਉਹ ਪਿਛਲੇ ਸੀ ਤੱਕ ਚੱਕਾ ਹੀ ਦੇਣਾ ਹੁਣ ਆਪਾਂ ਨਾ, ਫੂਡ ਹੀ ਰਹਿ ਜਾਣੇ। ਫੂਡ ਕਿਹਦੇ ਕੋਲ ਰਹਿ ਜਾਣਾ ਉਹ ਪਤਾ ਨਹੀਂ। ਆਖਿਰ ਜੀ ਉਹ ਕਰਜ਼ਾਈ ਹੋ ਗਈ, ਉਹਦੀ ਥਾਂ ਦੇ ਉੱਤੇ ਫਲਾਣੇ ਦਿੱਤੀ। ਕਮਾਲ ਦੀ ਗੱਲ ਹੈ ਕਿ ਪਤਾ ਹੈ ਕਿ ਹਰ 6 ਮਹੀਨੇ ਬਾਅਦ ਇਹਨਾਂ ਮੰਡੀਆਂ ਦੇ ਵਿੱਚ ਦਾਣੇ ਆਉਣੇ ਆ, ਇੱਕ ਵਾਰੀ ਕਣਕ ਆਉਣੀ ਆ ਤੇ ਇੱਕ ਵਾਰੀ ਝੋਨਾ ਹੈ। ਜਿੱਦਣ ਉਹ ਵਿਕ ਜਾਂਦੀ ਹੈ, ਪੰਜਾਬ ਕੋਲ ਟਰੱਕ ਹੈ ਨਹੀਂ, ਭਾਰਤ ਕੋਲ ਟਰੱਕ ਹੈ ਨਹੀਂ, ਜਾਂ ਸੜਕਾਂ ਹੈ ਨਹੀਂ, ਜਾਂ ਬੋਰੀਆਂ ਹੈ ਨਹੀਂ, ਜਾਂ ਸ਼ੈਲਰ ਹੈ ਨਹੀਂ, ਤੁਸੀਂ ਉਸੇ ਵੇਲੇ ਚੱਕ ਕੇ ਉਹਨੂੰ ਲੈ ਜਾਓ। ਹੁਣ ਜਿਹੜਾ ਝੋਨਾ ਉੱਥੇ ਗਿੱਲਾ ਹੋ ਗਿਆ, ਸਾਰਾ ਫੋਲ ਨਹੀਂ ਹੋਣਾ ਸੰਧਾਲੀਆ ਸਾਹਿਬ। ਤੇ ਜੇ ਉਹ ਅਨਾਜ ਖਰਾਬ ਹੋ ਗਿਆ ਤੇ ਜਿਹੜੇ ਬੰਦੇ ਖੇਤੀਬਾੜੀ ਨਹੀਂ ਕਰਦੇ, ਕਿਉਂਕਿ ਕਿਸਾਨ ਨੇ ਤੇ ਖੇਤ ਮਜ਼ਦੂਰ ਨੇ ਝੋਨੇ ਦੀ ਬੋਰੀ ਪਹਿਲਾਂ ਹੀ ਘਰ ਰੱਖ ਲਈ ਹੈ, ਕਿਉਂਕਿ ਉਹਨਾਂ ਦੇ ਘਰ ਦੀ ਫਸਲ ਰੱਖਣ ਗਈ। ਉਹ ਹੁਣ ਜਿਹੜਾ ਖਰਾਬ ਹੋ ਗਿਆ, ਆਖਿਰਕਾਰ ਤਾਂ ਕਿਸੇ ਦੇ ਢਿੱਡ 'ਚ ਪੈਣਾ, ਤੇ ਤਕੜੇ ਬੰਦੇ ਦੇ ਢਿੱਡ 'ਚ ਨਹੀਂ ਪੈਣਾ। ਉਹ ਤਕੜੇ ਬੰਦੇ ਨੇ ਤਾਂ ਮਹਿੰਗਾ ਖਰੀਦ ਲੂ, ਉਹ ਇੰਪੋਰਟ ਕਰਾ ਲੂ, ਬਾਹਰੋਂ ਲੈ ਲੂ ਕਿ ਭਾਈ ਮੈਨੂੰ ਤਾਂ 200 ਰੁਪਏ ਨੂੰ ਵੀ ਕਿਲੋ ਮੈਂ ਖਰੀਦਣ ਨੂੰ ਤਿਆਰ ਹਾਂ, ਵਧੀਆ ਚਾਹੀਦਾ। ਪਰ ਜਿਹੜਾ ਦਾਣਾ ਬਦਰੰਗ ਹੋ ਗਿਆ, ਜਿਹੜਾ ਉੱਥੇ ਥੋੜਾ ਜਿਹਾ ਗਿੱਲਾ ਸਿੱਲਾ ਹੋ ਗਿਆ, ਤਾਂ ਉਦਾਂ ਹੀ ਬੋਰੀ ਦੇ ਵਿੱਚ ਬੰਦ ਹੈ। ਜਾਂ ਤਾਂ ਫਿਰ ਸਰਕਾਰੀ ਸਕੀਮਾਂ 'ਚ ਆਊ ਸਸਤਾ, ਜਾਂ ਫਿਰ ਜਿਹੜਾ ਆਮ ਬੰਦਾ ਜਿਹੜਾ ਟੋਟਾ ਖਰੀਦ ਕੇ ਜਿਹੜਾ ਉਹ ਘੁੱਪ ਜਿਹਾ ਬਣ ਜਾਂਦਾ ਹੁੰਦੇ, ਚੌਲ ਵੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹੀ ਨਹੀਂ, ਜਾਂ ਫਿਰ ਉਹਦੇ ਤੱਕ ਪਹੁੰਚੂਗਾ ਕਿ ਅਸੀਂ 1947 ਤੋਂ ਲੈ ਕੇ 2021 ਤੱਕ ਇੰਨੇ ਜੋਗੇ ਵੀ ਨਹੀਂ ਹੋਏ। ਸਾਨੂੰ ਪਹਿਲਾਂ ਹੀ ਪਤਾ ਕਿੰਨੇ ਖੇਤਾਂ 'ਚ ਝੋਨਾ ਲੱਗਾ, ਕਿੰਨਾ ਕੁ ਝੋਨਾ ਆ ਸਕਦਾ, ਕਿੰਨੀਆਂ ਬੋਰੀਆਂ ਚਾਹੀਦੀਆਂ, ਕਿੰਨੇ ਟਰੱਕ ਚਾਹੀਦੇ, ਬੈਕ ਟੂ ਬੈਕ ਲੱਗਦੇ ਕਾਹਤੋਂ ਨਹੀਂ। ਇਹ ਫਸਲ ਦੇ ਬਰਬਾਦੀ ਦੇ ਲਈ, ਅਨਾਜ ਦੀ ਬਰਬਾਦੀ ਦੇ ਲਈ ਮੰਡੀ ਤੋਂ ਬਾਅਦ ਵੀ ਜ਼ਿੰਮੇਵਾਰੀ ਕਿਹਦੀ ਨਿਰਧਾਰਿਤ ਕੀਤੀ ਜਾਵੇ। ਇਕੱਲਾ ਹੀ ਕਹਿ ਕੇ ਤੋਮਰ ਸਾਹਿਬ ਥੋੜੀ ਸਰਨਾ ਹੈ, ਨਾਲ ਗੋਇਲ ਸਾਹਿਬ ਵੀ ਮਿਨਿਸਟਰ ਨੇ, ਹੋਰ ਵੀ ਕਈ ਮਿਨਿਸਟਰ ਨੇ। ਇਹ ਕਿਸਾਨ ਅੰਦੋਲਨ बहुत सी किसान जथेबंदियां तो छोड़ गई, धीरे धीरे खत्म होता जा रहा है, उसका असर कम होता जा रहा है, समाप्त हो जाएगा, कोई बात नहीं। बहुत से किसान और किसानों की जो ऑर्गेनाइजेशंस हैं वो तो चाहती हैं कि नए कानून लागू हो जाए, वो तो ठीक है। नहीं कोई नहीं, उन्होंने बयान दिता है, अज मेरे ख्याल ਨਾਲ ਤਰੀਕ 26 ਹੋ ਗਈ जी। ਅੱਜ ਦਾ ਪ੍ਰੋਗਰਾਮ ਵੀ ਮੇਰੇ ਖਿਆਲ ਨਾਲ ਕਿਸਾਨਾਂ ਦਾ ਸਾਰੇ ਦੇਸ਼ ਦੇ ਵਿੱਚ ਹੈਗਾ, ਤੇ ਉਹ ਕਲੀਅਰ ਕੱਟ ਹੈ ਵੀ ਜਿਹੜੇ ਉਹ MOS ਸਾਹਿਬ ਨੇ ਉੱਪਰ ਜੀ, ਉਹਨਾਂ ਦਾ ਮੁੰਡਾ ਤਾਂ ਕਹਿੰਦੇ ਵੀ ਹਸਪਤਾਲ 'ਚ ਆ ਕਿਉਂਕਿ ਉਹਨੂੰ ਡੇਂਗੂ ਹੋ ਗਿਆ ਅਚਾਨਕ। ਹੁਣ ਪਤਾ ਨਹੀਂ ਵੀ ਕੋਈ ਮੱਛਰ ਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਯਾਰ ਤੈਨੂੰ ਪਤਾ ਨਹੀਂ ਮੰਤਰੀ ਸਾਹਿਬ ਦਾ ਕਾਕਾ, ਤੂੰ ਇਹਦੇ ਗਿੱਟੇ ਤੇ ਲੜ ਗਿਆ ਜਾ ਕੇ। ਆਪੇ ਮੱਛਰ ਪਹਿਲਾਂ ਉੱਥੇ ਨੋਟਿਸ ਲਾ ਕੇ ਜਾਂਦਾ, ਮੈਂ ਕੱਲ ਆਉਣਾ ਹੀ। ਆਸ਼ੀਸ਼ ਮਿਸ਼ਰਾ ਸਾਹਿਬ ਕੰਨ ਸਾਫ਼ ਕਰਕੇ ਰੱਖਿਓ। ਹਾਂ ਮਤਲਬ ਜਿੱਦਾਂ ਵੀ ਆ, ਮਤਲਬ ਮੈਂ ਕਿੱਥੇ ਦੰਦੀ ਵੱਡਾ ਜਾ ਹੋ ਸਕਦਾ ਵੀ ਮਤਲਬ ਜਿਹੜੇ ਬਾਹਰ ਮੁਲਾਜ਼ਮ ਸੀ ਉਹਦੀ ਡਿਊਟੀ ਹੁੰਦੀ ਵੀ ਵੀਰ ਹੈਲੋ ਓਏ ਤੈਨੂੰ ਪਤਾ ਨਹੀਂ ਸਾਹਿਬ ਨੇ ਇੱਧਰ ਨਹੀਂ ਲੜਨਾ, ਕਿਤੇ ਹੋਰ ਜਾ ਕੇ ਦੰਦੀ ਵੱਢੋ, ਹੈ ਨਾ। ਚਲੋ ਕਹਿੰਦੇ ਵੀ ਡੇਂਗੂ ਹੋ ਗਿਆ, ਉਹ ਬੰਦਾ ਠੀਕ ਹੋਵੇ, ਆਪਾਂ ਕਿਸੇ ਨੂੰ ਆਂਦੇ ਨਹੀਂ, ਪਰ ਜੋ ਕੁਛ ਉਹਨੇ ਕੀਤਾ ਉਹਦਾ ਹਿਸਾਬ ਕਿਤਾਬ ਜੋ ਕੁਛ ਹੈਗਾ ਉਹ ਅਦਾਲਤਾਂ ਕਰਨਗੀਆਂ। ਪਰ ਉਹ ਮੰਤਰੀ ਸਾਹਿਬ ਅਜੇ ਐਜ਼ ਇਟ ਇਜ਼ ਨੇ ਉੱਤੇ,
ਤੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਦਿੱਤਾ, ਖਾਸ ਕਰਕੇ ਯੂਪੀ ਦੇ ਵਿੱਚ, ਤੇ ਕਹਿੰਦੇ ਵੀ ਕਾਫੀ ਇਹਦਾ ਅਸਰ ਹੋਣਾ। ਸੰਧਾਲੀਆ ਸਾਹਿਬ ਉਹਨਾਂ ਨੇ ਕਿਹਾ ਕਿ 11 ਤੋਂ 2 ਵਜੇ ਤੱਕ 3 ਘੰਟੇ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਤਹਿਸੀਲ ਪੱਧਰ ਤੇ ਬਲਾਕ ਪੱਧਰ ਦੇ ਉੱਤੇ ਧਰਨੇ ਪ੍ਰਦਰਸ਼ਨ ਕਰੋ, ਤਾਂ ਜੋ ਪ੍ਰੈਸ਼ਰ ਬਿਲਡ ਕੀਤਾ ਜਾ ਸਕੇ ਕਿ ਜਿਹੜਾ ਅਜੇ ਦੇਸ਼ ਦਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਜਿਹਦਾ ਪੁੱਤ ਉਸ ਮਸਲੇ ਦੇ ਵਿੱਚ ਹੈ, ਜਿਹਦੇ ਬਿਆਨ ਤੋਂ ਬਾਅਦ ਲੱਗਦਾ ਸੀ ਕਿ ਸਾਰਾ ਕੁਝ ਭਖਿਆ, ਕਿ ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰੋ। ਜਿੰਨੀ ਦੇਰ ਉਹ ਗ੍ਰਹਿ ਵਿਭਾਗ ਦੇ ਵਿੱਚ ਮਿਨਿਸਟਰ ਹੈ, ਜਾਂਚ ਪੜਤਾਲ ਸਹੀ ਤਰੀਕੇ ਨਾਲ ਹੋ ਕਿੱਦਾਂ ਜਾਊ, ਕਿੰਨਾ ਕਸਰ ਕਬੂਲਦੇ ਹੈ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਿੰਘੂ ਬਾਰਡਰ ਵਾਲੀ ਲਖਵੀਰ ਵਾਲੀ ਘਟਨਾ ਵਾਪਰੀ ਸੀ ਤਾਂ ਉਹਦੇ ਤੋਂ ਬਾਅਦ ਲਖੀਮਪੁਰ ਵਾਲੀ ਘਟਨਾ ਤੋਂ ਧਿਆਨ ਹੀ ਹਟ ਗਿਆ ਸੀ। ਸਾਰਾ ਮੀਡੀਆ ਉਧਰ, ਸਾਰਾ ਸੋਸ਼ਲ ਮੀਡੀਆ ਉਧਰ, ਹਰ ਇੱਕ ਬੰਦਾ ਹੀ ਉਧਰ। ਪਰ ਹੁਣ ਅੱਜ ਜਿਹੜਾ 3 ਘੰਟੇ ਦਾ ਇਹ ਪ੍ਰੋਗਰਾਮ ਰੱਖਿਆ, ਵੈਸੇ ਵੀ ਅੱਜ ਜਿਹੜੀ ਤਰੀਕ ਹੈ, ਅੱਜ ਦਿੱਲੀ ਕਿਸਾਨਾਂ ਨੂੰ ਗਿਆ ਨੂੰ 11 ਮਹੀਨੇ ਮੁਕੰਮਲ ਹੋ ਜਾਣੇ ਆ, ਤੇ ਠੀਕ 1 ਮਹੀਨੇ ਦੇ ਬਾਅਦ 1 ਸਾਲ 6 ਮਹੀਨੇ ਦਾ ਰਾਸ਼ਨ ਕਹਿ ਕੇ ਗਏ ਸੀ, ਹੁਣ 11 ਮਹੀਨੇ ਅੱਜ ਜਿਹੜੇ ਉਹ ਮੁਕੰਮਲ ਹੋ ਗਏ। ਪਹਿਲੀ ਗੱਲ ਤਾਂ ਇਹ ਅੱਜ ਦਾ ਦਿਨ ਜਿਹੜਾ ਬੜਾ ਇਤਿਹਾਸਕ ਹੈ ਕਿ ਏਡਾ ਲੰਬਾ ਕਿਸਾਨ ਅੰਦੋਲਨ ਅੱਜ ਤੱਕ ਭਾਰਤ 'ਚ ਕਦੇ ਚੱਲਿਆ ਹੀ ਨਹੀਂ। ਤੇ ਵੈਸੇ ਵੀ ਇਹ ਅੰਦੋਲਨ ਜਿਹੜਾ, ਜੇ ਕੋਈ ਬੰਦਾ ਇਹਨੂੰ ਸਮਝਦਾ ਕਿ 3 ਖੇਤੀਬਾੜੀ ਕਾਨੂੰਨਾਂ ਦਾ, ਨਾ, ਅਸਲ ਦੇ ਵਿੱਚ ਨਿੱਜੀਕਰਨ ਦੇ ਖਿਲਾਫ ਜੇ ਪਹਿਲੀ ਵਾਰ ਭਾਰਤ ਦੇ ਵਿੱਚ ਸਮੂਹਿਕ ਤੌਰ ਤੇ ਸਾਰੇ ਦੇਸ਼ 'ਚੋਂ ਕਿਤੇ ਬਹੁਤੀ ਤੇ ਕਿਤੇ ਥੋੜੀ ਜੇ ਕੋਈ ਆਵਾਜ਼ ਚੱਕੀ ਗਈ ਹੈ, ਇਹਨੂੰ 3 ਖੇਤੀਬਾੜੀ ਕਾਨੂੰਨਾਂ ਜਾਂ MSP ਤੱਕ ਸੀਮਿਤ ਕਰਕੇ ਦੇਖਣ ਦੀ ਲੋੜ ਹੀ ਨਹੀਂ। ਜੇ ਵੱਡੀਆਂ ਕੰਪਨੀਆਂ ਦੀ ਇਜ਼ਾਰੇਦਾਰੀ ਜਿਹੜੀ ਸਥਾਪਿਤ ਹੋ ਰਹੀ ਹੈ, ਜੇ ਉਹਦੇ ਖਿਲਾਫ ਆਵਾਜ਼ ਪਹਿਲੀ ਵਾਰੀ ਸਮੂਹਿਕ ਰੂਪ ਦੇ ਵਿੱਚ, ਵੱਜਵੇਂ ਰੂਪ ਦੇ ਵਿੱਚ, ਯੋਜਨਾਬੱਧ ਢੰਗ ਦੇ ਨਾਲ ਚੱਕੀ ਗਈ ਆ, ਭਾਸ਼ਾਵਾਂ ਤੋਂ, ਜਾਤਾਂ ਤੋਂ, ਧਰਮਾਂ ਤੋਂ, ਸੂਬਿਆਂ ਤੋਂ, ਪਾਰਟੀਆਂ ਤੋਂ ਉੱਪਰ ਉੱਠ ਕੇ, ਤਾਂ ਉਹ ਇਸ ਖੇਤੀਬਾੜੀ ਅੰਦੋਲਨ 'ਚੋਂ ਚੱਕੀ ਗਈ ਹੈ, ਤੇ ਜਿਹਨੂੰ ਅੱਜ 11 ਮਹੀਨੇ ਦਾ ਸਮਾਂ ਮੁਕੰਮਲ ਹੋ ਗਿਆ। ਇਹ ਤਾਂ ਵਾਕਈ ਵੱਡੀ ਗੱਲ ਹੈ। ਪਰ ਦੂਜੇ ਪਾਸੇ ਆਪਾਂ ਉਹ ਕ੍ਰਿਕਟ ਵਾਲੀ ਗੱਲ ਵੀ ਕਰ ਲਈ, ਉਹ ਰਹਿ ਨਾ ਜਾਵੇ। ਹੁਣ ਦੇਖੋ ਵੀ ਭਾਰਤ ਤੇ ਪਾਕਿਸਤਾਨ 2 ਦੇਸ਼ ਨੇ, 2 ਦੇਸ਼ਾਂ ਦੀਆਂ 2 ਟੀਮਾਂ ਨੇ। ਜਦੋਂ ਆਪਾਂ ਟੀਮਾਂ ਦੇ ਉੱਥੇ ਚਲੇ ਜਾਂਦੇ ਆ ਕਾਰੋਬਾਰ ਵਾਲੇ ਹਿਸਾਬ ਨਾਲ, ਵੀ ਕਿੰਨੇ ਕਿਹਨੂੰ ਖਰੀਦਣਾ, ਕਿੰਨੇ ਕਿਹਨੂੰ ਵੇਚਣਾ, ਕਿਹੜਾ ਕਿੱਥੇ ਮੈਚ ਹੋਣਾ, ਕਿਹੜਾ ਕਿੱਥੇ ਟਿਕਟ ਖਰੀਦਣੀ ਹੈ ਨਾ, ਕਿਹੜੇ ਚੈਨਲ ਨੂੰ ਰਾਈਟ ਦੇਣੇ, ਕਿਹੜੇ ਚੈਨਲ ਨੂੰ ਰਾਈਟ ਨਹੀਂ ਦੇਣੇ, ਜਦੋਂ ਓਵਰ ਚੇਂਜ ਹੋਣਾ ਉਦੋਂ ਕਿਹਦੀ ਮਸ਼ਹੂਰੀ ਆਉਣੀ, ਕਿਹੜੇ ਬਿਸਕੁਟ ਵੇਚਣੇ, ਕਿਹੜੀ ਚੀਜ਼ ਵੇਚਣੀ, ਹੈ ਨਾ, ਬਹੁਤ ਵੱਡਾ ਕਾਰੋਬਾਰ ਹੈ। ਹੁਣ ਉਹਦੇ ਵੱਲ ਤੇ ਕਿਸੇ ਦਾ ਧਿਆਨ ਨਹੀਂ। ਮੈਂ ਹੈਰਾਨ ਸੀਗਾ ਵੀ ਦੇਖੋ ਨੌਜਵਾਨ ਗਰਮੀ ਖਾ ਗਏ, ਵੇਂਦੇ ਵੀ ਅੱਛਾ ਯਾਰ ਇਹ ਫਲਾਨਾ ਹਾਰ ਗਿਆ, ਇੱਦਾਂ ਕਿੱਦਾਂ ਹਾਰ ਗਿਆ ਜੀ, ਆਹ ਜਿੰਦਾਬਾਦ ਜੀ, ਆਹ ਮੁਰਦਾਬਾਦ ਜੀ, ਤੇ ਉਦੋਂ ਸਿਰ ਇੱਕ ਦੂਜੇ ਨੇ ਆਪਸੀ ਪਾੜ ਲਏ। ਮੈਂ ਬੜਾ ਹੈਰਾਨ ਆ ਵੀ ਯਾਰ ਅਜੇ ਤੱਕ ਵੀ ਇਹ ਜਿਹੜਾ ਜੋ ਕੁਝ ਵੀ ਹੈਗਾ, ਕਹਿ ਲਓ ਨਫ਼ਰਤ ਕਹਿ ਲਓ ਜਾਂ ਜੋ ਵੀ ਕਹਿ ਲਓ, ਇਹ ਹੁਣ ਬੰਦਿਆਂ ਦੇ ਮਨ ਦੇ ਵਿੱਚ ਕਿੰਨੇ ਭਰੀ। ਤੁਸੀਂ ਦੇਖੋ ਵੀ ਜਿੱਧਰੋਂ ਉਹ ਆਈ ਜਾਂ ਜਿੱਥੋਂ ਉਹ ਗੱਲ ਸ਼ੁਰੂ ਹੋਈ, ਉਹਨਾਂ ਨਾਲ ਕੋਈ ਉਂਗਲ ਨਹੀਂ ਹੈਗੀ, ਸਿਰ ਆਪਸ 'ਚ ਪਾੜੀ ਜਾਂਦੇ। ਸੰਧਾਲੀਆ ਸਾਹਿਬ, ਇਹ ਬਹੁਤ ਅਹਿਮ ਸਵਾਲ ਹੈ, ਕਿਉਂਕਿ ਨੌਜਵਾਨ ਲੜ ਰਹੇ ਹੈ। ਜੇ ਕੋਈ ਪੁਰਾਣਾ ਬਜ਼ੁਰਗ ਲੜਦਾ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ, ਜੋ ਕੌੜ ਭਰੀਆਂ ਗੱਲਾਂ ਕਰਦਾ ਕਿ ਭਾਈ ਉਹਨੇ 47 ਦੇਖੀ ਹੋਣੀ ਆ, ਆਹ ਵੀ ਉਹਨੂੰ ਕੋਈ ਪੁਰਾਣੀ ਚੀਜ਼ ਯਾਦ ਆ ਗਈ, ਹਾਂ, ਵੀ ਉਹਨੇ ਲੜਾਈ ਦੇਖੀ ਹੋਣੀ, ਜਿਹੜੀਆਂ ਪਾਕਿਸਤਾਨਾਂ ਤੋਂ ਲੜਾਈਆਂ ਲੱਗੀਆਂ ਜਾਂ ਕੁਛ ਇਦਾਂ ਦਾ ਹੋਇਆ ਹੋਊਗਾ। ਇਹ ਯੰਗ ਮੁੰਡੇ ਨੇ, ਨੌਜਵਾਨ ਨੇ, ਇਹਨਾਂ ਨੂੰ ਤਾਂ ਸਿੱਧਾ ਕਦੇ ਵਾਸਤਾ ਹੀ ਨਹੀਂ ਪਿਆ। ਇਹ ਤਾਂ ਗਏ ਵੀ ਨਹੀਂ ਉੱਥੇ, ਨਾ ਉਧਰਲੇ ਇੱਧਰ ਆਏ ਆ। ਕਹਾਣੀ ਕੀ ਹੈ ਕਿ ਸਾਡੇ ਪਹਿਲੀ ਗੱਲ, ਮੈਚ ਤਾਂ ਸਾਡੇ ਇੰਗਲੈਂਡ ਨਾਲ ਵੀ ਹੁੰਦੇ, ਆਸਟ੍ਰੇਲੀਆ ਨਾਲ ਵੀ ਹੁੰਦੇ ਆ, ਬੰਗਲਾਦੇਸ਼ ਨਾਲ ਵੀ ਹੁੰਦੇ, ਸ਼੍ਰੀਲੰਕਾ ਨਾਲ ਵੀ ਹੁੰਦੇ। ਪਾਕਿਸਤਾਨ ਦੇ ਨਾਲ ਮੈਚ ਵੱਖਰਾ ਕਿਉਂ? ਅਸੀਂ 10 ਲੱਖ ਬੰਦੇ ਉਸ ਵੰਡ ਦੀ ਪ੍ਰਕਿਰਿਆ ਦੇ ਵਿੱਚ 47 ਚ ਮਰਵਾ ਲਿਆ। ਏਡਾ ਵੱਡਾ ਸੰਤਾਪ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਲੋਕਾਂ ਦਾ ਤਾਂ ਕੋਈ ਵੱਟ ਦਾ ਰੌਲਾ ਹੀ ਨਹੀਂ ਸੀ। ਉਹ ਕਿਉਂ ਮਰ ਗਿਆ, ਕਿਹਨੇ ਸਾਨੂੰ ਪਾੜ ਦਿੱਤਾ? ਉਹਦੇ ਤੋਂ ਬਾਅਦ 1947 ਤੋਂ ਲੈ ਕੇ 2021 ਤੱਕ ਅਸੀਂ ਉਹ ਪਾੜਾ ਵੱਡਾ ਹੀ ਕੀਤਾ ਹੈ, ਛੋਟਾ ਨਹੀਂ ਕੀਤਾ, ਵੱਡਾ ਹੀ ਕੀਤਾ। ਉਹ ਜਦੋਂ ਵੱਡਾ ਕਰੀ ਜਾਂਦੇ ਆ, ਅੱਜ ਉਹ ਜਿਹੜੇ ਨੌਜਵਾਨ ਨੇ ਉਹ ਸੋਚਣ ਤਾਂ ਸਹੀ ਕਿ ਭਾਈ ਸਾਡਾ ਰੌਲਾ ਕੀ ਆਪਸ ਦੇ ਵਿੱਚ। ਮੈਂ ਹੈਰਾਨ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ, ਉੱਥੋਂ ਦੇ ਇੱਕ ਮਿਨਿਸਟਰ ਸਾਹਿਬ ਦਾ ਬਿਆਨ, ਹਜੇ ਥੋੜੀ ਭਾਰਤ ਨਾਲ ਗੱਲ ਕਰਨ ਦਾ ਸਮਾਂ, ਆ ਤਾਜੇ ਤਾਂ ਹਾਰ ਕੇ ਹਟਿਆ। ਉਹ ਤੁਹਾਡੇ ਕੋਲ ਰੋਟੀ ਖਾਣ ਨੂੰ ਰੁਪਈਏ ਨਹੀਂ, ਤੁਸੀਂ ਸਾਰੀ ਦੁਨੀਆ ਤੋਂ ਅੱਡ ਹੋਈ ਜਾਂਦੇ ਹੋ। ਤੁਹਾਡੇ ਉੱਥੇ ਪ੍ਰੋਜੈਕਟ ਆ ਕੇ ਹੋਰ ਕੋਈ ਬਣਾਉਂਦਾ ਹੈ, ਤਾਂ ਜੇ ਫਿਰ ਵੀ ਤੁਸੀਂ ਇਸ ਗੱਲ ਦੇ ਭੱਜੇ 'ਚ ਪਾਕਿਸਤਾਨ ਦੇ ਲੋਕਾਂ ਨੂੰ ਲਾਓ ਕਿ ਭਾਰਤ ਨਾਲ ਅਜੇ ਥੋੜੀ ਗੱਲ ਕਰਨੀ ਹੈ, ਤੱਤਾ ਹਾਰ ਕੇ ਹਟਿਆ। ਕ੍ਰਿਕਟ 'ਚ ਹਾਰ ਕੇ ਹਟਿਆ, ਜਿੱਤ ਜਾਣਗੇ, ਨਾ ਵੀ ਜਿੱਤਣਗੇ ਤਾਂ ਫਿਰ ਕੀ ਆ? ਖੇਡਣ ਆਏ ਨੇ 2 ਟੀਮਾਂ ਨੇ, ਇੱਕ ਤਾਂ ਜਿੱਤੂ। ਇਦਾਂ ਹੀ ਭਾਰਤ ਦੇ ਵਿੱਚ ਹੈ। ਮੈਂ ਨਾ ਪਾਕਿਸਤਾਨ ਵਾਲੇ ਜਿਹੜੇ ਵਿਚਾਰੇ ਉੱਥੇ ਆਮ ਲੋਕ ਨੇ, ਉਹਨਾਂ ਨੂੰ ਪੁੱਛਣਾ ਜ਼ਰੂਰ ਚਾਹੀਦਾ ਵੀ ਰਾਤੀ ਜਦੋਂ ਉਧਰੋਂ ਜਿੱਤ ਹੋਈ ਹੈ ਨਾ, ਮੈਂ ਇਧਰੋਂ ਦੇਖਿਆ ਤੇ ਡਰਮੀ ਆਟੇ ਨਾਲ ਭਰ ਗਈ ਆਪੇ। ਇੱਧਰ ਮੈਂ ਪਤੀਲਾ ਵੇਖਿਆ ਤੇ ਗੁਰੂਆ ਉਹਦੇ ਤੇ ਮਤਲਬ ਕੁੱਕੜ ਰੱਜਿਆ, ਆਪਣੀ ਰਿੱਝਿਆ ਮਿਲ ਗਿਆ ਹੈ ਨਾ। ਤੇ ਮੈਂ ਜਦੋਂ ਦੇਖਿਆ ਵੀ ਹੋਇਆ ਕੀ, ਤੇ ਮੈਂ ਟੀਵੀ ਤੇ ਵੇਖਿਆ ਤੇ ਉਧਰੋਂ ਹਾਰ ਗਏ ਤੇ ਜਿੱਤ ਗਏ ਹੋ ਗਿਆ ਸੀ, ਤਾਂ ਕਰਕੇ ਇੱਧਰ ਸਾਰਾ ਕੁਝ ਆ ਗਿਆ। ਜੇ ਤੇ ਇਦਾਂ ਹੋਇਆ ਫੇਰ ਤੇ ਖੁਸ਼ੀ ਮਨਾਓ। ਦੂਜੇ ਪਾਸੇ ਆਪਾਂ ਇੰਡੀਆ ਵਾਲਿਆਂ ਦੀ ਵੀ ਗੱਲ ਕਰ ਲੈਂਦੇ ਵੀ ਜੇ ਤੁਹਾਨੂੰ ਐਂ ਲੱਗਦਾ ਵੀ ਲੈ ਵੀ ਅਸੀਂ ਮਤਲਬ ਪੂਰੀਆਂ ਛੋਲੇ ਲੱਗੇ ਆ ਛਕਣ,
ਉਧਰੋਂ ਹਾਰ ਹੋਈ ਹੈ ਤੇ ਸਾਰਾ ਕੁਝ ਉੱਡ ਗਿਆ। ਵਾਹ ਜੀ। ਜੇ ਤੇ ਇਦਾਂ ਹੋਇਆ ਫਿਰ ਤੇ ਤੁਸੀਂ ਲੜੋ ਜੀ ਸਦਕੇ। ਅੱਛਾ, ਦੂਜੀ ਗੱਲ ਹੋਰ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੀ ਹੁਣ ਗਾਂ ਵਾਲੀ ਪਨੀਰੀ ਕਿਤੇ ਲੜਦੀ ਹੈ ਨਾ, ਪਾਕਿਸਤਾਨ 'ਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੋਣਗੇ, ਇੰਡੀਆ 'ਚ ਵੀ ਬਹੁਤ ਸਾਰੇ ਹੈਗੇ ਆ। ਜੇ ਬੰਦਾ ਮੰਨ ਲਓ ਇਸੇ ਤਰ੍ਹਾਂ ਹੀ ਚੱਲਦਾ ਵੀ ਉਹਦੇ ਜੀਨਸ ਬੜੀ ਦੂਰ ਤੱਕ ਚੱਲਦੇ ਆ ਜੀ, ਹੈ ਨਾ, ਤੇ ਕਿਸੇ ਦਾ ਦਾਦਾ ਪੜਦਾਦਾ ਉੱਧਰ ਹੋਣਾ, ਕਿਸੇ ਦਾ ਦਾਦਾ ਪੜਦਾਦਾ ਉੱਧਰ ਹੋਣਾ, ਜਿਹੜੀ ਮਿੱਟੀ ਦੇ ਲਈ ਲੜ ਰਹੇ ਨੇ ਵੀ ਇਹ ਫਲਾਨੀ ਮਿੱਟੀ ਆ ਤੇ ਢੀਂਗੜੀ ਮਿੱਟੀ ਆ, ਤੇ ਇਹ ਨਹੀਂ ਪਤਾ ਵੀ ਅਸੀਂ ਉਸੇ ਮਿੱਟੀ 'ਚੋਂ ਆਏ ਹਾਂ, ਉਸੇ 'ਚੋਂ ਆਏ ਹਾਂ, ਇੱਕੋ ਹੀ ਆ। ਬਾਕੀ ਸੰਧਾਲੀਆ ਸਾਹਿਬ, ਜਿਹੜੀ ਪੰਜਾਬ 'ਚ ਘਟਨਾ ਹੋਈ ਹੈ ਕਿ ਕਸ਼ਮੀਰੀ ਮੁੰਡੇ ਕੁੱਟੇ ਗਏ ਨੇ, ਕੁੱਟੇ ਗਏ ਚਾਹੇ ਸ਼ਬਦ ਮਾੜੇ ਬੋਲੇ ਗਏ ਆ, ਇਹ ਪਹਿਲਾਂ ਪੰਜਾਬ 'ਚ ਘਟਨਾਵਾਂ ਨਹੀਂ ਸੀ ਹੁੰਦੀਆਂ, ਬਾਕੀ ਪਾਸੇ ਹੁੰਦੀਆਂ ਸੀ। ਇਹ ਨਫ਼ਰਤ ਕਿਹਨੇ ਪਾਤੀ? ਸਾਡੇ ਮੀਡੀਆ ਦਾ ਕਸੂਰ ਤਾਂ ਨਹੀਂ, ਸੋਸ਼ਲ ਮੀਡੀਆ ਦਾ ਕਸੂਰ ਤਾਂ ਨਹੀਂ, ਕਿਉਂਕਿ ਸਾਨੂੰ ਥੋੜੀ ਪਤਾ ਹੈ। ਸਾਡੇ ਮਨ ਦੇ ਵਿੱਚ ਉਹ ਗੱਲਾਂ ਪਾਈਆਂ ਜਾਂਦੀਆਂ ਕਿ ਭਾਈ ਇਹ ਐਡੀ ਨਫ਼ਰਤ ਕਿ ਜੇ ਅਸੀਂ ਮੈਚ ਹਾਰ ਗਿਆ ਤਾਂ ਅਸੀਂ ਕਿਸੇ ਦਾ ਕਟਾਪਾ ਚੜਾਂਗੇ, ਅਸੀਂ ਕਿਸੇ ਨੂੰ ਗਾਲਾਂ ਕੱਢਾਂਗੇ। ਇਹਦਾ ਮਤਲਬ ਹੈ ਕਿ ਭਾਈ ਬਾਬੇ ਨਾਨਕ ਦਾ ਪੰਜਾਬ ਹੈ, ਇਹ ਗੁਰੂਆਂ ਦਾ ਪੰਜਾਬ ਹੈ, ਤੇ ਜੋ ਸਾਨੂੰ ਸਿੱਖਿਆ ਦੇ ਗਿਆ ਇਹਦਾ ਮਤਲਬ ਕਿ ਉਲਟੇ ਪਾਸੇ ਨੂੰ ਤੁਰ ਪਏ, ਅਸੀਂ ਪੁੱਠੇ ਪੈਰੀ ਤੁਰ ਪਏ ਉਧਰਲੇ ਪਾਸੇ ਨੂੰ ਕਿ ਭਾਈ ਜੋ ਕਹਿ ਗਏ ਉਹ ਗੱਲ ਗਲਤ ਹੈ, ਆਹ ਗੱਲ ਠੀਕ ਹੈ। ਜੇ ਅਸੀਂ ਹਾਰ ਗਿਆ ਤਾਂ ਉਹਨਾਂ ਨੂੰ ਕੁੱਟਾਂਗੇ, ਜੇ ਜਿੱਤ ਗਿਆ ਤਾਂ ਉਹਨਾਂ ਦੇ ਕੰਨਾਂ 'ਚ ਜਾ ਕੇ ਪਟਾਕੇ ਚਲਾਵਾਂਗੇ। ਇਹ ਜਿਹੜੀ ਅਸਹਿਣਸ਼ੀਲਤਾ ਨਾ, ਇਹ ਭਾਰਤ ਵਰਗੇ ਦੇਸ਼ ਦੇ ਵਿੱਚ ਕਦੇ ਸਹਿਣ ਨਹੀਂ ਹੋਣੀ ਚਾਹੀਦੀ। ਹਾਂ, ਸਾਜ਼ਿਸ਼ ਕੌਣ ਘੜ ਰਿਹਾ, ਨਫ਼ਰਤ ਦੇ ਬੀਜ ਕੌਣ ਬੀਜ ਰਿਹਾ, ਅੱਜ ਅਸੀਂ ਜੇ ਉਹ ਬੀਜ ਪੱਟ ਕੇ ਬਾਹਰ ਨਾ ਸਿੱਟੇ, ਬੂਟਾ ਬਣੂਗਾ, ਬੂਟੇ ਤੋਂ ਰੁੱਖ ਬਣੂਗਾ, ਤਾਂ ਉਹਦੇ ਫਲ ਕੌੜੇ ਬਹੁਤ ਹੋਣਗੇ। ਹਾਂ, ਹੁਣ ਪਤਾ ਨਹੀਂ ਉਹ ਗੱਲ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਹੈ, ਕਿ ਸ਼ਾਇਦ ਜਿਹੜੇ ਵਿਦਿਆਰਥੀ ਹੈ ਜਿਹੜੇ ਲੜੇ ਆ ਉਹ ਵੀ ਪੰਜਾਬ ਦੇ ਨਹੀਂ ਹੈਗੇ, ਮਤਲਬ ਪੰਜਾਬ ਦੇ ਬੰਦੇ ਨਹੀਂ ਹੈਗੇ, ਪਰ ਲੜੇ ਪੰਜਾਬ 'ਚ ਤੇ ਮੁੱਦਾ ਵੀ ਪੰਜਾਬ ਦਾ ਨਹੀਂ ਹੈਗਾ। ਹੁਣ ਇਹਦੀ ਕਹਾਣੀ ਕਿੱਥੋਂ ਕਿਧਰ ਨੂੰ ਜਾ ਕੇ ਜੁੜਦੀ ਹੈ ਤੇ ਦੱਸੂਗਾ ਟਾਈਮ। ਪਰ 2 ਦਿਨ ਰਹਿ ਗਏ ਇਲਨਾਬਾਦ ਵਾਲੇ, 2 ਦਿਨ ਰਹਿ ਗਿਆ ਜੀ, ਬਸ ਨਿਬੜ ਜਾਣਾ ਕੰਮ ਉੱਥੇ। ਤੇ ਹਰਿਆਣੇ ਦੀ ਵਿਧਾਨ ਸਭਾ ਦੀ ਉਪ ਚੋਣ ਹੋਵੇ, ਇੱਕ ਸੀਟ ਦੀ, ਕਿਸਾਨ ਅੰਦੋਲਨ ਤੈਅ ਕਰੂਗਾ ਕਿ ਭਾਈ ਉੱਥੇ ਜਿੱਤੂਗਾ ਕੌਣ। ਬਾਕੀ ਜ਼ੋਰ ਚਟਾਲਿਆਂ ਦਾ ਬਹੁਤ ਲੱਗਾ, ਬਾਕੀ ਤਾਂ ਕਹਿੰਦੇ ਸਟਾਰ ਪ੍ਰਚਾਰਕ ਉੱਥੇ ਘੱਟੇ ਵੜੇ ਆ। ਚਲੋ ਇਹ ਤਾਂ ਹੁਣ ਟਾਈਮ ਨੇ ਦੱਸਣਾ, ਬਾਕੀ ਉਹਦੇ ਤੋਂ ਬਾਅਦ ਆਪਾਂ ਮੇਰਾ ਖਿਆਲ ਗੱਲ ਕਰਾਂਗੇ ਵੀ ਉਹਦਾ ਅਸਰ ਹੁੰਦਾ ਕਿ ਨਹੀਂ ਹੁੰਦਾ। ਹੁਣ ਤੱਕ ਤੇ ਇਹੋ ਹੀ ਅੰਦਾਜ਼ਾ ਵੀ ਬੀਜੇਪੀ ਉਹ ਸੀਟ ਹਾਰਨਾ ਨਹੀਂ ਚਾਹੂਗੀ ਕਿਸੇ ਵੀ ਕੀਮਤ ਦੇ ਉੱਤੇ, ਤੇ ਨਾ ਚਟਾਲੇ ਹਾਰਨਾ ਚਾਹਣਗੇ। ਚਲਿਏ ਫਿਰ ਆਪਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ ਤੇ ਜ਼ਰੂਰ ਕੋਸ਼ਿਸ਼ ਕਰਿਆ ਕਰੋ ਆਪਣੀ ਫੀਡਬੈਕ ਦੇ ਜ਼ਰੀਏ ਸਾਨੂੰ ਦੱਸਣ ਦੀ ਕਿ ਅਸੀਂ ਜੋ ਕੁਝ ਵੀ ਆਪ ਜੀ ਦੇ ਲਈ ਲੈ ਕੇ ਆਉਂਦੇ ਹਾਂ ਉਹ ਠੀਕ ਲੱਗਦਾ, ਚੰਗਾ ਲੱਗਦਾ। ਜੇ ਚੰਗਾ ਮਹਿਸੂਸ ਕਰੋ ਤੇ ਉਹਨੂੰ ਲਾਈਕ ਜ਼ਰੂਰ ਕਰਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ। ਬੜਾ ਧੰਨਵਾਦ। ਦੇਖਦੇ ਸੁਣਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।